ਸਰ ਨੌਕਰੀ ਅਸੀਂ ਇਹਨਾਂ ਦੀ ਇੰਟਰਵਿਊ ਕਰਵਾਈ। ਜਦੋਂ ਆਪਾਂ ਇਹਨਾਂ ਦੀ ਇੰਟਰਵਿਊ ਕਰਵਾਉਂਦੇ ਸੀ, ਇਹਨਾਂ ਨੂੰ ਕਦੀ ਉਹ ਕੰਮ ਨਹੀਂ ਸੀ ਪਸੰਦ ਆਉਂਦਾ, ਕਦੀ ਉਹਨਾਂ ਨੂੰ ਉਹ ਕੰਮ ਪਸੰਦ ਨਹੀਂ ਸੀ ਆਉਂਦਾ। ਠੀਕ ਹੈ, ਇੰਟਰਵਿਊ ਆਪਾਂ ਇਹਨਾਂ ਦੀ ਕਰਵਾਈ, ਇੰਟਰਵਿਊ ਇਹਨਾਂ ਦੀ ਸਿਲੈਕਟ ਵੀ ਹੋ ਗਈ ਤੇ ਇਹਨਾਂ ਨੇ ਰਾਤੀ ਉੱਥੇ ਡਰਿੰਕ ਕਰਕੇ ਲੜਾਈ ਕਰਕੇ ਆਪਣਾ ਪਾਸਪੋਰਟ ਵਾਪਸ ਲੈ ਲਿਆ ਕਿ ਤੇ ਸਿਰਫ 100 ਰੁਪਇਆ ਇੱਕ ਸੈਲਰੀ ਜਿਹੜੀ ਆ ਉਹ ਘੱਟ ਹੈ। ਔਰ ਇਹ ਉਹਨਾਂ ਦੀ ਜੋ ਉਹਨਾਂ ਨੇ ਮੇਰੇ ਨਾਲ ਚੈਟ ਕੀਤੀ ਹੈ, ਸਕਰੀਨਸ਼ਾਟਸ ਵੀ ਹੈਗੇ ਨੇ। ਤੇ ਉੱਥੇ ਮਲਬੇ ਦੀ ਟਰਾਲੀਆਂ ਚੁੱਕਣੀਆਂ, ਕਰਾਈਆਂ ਚੁੱਕਣੀਆਂ। ਮੇਰੇ ਬੱਚੇ ਜੌਬ ਕਰਨ ਵਾਸਤੇ ਗਏ ਸੀ 에ਅਰਪੋਰਟ ਦੀ, ਜਾਂ ਫਿਰ ਚਾਕਲੇਟ ਮਤਲਬ ਕਿ ਫੈਕਟਰੀ 'ਚ ਇਹ ਜੌਬ ਕਰਨ ਨਹੀਂ ਸੀ ਗਏ ਕਿ ਮਤਲਬ ਕਿ ਮੇਰੇ ਬੱਚੇ ਉੱਥੇ ਕਰਾਈਆਂ ਚੁੱਕਦੇ। ਜੇ ਕਰਾਈਆਂ ਚੁੱਕਣੀਆਂ ਸੀ 300 ਰੁਪਏ ਦਿਹਾੜੀ ਵਿੱਚ, ਤਾਂ ਮੈਂ ਇੱਥੇ ਨਹੀਂ ਚੁਕਵਾ ਸਕਦੀ ਸੀ। ਜੇ ਦੁਬਈ ਉੱਥੇ ਕੰਮ ਕਰਨ ਗਿਆ ਸੀ ਕਿ ਘੁੰਮਣ ਗਿਆ ਸੀ? ਅੱਛਾ, ਮੇਰਾ ਬੇਟਾ ਤੇ ਕੀਵੀ ਦੀ ਫੈਕਟਰੀ 'ਚ ਲਗਾ, ਆਪਣੀ ਉਹਦੀ ਫੈਕਟਰੀ ਹੈ, ਉਹਨੂੰ 3 ਬੰਦੇ ਚਾਹੀਦੇ ਆ, 2 ਤੇਰੇ ਮੁੰਡੇ ਭੇਜ ਦਾਂਗਾ, ਇੱਕ ਮੈਂ ਹੋਰ ਕੋਈ ਭੇਜ ਦਾਂਗਾ। ਮੈਂ ਤੇ ਇਸ ਭੁਲੇਖੇ ਦੇ ਵਿੱਚ ਇਹਦੇ ਨਾਲ ਸੈਟਿੰਗ ਕਰਦੀ ਰਹੀ, ਚਲੋ ਕੋਈ ਗੱਲ ਨਹੀਂ, ਮੇਰੇ ਬੱਚੇ ਸਟੈਂਡ ਕਰੇਗਾ। ਜੇਕਰ ਸਰ ਮੈਨੂੰ ਇੰਨਾ ਪਤਾ ਹੁੰਦਾ ਕਿ ਮੇਰੇ ਬੱਚੇ ਤੇ ਸ਼ਰਾਬ ਪੀਂਦੇ ਪਏ ਆ, ਮੇਰੇ ਬੱਚੇ ਆਦੀ ਆ, ਤੇ ਫਿਰ ਮੇਰੇ ਬੱਚਿਆਂ ਨੂੰ ਬਾਹਰ ਨੌਬਤ ਕੀ ਆਉਣੀ ਸੀ, ਫਿਰ ਮੇਰੇ ਬੱਚੇ ਇੱਥੋਂ ਹੀ ਨਾ ਜਾਂਦੇ। ਸੁਭਾਸ਼ ਸੈਗਲ ਦਾ ਕਹਿਣਾ ਕਿ ਉਹ ਵੀਜ਼ੇ ਦਾ ਕੰਮ ਨਹੀਂ ਕਰਦੇ। ਉਹਨਾਂ ਨਾਲ ਮੈਡਮ ਜੈਸਮੀਨ ਨਾਲ ਦੀ ਡੀਲਿੰਗ ਹੋਈ ਸੀ, ਪੂਜਾ ਅਰੋੜਾ ਨਾਲ, ਜਿਨ੍ਹਾਂ ਨੇ ਉਹਨਾਂ ਦੇ ਬੱਚੇ ਨੂੰ ਬਾਹਰ ਭੇਜਿਆ। ਫਿਰ ਜੇ ਸੁਭਾਸ਼ ਸੈਗਲ ਵੀਜ਼ੇ ਦਾ ਕੰਮ ਨਹੀਂ ਕਰਦਾ, ਫਿਰ ਉਹ ਮੇਰੇ ਆਫਿਸ ਕਿਉਂ ਆਇਆ 3 ਵਾਰੀ? ਮੈਨੂੰ ਉਹਨੇ ਕਿਉਂ ਕਿਹਾ ਕਿ ਤੁਸੀਂ ਉਹਨਾਂ ਨਾਲ ਮੇਰਾ ਟਾਈ ਅਪ ਕਰਾ ਦਿਓ? ਸੈਗਲ ਨੇ ਮੈਨੂੰ ਕਿਹਾ ਸੀ ਕਿ ਉਹਦਾ 80,000 ਰੁਪਏ ਲੱਗਣਾ ਵਾ, ਉਹਨੂੰ ਮੈਂ ਮੋਲ ਤੇ ਜੌਬ ਲਗਵਾਉਣਾ, +2 ਪੜ੍ਹੀ ਹੋਈ ਹੈ, ਤੇ ਆਪਣੀ ਭਤੀਜੀ ਨੂੰ ਵੀ ਭੇਜ ਦੇ, ਦੋਵਾਂ ਨੂੰ ਇਕੱਠੇ ਭੇਜ। ਜਾਂ ਅਰੋੜਾ ਖੁਦ ਮੰਨੀ ਹੈ ਵੀ ਹਾਂ ਮੈਂ 52,000 ਰੁਪਇਆ ਮੇਰੇ ਮੁੰਡੇ ਨੇ ਉੱਥੇ ਸੁਭਾਨ ਨੂੰ ਫੜਾਇਆ। ਉਹਦੇ ਵੀ ਸਾਡੇ ਕੋਲ ਕਈ ਪੁਖਤਾ ਪ੍ਰੂਫ ਹੈਗੇ ਆ। ਉਹਨਾਂ ਨੇ ਫਿਰ ਤੁਹਾਨੂੰ ਪੈਸੇ ਪਕੜਾ ਦੀ ਗੱਲ ਕੀਤੀ। ਦੇਖੋ ਉਹਦਾ ਝੂਠ ਮਾਰਦੇ ਪਏ। ਉਹ ਕਹਿੰਦੇ ਵੀ ਮੈਂ ਸੁਭਾਸ਼ ਸੈਗਲ ਦੀ ਵਾਈਫ ਨੂੰ 1,20,000 ਰੁਪਇਆ ਦੇ ਕੇ ਆਈ ਹਾਂ ਘਰ। ਜੇਕਰ ਉਹ ਮੇਰੀ ਵਾਈਫ ਨੂੰ 1,20,000 ਰੁਪਇਆ ਦੇ ਕੇ ਆਈ ਏ, ਉਹ ਕਮ ਸੇ ਕਮ ਮੇਰੀ ਵਾਈਫ ਨੂੰ ਪਹਿਲਾਂ ਫੋਨ ਕਰਦੀ। ਉਹਦੇ ਕੋਲ ਪ੍ਰੂਫ ਹੋਣਾ ਚਾਹੀਦਾ, ਮੇਰੀ ਵਾਈਫ ਦਾ ਉਹਦੇ ਕੋਲ ਨੰਬਰ ਹੋਣਾ ਚਾਹੀਦਾ। ਮੈਨੂੰ ਸੈਗਲ ਨੇ ਕਿਹਾ ਸੀ, ਮੈਂ ਜੈਸਮੀਨ ਨੂੰ ਤਾਂ ਜਾਣਦੀ ਨਹੀਂ, ਜੈਸਮੀਨ ਕੌਣ ਹੈ, ਜੈਸਮੀਨ ਨੂੰ ਤਾਂ ਮੈਨੂੰ ਵੀ ਨਹੀਂ ਪਤਾ ਹੀ ਕਿਉਂ ਕੌਣ ਹੈ। ਮੈਨੂੰ ਸੈਗਲ ਨੇ ਪਾਸਪੋਰਟ ਮੈਂ ਸੈਗਲ ਦੇ ਹੱਥ ਦਿੱਤਾ, ਸੈਗਲ ਨੇ ਕਿਹਾ ਜੈਸਮੀਨ ਮੈਡਮ ਨੂੰ ਫੜਾ ਦੇ, ਇਹ ਸਕੈਨ ਕਰ ਲਵੇ। ਨਹੀਂ, 48 ਦਿਨ ਵੇਖੋ ਹੋ ਗਏ, ਸਾਡਾ ਜਿਹੜਾ ਸਿਸਟਮ ਹੈ ਬੜਾ ਢਿੱਲਾ ਵੇ, ਕਿਉਂਕਿ ਇਹ ਲੋਕ ਜਿਹੜੇ ਠੱਗੀਆਂ ਠੋਰੀਆਂ ਮਾਰਦੇ ਨੇ, ਇਹੋ ਕਹਿੰਦੇ ਨੇ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਹੀਨਾ ਦਿੰਦੇ ਹਾਂ। ਤੇ ਹਰ ਚੀਜ਼ ਦਾ ਇੱਕ ਹੱਲ ਵੀ ਹੁੰਦਾ ਹੈ। ਇਹ ਤਰੀਕਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਕਿ ਇੰਨੀ ਹੱਦ ਤੱਕ ਚਲੇ ਜਾਓ ਕਿ ਤੁਸੀਂ ਉਹਨੂੰ ਲੋਕਾਂ ਨੂੰ ਆਫਰਾਂ ਕਰੋ ਕਿ ਤੁਸੀਂ ਜੀ ਸਾਡੇ ਕੋਲੋਂ ਪੈਸੇ ਲੈ ਲਓ, ਇਹ ਲੈ ਲਓ। ਇਹਨੂੰ ਪੁੱਛੋ ਕਿ ਜਦੋਂ ਵਿਸ਼ਾਲ ਚੱਲਿਆ ਸੀ 에ਅਰਪੋਰਟ ਤੇ ਮੈਂ ਵਿਸ਼ਾਲ ਨੂੰ ਪੈਸੇ ਦੇਣ ਗਈ ਸੀ, ਮੇਰੇ ਬੱਚਾ ਕੋਲ ਪੈਸੇ ਨਹੀਂ ਸੀ ਉੱਥੇ। 23 ਫਰਵਰੀ 2022 ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਸੁਭਾਸ਼ ਸੈਗਲ ਜਾਗਦਾ ਜਮੀਤ ਦੇ ਖਿਲਾਫ, ਜਿੱਥੇ ਕਿ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਕਿ ਇਹਨਾਂ ਥਰੂ ਬੱਚੇ ਵਿਦੇਸ਼ ਗਏ, ਉਹਨਾਂ ਨੂੰ ਨੌਕਰੀ ਤੇ ਨਹੀਂ ਰੱਖਿਆ ਗਿਆ, ਪੈਸੇ ਖਤਮ ਹੋਣ ਤੋਂ ਬਾਵਜੂਦ ਉਹ ਉੱਥੇ ਹੀ ਫਸੇ ਰਹੇ, ਭੁੱਖੇ ਹਾਲਾਤ ਦੇ ਵਿੱਚ ਭੀਖ ਮੰਗ ਕੇ ਗੁਜ਼ਾਰਾ ਕੀਤਾ। ਉਹਨਾਂ ਦੇ ਮਾਪਿਓ ਦੇ ਪ੍ਰਯਾਸ ਨਾਲ ਵਾਪਸ ਇੰਡੀਆ ਵਾਪਸ ਪਰਤੇ। ਪਰ ਸੁਭਾਸ਼ ਸੈਗਲ ਇਹਨਾਂ ਨੂੰ ਇਹ ਪ੍ਰੈਸ ਕਾਨਫਰੰਸ ਕਰਨ ਦੇ ਲਈ 48 ਘੰਟੇ ਨਹੀਂ 48 ਦਿਨ ਲੱਗ ਗਏ। 48 ਦਿਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਸੀਂ ਕਿ ਤੁਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਤੋਂ ਪਹਿਲਾਂ ਤੁਸੀਂ ਆਪਣੀ ਵਰਜਨ ਦਿੱਤਾ ਮੀਡੀਆ ਨੂੰ, ਪ੍ਰੂਫ ਦੇਣ ਦੇ ਵਿੱਚ ਇੰਨੀ ਦੇਰੀ ਕਿਉਂ? ਦੁਬਈ ਤੋਂ ਪ੍ਰੂਫ ਇਕੱਠੇ ਕਰਨੇ ਸੀ, ਇਹਦੇ ਵਿੱਚ ਕਈ ਮੁਸ਼ਕਲਾਂ ਸੀ, ਕਈ ਲੋਕ ਲੱਗੇ ਹੋਏ ਸੀ ਵੀ ਮੇਰੇ ਤੇ ਝੂਠਾ ਪਰਚਾ ਹੋਵੇ, ਕਿਉਂਕਿ ਮੈਂ ਸਮਾਜ ਜਿਹੜੇ ਵਿਰੋਧੀ ਅੰਸਰ ਹੈ ਉਹਨਾਂ ਨੂੰ ਮੈਂ ਨਕੇਲ ਪਾਉਣ 'ਚ ਕੋਈ ਕਸਰ ਨਹੀਂ ਛੱਡਦਾ। ਕਈ ਜਗ੍ਹਾ ਤੇ ਮੈਂ ਮੁੱਦੇ ਜਿਹੜੇ ਹਾਈ ਕੋਰਟ 'ਚ ਲਗਿਆ ਵਾਂ, ਜਿਹੜੀਆਂ ਕੋਈ ਮਤਲਬ ਸ਼ਾਮਲਾਟ ਜ਼ਮੀਨਾਂ ਹੈ ਜਾਂ ਕੋਈ ਇੰਪਰੂਵਮੈਂਟ ਟਰਸਟ ਦੇ ਮੁੱਦੇ ਨੇ। ਇਸ ਕਰਕੇ ਕਾਫੀ ਵੱਡਾ ਸਕੈਂਡਲ ਸੀ, ਛੱਡਯੰਤਰ ਰਚ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਕਿਹਨਾਂ ਵੱਲੋਂ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ? ਇਹ ਕੁਝ ਮੁੱਠੀਵਰ ਲੋਕ ਨੇ ਜਿਨ੍ਹਾਂ ਦੇ ਖਿਲਾਫ ਮੈਂ ਆਵਾਜ਼ ਬੁਲੰਦ ਕਰਦਾ ਵਾਂ, ਉਹਨਾਂ ਦੇ ਸਬੂਤ ਮੈਂ ਮੌਕੇ ਸਿਰ ਦਾਂਗਾ। ਮੈਂ ਕਿਸੇ ਦਾ ਨਾਂ ਲੈ ਕੇ ਜਿਹੜੀ ਮੇਰੀ ਕਾਨੂੰਨੀ ਕਾਰਵਾਈ ਹੈ ਉਹਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦਾ। ਪ੍ਰੈਸ ਕਾਨਫਰੰਸ ਤੇ ਪੂਜਾ ਅਰੋੜਾ ਨੇ ਕੀਤੀ ਸੀ, ਜਿਨ੍ਹਾਂ ਦੇ 2 ਬੱਚੇ ਫਸੇ ਹੋਏ ਦੁਬਈ, ਜਿਨ੍ਹਾਂ ਨੂੰ ਵਾਪਸ ਲਿਆਇਆ ਗਿਆ ਇੰਡੀਆ। ਪੂਜਾ ਅਰੋੜਾ ਮੋਹਰਾ ਸੀ, ਪੂਜਾ ਅਰੋੜਾ ਕਠਪੁਤਲੀ ਸੀ, ਉਹਨੂੰ ਯੂਜ਼ ਕੀਤਾ ਜਾ ਰਿਹਾ ਸੀ। ਪੂਜਾ ਅਰੋੜਾ ਸਪਾਈਸੀ ਹਾਰਟ ਦੇ ਥੱਲੇ ਬੈਠੀ ਸੀ ਆਪਣੇ 5-7 ਸਾਥੀਆਂ ਨਾਲ, ਤੇ ਸਪਾਈਸੀ ਹਾਰਟ ਦਾ ਦਫ਼ਤਰ ਉੱਪਰ ਜਿੱਥੇ ਛੱਡਯੰਤਰ ਰਚਿਆ ਜਾ ਰਿਹਾ ਸੀ, ਕੁਝ ਕੌਂਸਲ ਬੈਠੇ ਸੀ, ਕੁਝ ਉਹਨਾਂ ਦੇ ਚਹੇਤੇ ਬੈਠੇ ਸੀ, ਜਿਹੜੇ ਉੱਥੋਂ ਥੱਲੇ ਪੂਜਾ ਅਰੋੜਾ ਨੂੰ ਨਿਰਦੇਸ਼ ਦੇ ਰਹੇ ਸੀ ਵੀ ਇਹ ਬਿਆਨ ਦੇ ਪੂਜਾ ਅਰੋੜਾ ਦੇ ਬੇਟੇ ਨੂੰ ਦੇ ਰਹੇ ਸੀ, ਜਿੰਦੇ ਵਿੱਚ ਪੂਜਾ ਅਰੋੜਾ ਆਪ ਹੀ ਕਈ ਗਲਤੀਆਂ ਕਰ ਗਈ ਵੀ ਉਹਨੇ ਕੁਝ ਬਿਆਨ ਦੇਤੇ ਤੇ ਉਹਦੇ ਸਾਹਮਣੇ ਆ ਤੁਹਾਡੇ। ਪੂਜਾ ਅਰੋੜਾ ਨੇ ਐਲੀਗੇਸ਼ਨ ਲਾਇਆ ਵੀ ਦੁਬਈ ਵਿੱਚ ਉਹਦੇ ਮੁੰਡੇ ਭੀਖ ਮੰਗਦੇ ਰਹੇ, ਜੋ ਕਿ ਬਿਲਕੁਲ ਬੇਬੁਨਿਆਦ ਹੈ, ਬਿਲਕੁਲ ਸਰਾਸਰ ਝੂਠ ਹੈ, ਝੂਠ ਤੇ ਆਧਾਰਿਤ ਹੈ। ਉਹਦਾ ਮੈਂ ਸਬੂਤ ਤੁਹਾਨੂੰ ਦੇਣਾ ਵਾਂ ਵੀ 17 ਦਸੰਬਰ ਨੂੰ ਪੂਜਾ ਅਰੋੜਾ ਦਾ ਜਿਹੜਾ ਲੜਕਾ ਹੈ ਉਹ ਮੈਡਮ ਜਸਬੀਨ ਰਾਹੀਂ ਦੁਬਈ ਪਹੁੰਚਿਆ।
ਟੂਰਿਸਟ ਵੀਜ਼ੇ ਤੇ ਪਹੁੰਚਿਆ। ਇਹ ਗੱਲ ਦਾ ਇਸਤਕਬਾਲ ਪੂਜਾ ਅਰੋੜਾ ਆਪ ਤੁਹਾਡੀ ਵੀ ਲਾਈਵ ਭਾਰਤ ਦੇ ਚੈਨਲ ਤੇ ਕਰਦੀ ਪਈ ਹੈ। 20 ਦਸੰਬਰ ਨੂੰ ਪੂਜਾ ਅਰੋੜਾ ਦਾ ਮੁੰਡਾ ਇੱਕ ਪਾਰਕ ਵਿੱਚ ਇੱਕ ਲੜਕੀ ਨਾਲ, ਮਤਲਬ ਐਡੇ ਮਹਿੰਗੇ ਪਾਰਕ ਵਿੱਚ ਇਹ ਲੜਕੀ ਨਾਲ ਬੈਠਾ ਹੈ। ਇਹ ਤੁਸੀਂ ਲੋ ਵੀ 17 ਨੂੰ ਗਿਆ ਹੈ, 22 ਤੋਂ ਹੀ ਉਹ ਆਪਣੀ ਐਸ਼ਪਸਤੀ ਸ਼ੁਰੂ ਹੋ ਗਿਆ ਹੈ। 22 ਤੋਂ ਬਾਅਦ 27 ਨੂੰ ਵੀ ਕਿੱਥੇ ਘੁੰਮ ਰਿਹਾ ਹੈ, ਦੁਬਈ ਦੇ। ਇੱਕ ਘੁੰਮਣ ਗਿਆ ਸੀ, ਟੂਰਿਸਟ ਵੀਜ਼ੇ ਤੇ ਗਿਆ ਤੇ ਕਿਹੜੇ ਦਿਨ ਨਹੀਂ ਘੁੰਮਿਆ। ਇਹ ਭੀਖ ਮੰਗਣ ਵਾਲਾ ਹੈ। ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਸੀ ਜਿਹਦੇ ਕਿ ਮੁੰਡਾ ਸੜਕ ਤੇ ਬੈਠਾ ਹੋਇਆ ਸੀ, ਪਾਰਕਿੰਗ ਦੇ ਵਿੱਚ ਸੁੱਤਾ ਹੋਇਆ ਸੀ। ਉਹ ਵੀਡੀਓ ਸੰਯੋਜਿਤ ਛਿੜੰਤਰ ਦੇ ਤਹਿਤ ਬਣਾਈ ਗਈ ਸੀ। ਉਸ ਮੁੰਡੇ ਦੀਆਂ 20 ਤੱਕ ਦੀਆਂ ਮੇਰੇ ਕੋਲ ਰਿਕਾਰਡਿੰਗਸ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਆਪ ਮੁਹੱਈਆ ਕਰਾਵਾਂਗਾ। ਇੱਕੋ ਦਮ 21 ਨੂੰ ਕਿਹੜੀ ਐਡੀ ਨੌਬਤ ਆ ਗਈ ਵੀ ਉਹਨੂੰ ਭੀਖ ਮੰਗਣ ਦੀ ਨੌਬਤ ਆ ਗਈ। ਇਹ ਵੀ ਫੋਟੋਆਂ ਪ੍ਰੂਫ ਹੈ, ਉਹਨੇ ਆਪਣੀ ਇੰਸਟਾਗ੍ਰਾਮ ਆਈਡੀ ਤੇ ਪਾਈਆਂ, ਆਪਣੀ ਆਫੀਸ਼ੀਅਲ ਆਈਡੀ ਤੇ। ਮੇਰੀ ਆਈਡੀ ਤੇ ਤਾਂ ਪਈਆਂ ਨਹੀਂ। ਇਹ ਜੇ ਦੁਬਈ ਉੱਥੇ ਕੰਮ ਕਰਨ ਗਿਆ ਸੀ ਕਿ ਘੁੰਮਣ ਗਿਆ ਸੀ, ਉਹ ਦਰਸਾਉਂਦੀਆਂ ਪਈਆਂ ਵੀ। ਇੱਕ ਨੰਬਰ 2 ਤੇ ਮੈਂ ਕੋਈ ਦੁਬਈ ਦਾ ਕਾਰੋਬਾਰ ਨਹੀਂ ਕਰਦਾ, ਨਾ ਮੈਂ ਕੋਈ ਕਿਸੇ ਨੂੰ ਦੁਬਈ ਭੇਜਦਾ ਵਾਂ। ਉਹਦੇ ਕੋਲ ਕੁਝ ਰਿਕਾਰਡਿੰਗਾਂ ਹੈਗੀਆਂ ਪੂਜਾ ਅਰੋੜਾ ਕੋਲ, ਉਹਦੇ 'ਚ ਮੈਂ ਉਹਦੀ ਹੈਲਪ ਕਰ ਰਿਹਾ ਸਾਂ। ਮੈਂ ਐਨਜੀਓ ਦਾ ਮੁੱਖ ਸੇਵਾਦਾਰ ਹਾਂ, ਜਾਗਦਾ ਮੀਰ ਐਨਜੀਓ ਦਾ। ਜਾਗਦਾ ਮੀਰ ਐਨਜੀਓ ਦੀ ਪੂਜਾ 2 ਸਾਲ ਤੋਂ ਸਰਗਰਮ ਮੈਂਬਰ ਹੈ, ਵਰਕਰ। ਉਹਨਾਂ ਦਾ ਕਹਿਣਾ ਹੈ ਕਿ ਉਹ ਤੁਹਾਨੂੰ 2 ਜਾਂ 3 ਮਹੀਨੇ ਤੋਂ ਜਾਣਦੇ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵੀਜ਼ਿਆਂ ਦੇ ਤੁਹਾਡੇ ਨਾਲ ਮੇਲ ਮਿਲਾਪ ਹੋਇਆ ਤੇ ਵੀਜ਼ੇ ਆਪਣੇ ਬੱਚਿਆਂ ਦੇ ਤੁਹਾਡੇ ਹੱਥ ਸੌਂਪੇ। ਪੂਜਾ ਅਰੋੜਾ ਮੈਨੂੰ 15 ਸਾਲ ਤੋਂ ਜਾਣਦੀ ਏ। 2 ਸਾਲ ਤੋਂ ਲਗਾਤਾਰ ਉਹ ਐਨਜੀਓ ਦੀ ਮੈਂਬਰ ਬਤੌਰ ਸਰਗਰਮ ਹੈ। ਉਹਦੀਆਂ ਐਕਟੀਵਿਟੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਆ। ਸਭ ਤੋਂ ਪਹਿਲਾਂ ਦਾ ਵੱਡਾ ਝੂਠ ਇੱਥੇ ਹੀ ਫੜਿਆ ਜਾਂਦਾ ਹੈ। ਉਹਨੇ 4 ਸਤੰਬਰ ਨੂੰ ਧਰਨੇ ਤੇ ਵੀ, ਉਰਵਸ਼ੀ ਦੇ ਜਿਹੜੇ ਧਰਨੇ ਸੀ ਡੀਸੀ ਦੇ ਦਫ਼ਤਰ ਬੈਠੀ, ਉੱਥੇ ਵੀ ਉਹਦੀ ਵੀਡੀਓ ਹੈਗੀ ਏ। ਉਸ ਤੋਂ ਪਹਿਲਾਂ ਵੀ ਕਈ ਪ੍ਰੋਗਰਾਮ ਜਿਹੜੇ ਐਨਜੀਓ ਦੇ ਹੋਏ ਆ, ਪੂਜਾ ਉੱਥੇ ਸ਼ਾਮਲ ਹੋਈ ਹੈ। ਉਹਦੀਆਂ ਵੀਡੀਓਜ਼ ਬਕਾਇਦਾ ਸੋਸ਼ਲ ਮੀਡੀਆ ਤੇ ਅਪਲੋਡ ਨੇ। ਜਿਹੜੀ ਸ਼ੁਰੂਆਤ ਹੀ ਝੂਠ ਤੇ ਕਰ ਰਹੀ ਹੈ ਵੀ ਮੈਂ 2 ਮਹੀਨੇ ਜਾਣਦੀ ਹਾਂ। ਬਾਕੀ ਉੱਥੋਂ ਆਪੇ ਸਮਝ ਆ ਜਾਂਦੀ ਵੀ ਜਦੋਂ ਬੰਦਾ ਝੂਠ ਬੋਲਦਾ ਹੋਵੇ ਤੇ ਇੱਕ ਝੂਠ ਨੂੰ ਛੁਪਾਉਣ ਵਾਸਤੇ ਕਈ ਝੂਠ ਬੋਲਣੇ ਪੈਂਦੇ ਆ। ਉਹਨਾਂ ਦਾ ਮੇਨ ਇਲਜ਼ਾਮ ਹੀ ਤੁਹਾਡੇ ਤੇ ਇਹੀ ਲਗਾਇਆ ਗਿਆ ਸੀ ਕਿ ਉਹਨਾਂ ਦੇ ਬੱਚੇ ਵਿਦੇਸ਼ ਭੇਜੇ ਗਏ, ਉਹਨਾਂ ਨੂੰ ਨੌਕਰੀ ਨਹੀਂ ਲੱਗੀ। ਨੌਕਰੀ ਨਾ ਲੱਗਣ ਤੋਂ ਬਾਅਦ ਉਹਨਾਂ ਦਾ ਜਿਸ ਤਰ੍ਹਾਂ ਕਿ ਕੰਟਰੈਕਟ ਜਿੱਥੇ ਰਹਿੰਦੇ ਪਏ ਸੀ, ਖਾਣਾ ਪੀਣਾ ਵੀ ਬੰਦ ਕਰ ਦਿੱਤਾ ਗਿਆ, ਪਾਣੀ ਵੀ ਬੰਦ ਕੀਤਾ ਗਿਆ। ਬੱਚੇ ਬਿਨਾਂ ਨਹਾਏ, ਬਿਨਾਂ ਖਾਣਾ ਪਾਣੀ ਦੇ ਰਹਿੰਦੇ ਰਹੇ। ਉਹ ਇੱਥੋਂ ਪੈਸੇ ਭੇਜਦੇ ਸੀ ਤਾਂ ਉਹਨਾਂ ਨੂੰ ਖਾਣਾ ਮਿਲਦਾ ਸੀ। ਬਿਲਕੁਲ ਝੂਠ ਹੈ। ਮੇਰੀ ਐਨਜੀਓ 'ਚ ਪੂਜਾ ਵੀ ਮੈਂਬਰ ਸੀ, ਜੈਸਮੀਨ ਮੈਡਮ ਸੀ ਮੈਂਬਰ ਸੀ। 4 ਸਤੰਬਰ 2021 ਨੂੰ ਇਹਨਾਂ ਦਾ ਮੇਲ ਹੋਇਆ ਸੀ ਡੀਸੀ ਦੇ ਦਫ਼ਤਰ ਬਾਹਰ ਧਰਨਾ ਲਾਇਆ ਸੀ। ਜਦੋਂ ਉੱਥੇ ਪੂਜਾ ਅਰੋੜਾ ਨੇ ਆਪਣੇ ਬੱਚਿਆਂ ਦਾ ਅੱਗੇ ਗੱਲ ਕੀਤੀ ਜੈਸਮੀਨ ਮੈਡਮ ਨਾਲ ਵੀ ਮੇਰੇ ਬੱਚੇ ਬੜੇ ਮਤਲਬ ਇੱਥੇ ਸ਼ਰਾਰਤਾਂ ਕਰਦੇ ਆ, ਮੇਰਾ ਮੁੰਡਾ ਇੱਥੇ ਲੜਾਈਆਂ ਝਗੜਾ ਕਰਦਾ ਰਹਿੰਦਾ, ਉਹਦੇ ਤੇ ਪਰਚੇ ਹੋਣ ਦੀ ਖਦਸ਼ਾ ਹੈ, ਇਸ ਕਰਕੇ ਉਹਨੂੰ ਮੈਂ ਬਾਹਰ ਭੇਜਣਾ ਚਾਹੁੰਦੀ ਹਾਂ। ਉਹਨੇ ਜੈਸਮੀਨ ਮੈਡਮ ਨੇ ਕਿਹਾ ਵੀ ਮੈਂ ਮਤਲਬ ਇਹਨੂੰ ਟੂਰਿਸਟ ਵੀਜ਼ੇ ਤੇ ਭੇਜ ਸਕਦੀ ਹਾਂ। ਮੇਰੇ ਦਫ਼ਤਰ ਸਾਹਮਣੇ ਜਿਹੜਾ ਹੈਗਾ ਐਨਜੀਓ ਦਾ ਦਫ਼ਤਰ ਹੈ ਜਾਗਦਾ ਮੀਰ ਦਾ, ਉੱਥੇ ਗੱਲ ਹੋਈ। ਪੂਜਾ ਅਰੋੜਾ ਸੀ, ਪੂਜਾ ਅਰੋੜਾ ਦੇ ਹਸਬੈਂਡ ਸੀ ਤੇ ਰਿਤਿਕ ਸੀ। ਇਹਨਾਂ ਨੇ ਜੋ ਗੱਲਬਾਤ ਕੀਤੀ, ਇਹਨਾਂ ਦੀ ਪੇਮੈਂਟ ਤੈਅ ਹੋਈ। ਮੈਂ ਚਲੋ ਫੋਨ ਕਰਦਾ ਰਿਹਾ ਵੀ ਚਲੋ ਉਹਨੂੰ ਪੈਸੇ ਦਿਓ, ਜੋ ਵੀ ਉਹਦੇ ਬਣਦੇ ਆ, ਜੋ ਵੀਜ਼ਾ ਲਵਾਉਣਾ ਉਹਦੇ ਦਵੋ। ਵੀਜ਼ੇ ਦੇ ਪੈਸੇ, ਵੀਜ਼ਾ ਲਵਾਇਆ ਜੈਸਮੀਨ ਮੈਡਮ ਨੇ। ਟੂਰਿਸਟ ਓਰੀਜਨਲ ਵੀਜ਼ਾ ਸੀ। ਟਿਕਟ ਜੈਸਮੀਨ ਮੈਡਮ ਨੇ ਬੁੱਕ ਕਰਾਈ, ਓਰੀਜਨਲ ਟਿਕਟ ਸੀ। ਉਸ ਤੋਂ ਬਾਅਦ ਜੈਸਮੀਨ ਮੈਡਮ ਨੇ ਉਹਨੂੰ ਇੱਕ ਏਜੰਟ ਸੁਭਾਨ ਦਾ ਨੰਬਰ ਦਿੱਤਾ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲੈਣਾ, ਮੈਂ ਤਾਂ ਵੀਜ਼ਾ ਲਵਾ ਸਕਦੀ ਹੈ, ਉਹ ਤੁਹਾਨੂੰ ਉੱਥੇ ਨੌਕਰੀ ਦਵਾ ਦੇਗਾ। ਔਰ ਪੂਜਾ ਅਰੋੜਾ ਖੁਦ ਮੰਨੀ ਹੈ ਵੀ ਹਾਂ ਮੈਂ 52,000 ਰੁਪਇਆ ਮੇਰੇ ਮੁੰਡੇ ਨੇ ਉੱਥੇ ਸੁਭਾਨ ਨੂੰ ਫੜਾਇਆ। ਉਹਦੇ ਵੀ ਸਾਡੇ ਕੋਲ ਕਈ ਪੁਖਤਾ ਪ੍ਰੂਫ ਹੈਗੇ ਆ। ਉਹਨਾਂ ਨੇ ਤੇ ਤੁਹਾਨੂੰ ਪੈਸੇ ਪਕੜਾਉਣ ਦੀ ਗੱਲ ਕੀਤੀ ਸੀ। ਵੇਖੋ ਉਹਦਾ ਝੂਠ ਮਾਰਦੇ ਪਏ। ਉਹ ਕਹਿੰਦੇ ਵੀ ਮੈਂ ਸੁਭਾਸ਼ ਸਹਿਗਲ ਦੀ ਵਾਈਫ ਨੂੰ 1,20,000 ਰੁਪਇਆ ਦੇ ਕੇ ਆਈ ਆ ਘਰ। ਜੇਕਰ ਉਹ ਮੇਰੀ ਵਾਈਫ ਨੂੰ 1,20,000 ਰੁਪਇਆ ਦੇ ਕੇ ਆਈ ਏ, ਉਹ ਕਮ ਸੇ ਕਮ ਮੇਰੀ ਵਾਈਫ ਨੂੰ ਪਹਿਲਾਂ ਫੋਨ ਕਰਦੀ। ਉਹਦੇ ਕੋਲ ਕੋਈ ਪ੍ਰੂਫ ਹੋਣਾ ਚਾਹੀਦਾ, ਮੇਰੀ ਵਾਈਫ ਦਾ ਉਹਦੇ ਕੋਲ ਨੰਬਰ ਹੋਣਾ ਚਾਹੀਦਾ। ਨੰਬਰ 2 ਤੇ ਉਹ ਮੈਨੂੰ ਫੋਨ ਕਰਦੀ ਵੀ ਮੈਂ ਤੁਹਾਡੇ ਘਰ ਜਾ ਰਹੀ ਹਾਂ ਤੁਹਾਡੀ ਵਾਈਫ ਨੂੰ ਪੈਸੇ ਦੇਣ। ਨੰਬਰ 3 ਉਹਦੀ ਜਿਹੜੇ ਦਿਨ ਉਹ ਕਹਿੰਦੀ ਹੈ ਨਾ ਵੀ ਮੈਂ ਸੁਭਾਸ਼ ਸਹਿਗਲ ਦੇ ਘਰ ਉਹਦੀ ਵਾਈਫ ਨੂੰ ਪੈਸੇ ਫੜਾ ਕੇ ਆਈ ਹਾਂ, ਉਸ ਦਿਨ ਦੀ ਉਹਦੀ ਮੋਬਾਈਲ ਲੋਕੇਸ਼ਨ ਕਢਾ ਲਓ ਵੀ ਉਹ ਕੀ ਮੇਰੇ ਘਰ ਦੇ ਲਾਗੇ ਵੀ ਗਈ ਹੈ। ਉਹ ਮੇਰੇ ਘਰ, ਮੇਰੀ ਕਲੋਨੀ ਦੇ ਲਾਗੇ ਵੀ ਨਹੀਂ ਗਈ। ਲੋਕੇਸ਼ਨ ਤਾਂ ਸੱਚ ਬੋਲ ਦੇਗੀ ਨਾ। ਪੂਜਾ ਅਰੋੜਾ ਦਾ ਮੋਬਾਈਲ ਤਾਂ ਉਹਦੇ ਕੋਲ ਹੋਏਗਾ ਨਾ, ਜਾਂ ਕਰ ਉਹਨੇ ਕਿਸੇ ਸਾਹਮਣੇ ਪੈਸੇ ਦਿੱਤੇ ਹੋਣਗੇ, ਕੋਈ ਇੱਕ ਪ੍ਰੂਫ ਹੋਏਗਾ। ਉਸ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਵੀ ਪ੍ਰੂਫ ਹੈਗਾ ਵੀ ਪੂਜਾ ਅਰੋੜਾ ਮੇਰੇ ਘਰ ਕਦੀ ਗਈ ਨਹੀਂ। ਦੂਸਰਾ ਉਹਨਾਂ ਨੇ ਆਪਣੀ ਟ੍ਰਾਂਜੈਕਸ਼ਨ ਵੀ ਦਿਖਾਈ ਗੂਗਲ ਪੇ ਥਰੂ। ਉਹ ਬੱਚੇ ਨੂੰ ਪੈਸੇ ਭੇਜਦੇ ਰਹੇ ਉੱਥੇ ਦੁਬਈ ਦੇ ਵਿੱਚ ਖਾਣ ਪੀਣ ਦੇ ਲਈ। ਉਹਨਾਂ ਦਾ ਕਹਿਣਾ ਕਿ ਸਾਡੇ ਬੱਚੇ ਭੁੱਖੇ ਰਹਿ ਗਏ ਉੱਥੇ, ਅਸੀਂ ਪੈਸੇ ਨਾ ਭੇਜਦੇ ਤੇ ਬੱਚੇ ਮਰ ਜਾਣੇ ਸੀ। ਜੈਸਮੀਨ ਮੈਡਮ ਕੋਲ 50 ਪ੍ਰੂਫ ਹੈਗੇ ਆ ਵੀ ਉਹਨਾਂ ਦੇ ਮੁੰਡਿਆਂ ਨੂੰ ਰਹਿਣ ਦੀ ਜਗ੍ਹਾ ਸਾਰੀ ਜੈਸਮੀਨ ਮੈਡਮ ਨੇ ਪ੍ਰੋਵਾਈਡ ਕਰਾਈ ਸੀ। ਖਾਣ ਪੀਣ ਦੀ ਸਾਰੀ ਫੈਸਿਲਿਟੀ ਜੈਸਮੀਨ ਮੈਡਮ ਨੇ ਪ੍ਰੋਵਾਈਡ ਕਰਾਈ ਸੀ। ਤੇ ਨੌਕਰੀ ਕਿਉਂ ਨਹੀਂ ਲਵਾਈ ਗਈ? ਵੇਖੋ ਨੌਕਰੀ ਜੈਸਮੀਨ ਮੈਡਮ ਦੱਸੇਗੀ। ਜੈਸਮੀਨ ਮੈਡਮ ਨੂੰ ਨੌਕਰੀ ਲਵਾਈ ਹੈ, ਉਹਨੇ ਆਪ ਨੌਕਰੀ ਛੱਡੀ ਹੈ। ਵੀਜ਼ੇ ਦੀ ਐਪਲੀਕੇਸ਼ਨ ਜੈਸਮੀਨ ਮੈਡਮ ਨੇ ਫਾਈਲ ਕੀਤੀ ਸੀ ਜਾਂ ਤੁਸੀਂ ਕੀਤੀ ਸੀ? ਜੈਸਮੀਨ ਮੈਡਮ ਨੇ ਫਾਈਲ ਕੀਤੀ ਸੀ। ਮੈਨੂੰ ਤਾਂ ਇਹਦੀ ਨੌਲੇਜ ਹੀ ਨਹੀਂ ਹੈਗੀ ਵੀਜ਼ਾ ਫਾਈਲ ਕਿਵੇਂ ਕਰੀਦਾ। ਮੈਨੂੰ ਇਸ ਬਾਰੇ
ABC ਬਿਲਕੁਲ ਨਹੀਂ ਆਉਂਦੀ। ਤੇ ਜਿਸ ਤਰ੍ਹਾਂ ਕਿ ਸੁਭਾਸ਼ ਸਹਿਗਲ ਉਹਨਾਂ ਦਾ ਕਹਿਣਾ ਹੈ ਕਿ ਉਹ ਵੀਜ਼ੇ ਦੇ ਕੇਸ ਦੇ ਵਿੱਚ ਜਿਸ ਤਰ੍ਹਾਂ ਪੂਜਾ ਅਰੋੜਾ ਨੇ ਉਹਨਾਂ ਤੇ ਇਲਜ਼ਾਮ ਲਗਾਏ ਹੈ ਤੇ ਇਸ ਵੇਲੇ ਸਾਡੇ ਨਾਲ ਜਾਗਦਾ ਜਮੀਰ ਦੇ NGO ਦੇ ਮੈਂਬਰ ਵੀ ਮੌਜੂਦ ਹਨ ਜਿਨ੍ਹਾਂ ਦਾ ਨਾਮ ਜੈਸਮੀਨ ਹੈ। ਤੇ ਜੈਸਮੀਨ ਮੈਮ, ਤੁਹਾਡਾ ਸਭ ਤੋਂ ਪਹਿਲਾਂ ਬਿਜ਼ਨਸ ਕਿਸ ਚੀਜ਼ ਦਾ ਹੈ? ਸਰ ਮੇਰਾ ਬਿਜ਼ਨਸ, ਮੈਂ NGO ਦੇ ਮੈਂਬਰ ਹਾਂ ਔਰ ਪਹਿਲੇ ਮੇਰਾ ਆਫਿਸ ਹੁੰਦਾ ਸੀ ਇਮੀਗ੍ਰੇਸ਼ਨ ਦਾ, ਅੱਜ ਤੋਂ 4 ਸਾਲ ਪਹਿਲੇ। ਤੇ ਇਸ ਬਾਰੇ ਮੈਨੂੰ ਮਤਲਬ ਕਾਫੀ ਨੌਲੇਜ ਹੈਗੀ ਹੈ। ਤੇ ਜਿਵੇਂ ਮੇਰੇ ਕਈ ਨੌਨ ਹੁੰਦੇ ਨੇ ਤੇ ਉਹਨਾਂ ਨੂੰ ਮੈਂ ਗਾਈਡ ਕਰ ਦਿੰਦੀ ਹਾਂ। ਮਤਲਬ ਮੇਰਾ ਹੁਣ ਕੋਈ ਆਫਿਸ ਨਹੀਂ ਹੈ, ਮੈਂ ਕੰਮ ਕਰਦੀ ਨਹੀਂ ਹਾਂ। ਵੈਸੇ ਮੇਰੇ ਨੌਨ ਨੂੰ ਪਤਾ ਕਿ ਜਿਵੇਂ ਮੰਨ ਲਓ ਜਾਣ ਪਹਿਚਾਣ ਹੁੰਦੀ ਹੈ, ਬੰਦਾ ਕਹਿ ਹੀ ਦਿੰਦਾ ਨਾ ਕਿ ਤੁਸੀਂ ਕਰਵਾ ਦਿਓ ਇਹ ਕੰਮ ਜਾਂ ਕੋ ਸਾਨੂੰ ਰੈਫਰੈਂਸ ਦੇ ਦਿਓ, ਤੇ ਮੈਂ ਇਸ ਤਰ੍ਹਾਂ ਰੈਫਰੈਂਸ ਤੇ ਉਹਨਾਂ ਦਾ ਕੰਮ ਕਰਵਾ ਦਿੰਦੀ ਹਾਂ। ਤੁਸੀਂ ਚੀਜ਼ ਪੂਜਾ ਅਰੋੜਾ ਦੇ ਜਿਹੜੇ ਦੋਨੋਂ ਬੱਚਿਆਂ ਦਾ, ਉਹਨਾਂ ਦਾ ਵੀਜ਼ਾ ਤੁਸੀਂ ਕਦੋਂ ਲਗਾਇਆ ਸੀ ਦੁਬਈ ਦਾ? ਸਰ ਇਹਨਾਂ ਦੇ ਵੀਜ਼ੇ ਲੱਗੇ ਸੀ ਦਸੰਬਰ ਦੇ ਵਿੱਚ, ਠੀਕ ਹੈ। ਤੇ ਇੱਕ ਦੀ ਫਲਾਈਟ ਆਪਾਂ ਕਰਾਈ ਸੀਗੀ 18 ਦਸੰਬਰ ਨੂੰ ਰਿਤਿਕ ਦੀ, ਔਰ 24 ਤਰੀਕ ਨੂੰ ਫਲਾਈਟ ਕਰਵਾਈ ਸੀ ਸਾਹਿਲ ਦੀ। ਦੋਨੋਂ ਬੱਚੇ ਵਿਦਿਨ ਵੀਕ ਤੁਸੀਂ ਉਹਨਾਂ ਦੇ ਦੁਬਈ ਭੇਜੇ, ਦੋਨਾਂ ਨੂੰ ਨੌਕਰੀ ਲਗਵਾਈ? ਸਰ ਨੌਕਰੀ ਅਸੀਂ ਇਹਨਾਂ ਦੀ ਇੰਟਰਵਿਊ ਕਰਵਾਈ। ਜਦੋਂ ਆਪਾਂ ਇਹਨਾਂ ਦੀ ਇੰਟਰਵਿਊ ਕਰਵਾਉਂਦੇ ਸੀ, ਇਹਨਾਂ ਨੂੰ ਕਦੀ ਉਹ ਕੰਮ ਨਹੀਂ ਸੀ ਪਸੰਦ ਆਉਂਦਾ, ਕਦੀ ਉਹਨਾਂ ਨੂੰ ਉਹ ਕੰਮ ਪਸੰਦ ਨਹੀਂ ਸੀ ਆਉਂਦਾ, ਠੀਕ ਹੈ। ਇੰਟਰਵਿਊ ਆਪਾਂ ਇਹਨਾਂ ਦੀ ਕਰਵਾਈ, ਇੰਟਰਵਿਊ ਇਹਨਾਂ ਦੀ ਸਿਲੈਕਟ ਵੀ ਹੋ ਗਈ। ਤੇ ਇਹਨਾਂ ਨੇ ਰਾਤੀ ਉੱਥੇ ਡਰਿੰਕ ਕਰਕੇ, ਲੜਾਈ ਕਰਕੇ ਆਪਣਾ ਪਾਸਪੋਰਟ ਵਾਪਸ ਲੈ ਲਿਆ ਕਿ ਤੇ ਸਿਰਫ 100 ਰੁਪਇਆ ਇੱਕ ਸੈਲਰੀ ਜਿਹੜੀ ਆ ਉਹ ਘੱਟ ਹੈ। ਔਰ ਇਹ ਉਹਨਾਂ ਦੀ ਜੋ ਉਹਨਾਂ ਨੇ ਮੇਰੇ ਨਾਲ ਚੈਟ ਕੀਤੀ ਹੈ, ਸਕਰੀਨਸ਼ਾਟਸ ਵੀ ਹੈਗੇ ਨੇ ਕਿ ਮੇਰਾ ਮਨ ਨਹੀਂ ਸੀ ਕਰ ਰਿਹਾ। ਮਨ ਨਹੀਂ ਸੀ ਕਰ ਰਿਹਾ? ਦੋਨੋਂ ਬੱਚਿਆਂ ਦੀ ਇੰਟਰਵਿਊ ਕਰਵਾਈ ਸੀ ਤੁਸੀਂ? ਸਰ ਛੋਟਾ ਕਿ ਬਹੁਤ ਅੰਡਰ ਏਜ ਸੀਗਾ, ਨਾਲੇ ਉਹ ਉੱਥੇ ਜਿਸ ਦਿਨ ਗਿਆ ਸੀਗਾ ਉਸ ਤੋਂ ਨੈਕਸਟ ਡੇ ਹੀ ਉਹਨੇ 2-3 ਦਿਨ ਬਾਅਦ ਮਤਲਬ ਕਹਿਣਾ ਸਟਾਰਟ ਕਰਤਾ ਸੀ ਕਿ ਮੈਂ ਵਾਪਸ ਜਾਣਾ, ਮੇਰੀ ਮਤਲਬ ਨਵੀਂ ਮੈਰਿਜ ਹੋਈ ਹੈ, ਜਾਂ ਤੇ ਤੁਸੀਂ ਮੇਰੀ ਵਾਈਫ ਨੂੰ ਇੱਥੇ ਬੁਲਾਓ ਤੇ ਜਾਂ ਮੈਨੂੰ ਉੱਥੇ ਭੇਜ ਦਿਓ। ਔਰ ਇਹ ਗੱਲ ਮੈਨੂੰ ਪੂਜਾ ਜੀ ਨੇ ਕਹੀ ਵੀ ਸੀ ਕਿ ਮੇਰੀ ਜਿਹੜੀ ਬਹੂ ਹੈ ਤੁਸੀਂ ਉਹਨੂੰ ਵੀ ਇੱਥੇ ਉੱਥੇ ਭੇਜ ਦਿਓ, ਮੇਰਾ ਬੇਟਾ ਨਹੀਂ ਟਿਕ ਰਿਹਾ। ਤੇ ਜੋ ਕਿ ਇਹਨਾਂ ਦੀ ਅੰਡਰ ਏਜ ਹੈਗੀ ਸੀ, ਇਹਨਾਂ ਦੀ ਨੂੰਹ ਦੀ ਮਤਲਬ 16 ਜਾਂ 17 ਇਅਰਸ ਹੋਏਗੀ, ਕਿ ਜੋ ਕਿ ਅਲਾਉਡ ਨਹੀਂ ਹੈਗੀ। ਉੱਥੇ ਆਪਾਂ ਵਿਜ਼ਿਟ ਜਾ ਸਕਦੇ ਹਾਂ, ਆਪਾਂ ਉੱਥੇ ਬਹੁਤਾ ਟਾਈਮ ਰਹਿ ਨਹੀਂ ਸਕਦੇ, ਇਸ ਕਰਕੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਪਾਇਆ। ਤੇ ਇਸ ਕਰਕੇ ਉਹਨਾਂ ਨੇ ਪ੍ਰੈਸ਼ਰ ਕਰਨਾ ਸ਼ੁਰੂ ਕਰਤਾ ਸੀ ਕਿ ਮੈਂ ਵਾਪਸ ਜਾਣਾ, ਆਪਣੀ ਵਾਈਫ ਨਾਲ ਰਹਿਣਾ ਮੈਂ। 1 ਮਹੀਨੇ ਦਾ ਵੀਜ਼ਾ ਲੱਗਦਾ ਹੈ, ਇਹ ਜਾਂਦੇ ਦਸੰਬਰ ਦੇ ਵਿੱਚ ਲੇਕਿਨ ਆਉਂਦੇ ਆ ਫਰਵਰੀ ਦੇ ਵਿੱਚ, ਤਕਰੀਬਨ 2-2.5 ਮਹੀਨੇ ਤੋਂ ਬਾਅਦ ਆਉਂਦੇ ਆ। ਤੇ ਇੰਨਾ ਚਿਰ ਕਿਉਂ ਪ੍ਰੋਸੈਸ ਲੱਗਾ? ਉਹਨਾਂ ਨੂੰ ਜੌਬ ਵੀ ਨਹੀਂ ਮਿਲੀ ਤੇ ਉੱਥੇ ਰੁਕੇ ਰਹੇ? ਸਰ ਜੌਬ ਅਸੀਂ ਤਾਂ, ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇੰਟਰਵਿਊ ਕਰਵਾਈ ਸੀਗੀ ਇਹਨਾਂ ਦੀ, ਠੀਕ ਹੈ। ਇੰਟਰਵਿਊ ਪਾਸ ਕਰਨ ਦੇ ਬਾਵਜੂਦ ਇਹਨਾਂ ਨੇ ਉੱਥੇ ਨਖਰੇ ਕੀਤੇ ਕਿ ਮੈਂ ਕੰਮ ਨਹੀਂ ਕਰਨਾ, ਤੇ ਉਸ ਵਜ੍ਹਾ ਨਾਲ ਅਸੀਂ ਤੇ ਕੁਝ ਕਹਿ ਨਹੀਂ ਸਕਦੇ ਨਾ। ਤੇ ਬਾਕੀ ਇਹ ਪੂਜਾ ਜੀ ਪਹਿਲੇ ਹੀ ਕਹਿੰਦੀਆਂ ਸੀ ਕਿ ਮੇਰੇ ਬੇਟੇ ਜਿਹੜੇ ਹੈਗੇ ਆ ਇਹ ਬਹੁਤ ਜ਼ਿਆਦਾ ਮਤਲਬ ਵਿਗੜੇ ਹੋਏ ਆ। ਉੱਥੇ ਵੀ ਸਰ ਇਹੀ ਮਤਲਬ ਹਰਕਤਾਂ ਕਰਦੇ ਸੀ, ਉੱਥੇ ਰੋਜ਼ ਡਰਿੰਕ ਕਰਦੇ ਸੀਗੇ, ਜੋ ਵੀ ਇੱਥੇ ਆਪਣੀ ਮਦਰ ਨੂੰ ਝੂਠ ਬੋਲ ਕੇ ਪੈਸੇ ਮੰਗਵਾਉਂਦੇ ਸੀਗੇ ਕਿ ਅਸੀਂ ਸਾਨੂੰ ਖਾਣਾ ਨਹੀਂ ਮਿਲ ਰਿਹਾ, ਇਹ ਨਹੀਂ ਬੋਲ ਰਿਹਾ। ਤੇ ਉਹ ਵੀ ਚੀਜ਼ ਦੀ ਉਹ ਮਸਾਜ ਸੈਂਟਰ ਜਾਂਦੇ ਸੀ, ਜੋ ਕਿ ਉੱਥੇ ਇਹਨਾਂ ਨਾਲ ਰਹਿੰਦੇ ਜਿਹੜੇ ਨਾਲ ਲੜਕੇ ਸੀ ਉਹ ਦੱਸਦੇ ਸੀਗੇ ਕਿ ਇਹ ਮਸਾਜ ਸੈਂਟਰ ਜਾਂਦੇ ਨੇ, ਉੱਥੇ ਰੋਜ਼ ਡਰਿੰਕ ਕਰਦੇ ਨੇ। ਤੇ ਇਹ ਰੀਜ਼ਨ। ਨਹੀਂ, ਦੂਸਰੀ ਚੀਜ਼ ਉਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਬੱਚਿਆਂ ਦੀ ਮਹੀਨੇ ਤੋਂ ਬਾਅਦ ਕੰਟਰੈਕਟ ਇੱਕ ਏਜੰਟ ਤੋਂ ਉੱਥੇ ਖਤਮ ਹੋ ਗਿਆ, ਉਹਨਾਂ ਨੇ ਬੱਤੀ ਬੰਦ ਕਰ ਦਿੱਤੀ, ਵਾਈਫਾਈ ਦੇ ਪਾਸਵਰਡ ਚੇਂਜ ਕਰ ਦਿੱਤੇ, ਵਾਈਫਾਈ ਕਨੈਕਸ਼ਨ ਦੇਣਾ ਬੰਦ ਕੀਤਾ, ਪਾਣੀ ਵੀ ਬੰਦ ਕਰ ਦਿੱਤਾ, ਈਵਨ ਕਿ ਖਾਣੇ ਤੱਕ ਦੇ ਲਈ ਬੱਚੇ ਮੁਹਤਾਜ ਹੋ ਗਏ, ਉਹਨਾਂ ਨੂੰ ਭੀਖ ਮੰਗ ਕੇ ਰੋਟੀ ਖਾਣੀ ਪਈ। ਸਰ ਐਸਾ ਕੁਝ ਹੈ ਹੀ ਨਹੀਂ, ਉਹਨਾਂ ਨੂੰ ਤਿੰਨੋਂ ਟਾਈਮ ਉੱਥੇ ਖਾਣਾ ਮਿਲਦਾ ਸੀਗਾ, ਉੱਥੇ ਇਹਨਾਂ ਨੂੰ ਰੂਮ, ਵਾਈਫਾਈ, ਹਰ ਚੀਜ਼ ਮਿਲਦੀ ਸੀ। ਅਗਰ ਉੱਥੇ ਕੋਈ ਵੀ ਮੰਨ ਲਓ ਖਾਣਾ ਅੱਧਾ ਘੰਟਾ ਲੇਟ ਹੋ ਗਿਆ ਜਾਂ ਵਾਈਫਾਈ ਥੋੜੀ ਦੇਰ ਲਈ ਕਿਸੇ ਰੀਜ਼ਨ ਕਰਕੇ ਉਹਨਾਂ ਨੇ ਬੰਦ ਕਰਤਾ, ਉਹ ਇਸ ਚੀਜ਼ ਨੂੰ ਬਹੁਤ ਹਾਈਲਾਈਟ ਕਰਦੇ ਸੀਗੇ ਕਿ ਵਾਈਫਾਈ ਬੰਦ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਹੁਣ ਆਪਾਂ ਮੰਨ ਲਓ ਕਿਸੇ ਦੀ ਅਕੋਮੋਡੇਸ਼ਨ 'ਚ ਆਪਾਂ ਰਹਿ ਰਹੇ ਹਾਂ ਤੇ ਉਹਨਾਂ ਦੇ ਵੀ ਕੁਝ ਰੂਲ ਰੈਗੂਲੇਸ਼ਨ ਹੁੰਦੇ ਨੇ ਜਿਨ੍ਹਾਂ ਨੇ ਸਾਨੂੰ ਫੋਲੋ ਕਰਨਾ ਪੈਂਦਾ। ਦੂਸਰਾ ਸਵਾਲ ਫਿਰ ਤੋਂ ਮੇਰਾ ਤੁਹਾਡੇ ਨਾਲ ਵੀ ਉਹੀ ਕਿ 23 ਫਰਵਰੀ 2022 ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮੁੰਡੇ ਦੇ ਵਾਪਸ ਆਉਣ ਤੋਂ 2 ਦਿਨ ਬਾਅਦ, ਤੇ ਪਰ ਉਸ ਤੋਂ ਬਾਅਦ ਤੁਹਾਨੂੰ 48 ਦਿਨ ਲੱਗ ਜਾਂਦੇ ਆ ਆਪਣੀ ਪ੍ਰੈਸ ਕਾਨਫਰੰਸ ਕਰਨ ਦੇ ਵਿੱਚ, ਪ੍ਰੂਫ ਇਕੱਠੇ ਕਰਨ ਦੇ ਵਿੱਚ। ਸਰ ਪ੍ਰੂਫ ਕੁਝ ਸਾਨੂੰ ਦੁਬਈ ਤੋਂ ਆਨੇ ਸੀ, ਕਈ ਵਾਰੀ ਕੋਈ ਬੰਦਾ ਅਵੇਲੇਬਲ ਨਹੀਂ ਸੀ ਹੁੰਦਾ ਜਦੋਂ ਆਪਾਂ ਪ੍ਰੂਫ ਲੈਣੇ ਹੁੰਦੇ ਸੀ, ਕੋਈ ਅਸੀਂ ਵੀ ਪੱਕੇ ਕੀ ਪ੍ਰੂਫ ਹੈ ਤੁਹਾਡੇ ਕੋਲ ਇਸ ਵੇਲੇ? ਸਰ ਪ੍ਰੂਫ ਇਹਨਾਂ ਨੇ ਜਿਹੜੇ ਲੜਕਿਆਂ ਨੂੰ ਆਪਣਾ ਪੈਸੇ ਦੇ ਕੇ ਵੀਡੀਓਜ਼ ਬਣਵਾਈਆਂ ਨੇ ਕਿ ਇਹ ਤੁਸੀਂ ਇਹਨਾਂ ਦੇ ਖਿਲਾਫ ਸਹਿਗਲ ਸਰ ਦੇ, ਜਿਹੜੇ ਕਿ ਸਹਿਗਲ ਸਰ ਨੂੰ ਜਾਣਦੇ ਵੀ ਨਹੀਂ ਔਰ ਜੋ ਮੈਨੂੰ ਵੀ ਨਹੀਂ ਜਾਣਦੇ, ਲੜਕੇ ਜੋ ਮਤਲਬ ਮੇਰੇ ਹੈ ਹੀ ਵੀ ਨਹੀਂ ਹੈ, ਇਹਨਾਂ ਨੇ ਉਹਨਾਂ ਨੂੰ ਪੈਸੇ ਦੇ ਕੇ ਵੀਡੀਓਜ਼ ਬਣਵਾਈਆਂ ਨੇ ਕਿ ਤੁਸੀਂ ਇਹਨਾਂ ਦੇ ਖਿਲਾਫ ਵੀਡੀਓ ਬਣਾਓ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਔਰ ਦਿੱਤੇ ਵੀ ਇਹਨਾਂ ਨੇ। ਔਰ ਉਹ ਜਦੋਂ ਉਹਨਾਂ ਲੜਕਿਆਂ ਕੋਲੋਂ ਮਤਲਬ ਉਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹ ਮੁੰਡਿਆਂ ਨੇ ਫਿਰ ਸਾਨੂੰ ਦੱਸਿਆ ਕਿ ਹਾਂ ਉਹਨਾਂ ਦੀ ਸਾਡੇ ਕੋਲ ਵੀਡੀਓਜ਼ ਵੀ ਹੈਗੀਆਂ ਨੇ। ਉਹਨਾਂ ਨੇ ਫਿਰ ਦੱਸਿਆ ਆਪਣੇ ਏਜੰਟਸ ਨੂੰ, ਉਹਨਾਂ ਦੇ ਏਜੰਟਸ ਨੂੰ ਪੁੱਛਿਆ ਵੀ ਤੁਸੀਂ ਉਹਨਾਂ ਬਾਰੇ ਇਸ ਤਰ੍ਹਾਂ ਕਿਉਂ ਬੋਲੇ ਹੋ, ਫਿਰ ਉਹਨਾਂ ਨੇ ਇਹ ਚੀਜ਼ ਕਬੂਲ ਕੀਤੀ ਕਿ ਸਾਨੂੰ ਇਸ ਚੀਜ਼ ਲਈ ਪੈਸੇ ਦਿੱਤੇ ਗਏ ਸੀਗੇ। ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ, ਵੀਜ਼ਾ ਐਕਸਟੈਂਡ ਕਰਾਉਣ ਦੀ ਫੀਸ ਤੁਸੀਂ ਭਰੀ ਸੀ ਜਾਂ ਪੂਜਾ ਅਰੋੜਾ ਵੱਲੋਂ ਭਰੀ ਗਈ? ਬਿਲਕੁਲ ਸਰ, ਉਹ ਫੀਸ ਅਸੀਂ ਭਰੀ ਸੀ, ਉਸ ਚੀਜ਼ ਦੇ ਆਪਣੇ ਕੋਲ ਪ੍ਰੂਫ ਹੈਗੇ ਨੇ।
ਅਸੀਂ ਉਹਨਾਂ ਦੇ ਵੀਜ਼ਾ ਐਕਸਟੈਂਡ ਕਰਾਇਆ, ਫਿਰ ਅਸੀਂ ਸਾਹਿਲ ਨੂੰ ਰਿਟਰਨ ਟਿਕਟ ਵੀ ਦਿੱਤੀ ਆ। ਅਗਰ ਅਸੀਂ ਗਲਤ ਹੁੰਦੇ, ਅਸੀਂ ਜਿਵੇਂ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਠੱਗੀ ਹੋਈ ਹੈ, ਠੱਗੀ ਉਹ ਹੁੰਦੀ ਹੈ ਕਿ ਅਸੀਂ ਅਗਰ ਉਹਨਾਂ ਦੇ ਕੰਟੈਕਟ 'ਚ ਨਾ ਰਹੇ ਹੋਈਏ ਜਾਂ ਆਪਣੇ ਫੋਨ ਬੰਦ ਕਰ ਲਿੱਤੇ ਹੋਣ ਜਾਂ ਅਸੀਂ ਆਪਣੀ ਜਗ੍ਹਾ ਤੇ ਨਹੀਂ ਬੈਠੇ, ਅਸੀਂ ਹਜੇ ਵੀ ਉੱਥੇ ਹੀ ਹੈਗੇ ਆ, ਹਜੇ ਵੀ ਅਸੀਂ ਉੱਥੇ ਹੀ ਬੈਠੇ ਆ, ਫੋਨ ਸਾਡੇ ਔਨ ਹੈ, ਸਭ ਕੁਝ ਹੈ, ਵੀਜ਼ਾ ਅਸਲੀ ਹੈ, ਟਿਕਟ ਅਸਲੀ ਹੈ, ਰਿਟਰਨ ਟਿਕਟ ਅਸੀਂ ਭੇਜ ਰਹੇ ਆ। ਅਗਰ ਉਹਨਾਂ ਨੂੰ ਕੋਈ ਪੈਸੇ ਦੀ ਪ੍ਰੋਬਲਮ ਹੈ, ਉਹ ਤੱਕ ਅਸੀਂ ਉਹਨਾਂ ਦੇ ਅਕਾਊਂਟ 'ਚ ਪੈਸੇ ਪਾਏ ਹੋਏ ਆ, ਅਕਾਊਂਟ ਜੋ ਕਿ ਸਾਹਿਲ ਔਰ ਰਿਤਿਕ ਦਿੰਦੇ ਸੀਗੇ ਕਿਸੇ ਵੀ ਚੀਜ਼ ਲਈ। ਅਗਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਸੀ, ਇਹ ਅਕਾਊਂਟ ਉਹਨਾਂ ਨੇ ਦਿੱਤਾ ਸੀ ਕਿ ਮੈਮ ਇਹ 'ਚ ਪੈਸੇ ਪਾ ਦਿਓ, ਤੇ ਅਸੀਂ ਉਹਨਾਂ ਨੂੰ ਆਪਣੇ ਹੱਥੀਂ ਪੈਸੇ ਭੇਜੇ ਹੋਏ ਨੇ ਬਹੁਤ ਵਾਰ। ਪੈਸੇ ਤੁਸੀਂ ਭੇਜੇ ਆ, ਤੁਸੀਂ ਇੱਕ ਅਕਾਊਂਟ ਨੂੰ ਦਿਖਾ ਰਹੇ ਹੋ। ਦੂਸਰੀ ਚੀਜ਼, ਜਦੋਂ ਉਹ ਲੜਕਾ ਆਂਦਾ ਸਾਹਿਲ ਤੇ ਰਿਤਿਕ ਦੀ ਵੀ, ਜਦੋਂ ਸਾਹਿਲ ਆਂਦਾ ਤੇ ਰਿਤਿਕ ਦਾ ਵੀ ਤੁਸੀਂ ਵੀਜ਼ਾ ਐਕਸਟੈਂਡ ਕਰਵਾਇਆ, ਉਹਨੂੰ ਵੀ ਵਾਪਸ ਤੁਸੀਂ ਬੁਲਾਇਆ? ਸਰ ਰਿਤਿਕ ਦਾ ਵੀਜ਼ਾ ਐਕਸਟੈਂਡ ਕਰਵਾਇਆ ਸੀਗਾ, ਲੇਕਿਨ ਇਹ ਉੱਥੇ ਟਿਕਿਆ ਨਹੀਂ। ਮੈਂ ਇਹਨਾਂ ਦਾ ਕਹਿਣਾ ਸੀ ਕਿ ਤੁਸੀਂ ਜਿਹੜੇ ਅੱਗੇ ਤੁਹਾਡਾ ਕੋਈ ਨੌਨ ਗਿਆ ਵਾ, ਉਹ 에ਅਰਪੋਰਟ ਦੀ ਜੌਬ ਕਰ ਰਿਹਾ, ਸਾਨੂੰ ਉੱਥੇ ਮਿਲਿਆ, ਉਹ ਲੜਕੇ ਦੀ ਜੌਬ ਬਹੁਤ ਅੱਛੀ ਹੈ, ਤੁਸੀਂ ਸਾਨੂੰ ਉਹ ਜੌਬ ਪ੍ਰੋਵਾਈਡ ਕਰਵਾਓ, ਸਾਡਾ ਲੜਕਾ ਹੋਰ ਕਿਤੇ ਕੰਮ ਨਹੀਂ ਕਰੇਗਾ। ਉਹ ਸਰ ਉਹਦੇ ਪਰਸਨਲੀ ਮੈਂ 1700 ਦਰਾਮ ਜੋ ਕਿ ਇੰਡੀਆ ਦਾ 34,000 ਰੁਪਏ ਬਣਦਾ, ਉਹ ਮੈਂ ਖੁਦ ਉੱਥੇ ਪੇ ਕੀਤਾ ਹੋਇਆ ਸੀ ਇਹਦੀ ਜੌਬ ਵਾਸਤੇ। ਉਹਦੀ ਸਰ ਜਿਸ ਦਿਨ ਇੰਟਰਵਿਊ ਹੋਣੀ ਸੀ, ਇੰਟਰਵਿਊ ਤੋਂ 2-3 ਦਿਨ ਪਹਿਲੇ ਇਹ ਮਤਲਬ ਬਿਨਾਂ ਦੱਸੇ ਉੱਥੋਂ ਰਿਤਿਕ ਵਾਪਸ ਆ ਗਿਆ, ਹਾਲਾਂਕਿ ਮੈਂ ਉਹਦਾ ਵੀਜ਼ਾ ਐਕਸਟੈਂਡ ਕਰਾਉਣ ਲਈ 1100 ਦਰਾਮ ਉੱਥੇ ਪੇ ਕੀਤਾ ਹੋਇਆ ਉਹਦਾ। ਤੇ ਤੁਹਾਨੂੰ ਬਿਨਾਂ ਦੱਸੇ ਕਿਉਂ ਆਂਦਾ ਪਿਆ? ਕਿ ਉਸਦੀ ਮਦਰ ਨੇ ਇਸ ਤੋਂ ਪਹਿਲਾਂ ਤੁਹਾਡੇ ਨਾਲ ਮੁਲਾਕਾਤ ਕੀਤੀ ਕਿ ਉਹਦੇ ਬੱਚੇ ਨੂੰ ਪਰੇਸ਼ਾਨੀ ਆ ਰਹੀ ਹੈ, ਉਹਦੇ ਬੱਚੇ ਨੂੰ ਉੱਥੇ ਰੋਟੀ ਨਹੀਂ ਮਿਲ ਰਹੀ? ਨਹੀਂ ਸਰ, ਐਸਾ ਕੁਝ ਨਹੀਂ ਆ। ਉਹਨਾਂ ਨੂੰ ਰੋਜ਼ ਕੋਈ ਨਾ ਕੋਈ ਇਸ਼ੂ ਹੁੰਦਾ ਹੀ ਸੀ। ਅਗਰ 2 ਮਿੰਟ ਲਈ ਵਾਈਫਾਈ ਬੰਦ ਹੋ ਗਿਆ ਤਾਂ ਉਹ ਬਹੁਤ ਮਤਲਬ 1-2 ਵਾਰੀ ਤੇ ਉਹਨਾਂ ਨੇ ਮੈਨੂੰ ਅਬਿਊਜ਼ ਵੀ ਕੀਤਾ ਇਸ ਚੀਜ਼ ਲਈ, ਲੇਕਿਨ ਚਲੋ ਬੀਇੰਗ ਅ ਲੇਡੀ ਮੈਂ ਉਸ ਚੀਜ਼ ਨੂੰ ਇਗਨੋਰ ਕੀਤਾ ਕਿ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਪਰ ਫਿਰ ਵੀ ਅਸੀਂ ਇੰਨੇ ਐਫਰਟਸ ਲਗਾਏ ਇਹਨਾਂ ਦੇ ਮਤਲਬ ਬੇਟੇ ਦੋਨੋਂ ਬੇਟਿਆਂ ਵਾਸਤੇ, ਲੇਕਿਨ ਉਹ ਉੱਥੇ ਟਿਕੇ ਹੀ ਨਹੀਂ। ਇੱਕ ਆਪਣੀ ਵਾਈਫ ਕਰਕੇ ਨਹੀਂ ਟਿਕਿਆ ਕਿਉਂਕਿ ਉਹਦੀ ਮੈਰਿਜ ਨੂੰ ਅਜੇ 4-6 ਮਹੀਨੇ ਹੀ ਹੋਏ ਸੀਗੇ, ਔਰ ਦੂਸਰਾ ਉਹਨੂੰ ਡਰਿੰਕ ਕਰਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ, ਇਸ ਕਰਕੇ ਉਹ ਸਰ ਉੱਥੇ ਇਹੋ ਜਿਹਾ ਮਾਹੌਲ ਚੱਲਦਾ ਨਹੀਂ ਹੈ, ਇਸ ਕਰਕੇ ਉਹ ਵਾਪਸ ਆ ਗਿਆ। ਸਰ ਉਹਨਾਂ ਨੇ ਸਾਨੂੰ ਕੋਈ ਇਨਫੋਰਮ ਨਹੀਂ ਕੀਤਾ, ਸਾਹਿਲ ਨੇ ਦੱਸਿਆ ਸੀ, ਅਸੀਂ ਉਹਨੂੰ ਟਿਕਟ ਪ੍ਰੋਵਾਈਡ ਕਰਾਈ। ਜਦ ਕਿ ਪੂਜਾ ਅਰੋੜਾ ਦਾ ਕਹਿਣਾ ਕਿ ਇਹੀ ਬਾਰ-ਬਾਰ ਉਹਨਾਂ ਦੇ ਬੱਚੇ, ਜਦੋਂ ਉਹਨਾਂ ਨੂੰ ਪਤਾ ਚੱਲਿਆ ਬੱਚੇ ਇੰਨੀ ਪਰੇਸ਼ਾਨੀ ਦੇ ਵਿੱਚ ਆ, ਬਾਰ-ਬਾਰ ਤੁਹਾਡੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨਾਂ ਨੂੰ ਝੂਠ ਬੋਲਦੇ ਰਹੇ, ਉਹ ਤੁਹਾਡੇ ਤੇ ਯਕੀਨ ਕਰਦੇ ਰਹੇ, ਤੇ ਜਦੋਂ ਬੱਚਿਆਂ ਨੇ ਵੀਡੀਓ ਕਾਲ ਕਰਕੇ ਆਪਣੇ ਹਾਲਾਤ ਦਿਖਾਏ ਤਾਂ ਉਦੋਂ ਉਹਨਾਂ ਨੇ ਬੱਚੇ ਵਾਪਸ ਬੁਲਾਉਣ ਦਾ ਡਿਸੀਜਨ ਲਿਆ। ਪੂਜਾ ਅਰੋੜਾ ਨੇ ਆਪਣੇ ਗੂਗਲ ਪੇ ਦੇ ਸਕਰੀਨਸ਼ਾਟ ਵੀ ਦਿਖਾਏ ਆ, ਮੀਡੀਆ ਨੂੰ ਵੀ ਦਿੱਤੇ ਆ ਕਿ ਉਹਨਾਂ ਨੇ ਪੇਮੈਂਟ ਭੇਜੀ, ਉਹਨਾਂ ਦੇ ਪੈਸੇ ਜਾਂਦੇ ਸੀ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਰੋਟੀ ਪਾਣੀ ਉੱਥੇ ਚੱਲਦੀ ਸੀ। ਸਰ ਉਹ ਪੈਸੇ ਜੋ ਵੀ ਆਪਣੀ ਮਦਰ ਕੋਲੋਂ ਮੰਗਵਾਉਂਦੇ ਸੀ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਆਪਣੀ ਐਸ਼ ਪ੍ਰਸਤੀ ਵਾਸਤੇ ਮੰਗਵਾਉਂਦੇ ਸੀ, ਕਿ ਜੋ ਕਿ ਉੱਥੇ ਸਾਨੂੰ ਪਤਾ ਲੱਗਾ ਕਿ ਰੋਜ਼ ਜਦੋਂ ਉਹਨਾਂ ਦੀ ਮਦਰ ਉਹਨਾਂ ਨੂੰ ਪੈਸੇ ਪਾਉਂਦੀ ਸੀ, ਉਹ ਨਾਲ ਦੇ ਨਾਲ ਹੀ ਮਸਾਜ ਸੈਂਟਰ ਜਾਂਦੇ ਸੀਗੇ, ਡਰਿੰਕ ਕਰਦੇ ਸੀਗੇ, ਠੀਕ ਹੈ। ਉਹ ਸਭ ਸਰ ਫੋਟੋਆਂ ਇੱਥੇ ਅਵੇਲੇਬਲ ਹੈਗੀਆਂ, ਤੁਸੀਂ ਸਭ ਦੇਖ ਸਕਦੇ ਹੋ ਕਿ ਇਹ ਉੱਥੇ ਪਰੇਸ਼ਾਨੀ 'ਚ ਸੀਗੇ, ਭੀਖ ਮੰਗ ਰਹੇ ਸੀ, ਕਿ ਐਸ਼ ਕਰਦੇ ਪਏ ਸੀ। ਸਰ ਤੁਸੀਂ ਫੋਟੋ ਦਿਖਾ ਰਹੇ ਹੋ, ਉਹਨਾਂ ਨੇ ਵੀਡੀਓ ਵੀ ਦਿਖਾਈ ਸੀ ਭੀਖ ਮੰਗਦੇ ਹੋਏ ਦੀ। ਸਰ ਉਹ ਆਪਣੀ ਵੀਡੀਓਜ਼ ਖੁਦ ਹੀ ਤੁਸੀਂ ਕਿਤੇ ਬੈਠ ਕੇ ਬਣਾ ਲੋਗੇ, ਉਸ ਚੀਜ਼ ਦਾ ਅਸੀਂ ਤੇ ਰਿਸਪੌਂਸਿਬਲ ਨਹੀਂ ਆ ਨਾ। ਨਾਲੇ ਜਿਹੜੇ ਲੜਕਿਆਂ ਦੇ ਉਹ ਨਾਮ ਲੈ ਰਹੇ, ਉਹ ਫਿਰ ਉਹਨਾਂ ਦੇ ਨਾਲ ਕਿਉਂ ਨਹੀਂ ਆਏ? ਅਗਰ ਉਹਨਾਂ ਨੂੰ ਵੀ ਉਹਨਾਂ ਦਾ ਇੱਕ ਹੋਰ ਕਿ ਜਦੋਂ ਬੱਚਾ ਇੰਡੀਆ ਆਇਆ ਸੀ, ਇੰਡੀਆ ਆਉਣ ਦੇ ਬਾਅਦ ਇੰਨਾ ਕਿ ਭੁੱਖਾ ਸੀ, ਉਹਨਾਂ ਨੇ ਸੈਂਡਵਿਚ ਵਗੈਰਾ ਦਿੱਤਾ ਤੇ ਬਹੁਤ ਹੀ ਬੁਰੇ ਤਰੀਕੇ ਨਾਲ ਉਹਨੇ ਖਾਧਾ, ਕਿਉਂਕਿ ਕਾਫੀ ਦਿਨਾਂ ਤੋਂ ਭੁੱਖਾ ਆਇਆ ਸੀ ਉਹ। ਸਰ ਐਸਾ ਕੁਝ ਨਹੀਂ, ਉਹ ਉਹਨਾਂ ਨੇ ਹੁਣ ਵੀ ਵਾਪਸ ਆ ਕੇ ਸਰ ਇੱਕ ਸ਼ਾਪ ਦੇ ਉੱਤੋਂ ਜੋ ਕਿ ਲਿਬਰਟੀ ਮਾਰਕੀਟ ਦੇ ਕੋਲ ਹੈ, ਉਹਨਾਂ ਨੇ 750 ਦਰਾਮ ਇੱਥੇ ਆ ਕੇ ਚੇਂਜ ਕਰਾਇਆ। ਅਗਰ ਉਹਨਾਂ ਨੂੰ ਉੱਥੇ ਇੰਨੀ ਭੁੱਖਮਰੀ ਪਈ ਹੋਈ ਸੀਗੀ ਤੇ 750 ਦਰਾਮ ਜੋ ਕਿ ਇੰਡੀਆ ਦਾ 14,000 ਰੁਪਇਆ ਬਣਦਾ, ਉਹਨਾਂ ਕੋਲੋਂ ਕਿੱਥੇ ਆਇਆ? ਫਿਰ ਤੁਸੀਂ ਇਹ ਸਾਬਿਤ ਕਰ ਸਕਦੇ ਹੋ ਉਹਨਾਂ ਨੇ ਇੰਡੀਆ ਆ ਕੇ ਦਰਾਮ ਚੇਂਜ ਕਰਾਇਆ 750? ਬਿਲਕੁਲ ਸਰ, ਬਿਲਕੁਲ, ਅਸੀਂ ਬਿਲਕੁਲ ਇਹ ਚੀਜ਼ ਸਾਬਿਤ ਕਰ ਸਕਦੇ ਹਾਂ। ਉਸ ਚੀਜ਼ ਦੀ ਫੁਟੇਜ ਵੀ ਹੈਗੀ ਹੈ ਕਿ ਇਹਨਾਂ ਨੇ ਪੈਸੇ ਕਿੱਥੋਂ ਚੇਂਜ ਕਰਾਏ ਹੈ, ਕਿਸ ਦਿਨ ਕਰਾਏ ਹੈ, ਕਿਸ ਟਾਈਮ ਕਰਾਏ, ਉਹ ਸਭ ਤੁਹਾਨੂੰ ਚੀਜ਼ ਆਪਾਂ ਅਵੇਲੇਬਲ ਕਰਾ ਸਕਦੇ, ਰਿਕਾਰਡਿੰਗ ਵੀ ਹੈਗੀ ਹੈ ਇਸ ਚੀਜ਼ ਦੀ। ਉਹਨਾਂ ਦੇ ਇਸ ਪ੍ਰੈਸ ਕਾਨਫਰੰਸ ਦੇ ਬਾਅਦ ਤੁਹਾਡੇ ਤੇ ਕੰਪਲੇਂਟ ਵੀ ਕੀਤੀ ਗਈ, ਕੰਪਲੇਂਟ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ? ਸਰ ਅਸੀਂ ਵੀ ਆਪਣੇ ਜੋ ਵੀ ਹੈ ਪ੍ਰੂਫ ਸਾਡੇ ਕੋਲ ਹੈਗੇ, ਅਸੀਂ ਉਹ ਲਗਾ ਕੇ ਅਸੀਂ ਆਪਣੇ ਬਿਆਨ ਕੱਲ ਦਿੱਤੇ ਨੇ, ਔਰ ਜੋ ਵੀ ਸਾਨੂੰ ਆਪਣੇ ਬਚਾਵ ਲਈ ਐਫਰਟਸ ਲਾਣੇ ਪੈਣਗੇ ਅਸੀਂ ਉਹ ਲਗਾਵਾਂਗੇ, ਕਿਉਂਕਿ ਅਸੀਂ ਗਲਤ ਕਿਤੇ ਵੀ ਨਹੀਂ ਹੈਗੇ। ਜੋ ਵੀ ਚੀਜ਼ਾਂ ਉਹਨਾਂ ਨੇ ਕਹੀਆਂ, ਸਾਡੇ ਕੋਲ ਹਰ ਚੀਜ਼ ਦੇ ਤੇ ਪ੍ਰੂਫ ਹੈਗੇ ਨੇ। ਅਸੀਂ ਖੁਦ ਉਹਨਾਂ ਨੂੰ ਰਿਟਰਨ ਟਿਕਟਸ ਭੇਜੀਆਂ ਨੇ, ਉਹਨਾਂ ਨੂੰ ਪੈਸੇ ਭੇਜੇ ਨੇ, ਫਿਰ ਉਹ ਸਾਨੂੰ ਮਤਲਬ ਠੱਗ ਗਏ ਆ, ਉਹ ਕਿਸ ਤਰ੍ਹਾਂ ਕਹਿ ਸਕਦੇ ਨੇ? ਅੱਜ ਕੱਲ ਵੈਸੇ ਵੀ ਸਰ ਕੀ ਹੈ ਕਿ ਹਰ ਇੱਕ ਬੰਦੇ ਨੇ ਨਾ ਇੱਕ ਨਾਟਕ ਬਣਾਇਆ ਹੋਇਆ ਮੁੰਡਿਆਂ ਨੇ, ਕਿ ਕੋਈ ਵੀ ਗੱਲ ਹੋਏ ਕਿ ਜਿਹਦੇ ਥਰੂ ਆਪਾਂ ਗਏ ਆ, ਏਜੰਟ ਹੈ ਕੋਈ ਵੀ ਹੈ, ਬਸ ਉਹਨੂੰ ਰਗੜ ਦੋ ਵਿੱਚ। ਏਜੰਟ ਹਰ ਟਾਈਮ ਏਜੰਟ ਨੂੰ ਗਲਤ ਕਹਿਣਗੇ, ਹਰ ਏਜੰਟ ਗਲਤ ਤੇ ਨਹੀਂ ਹੁੰਦਾ। ਏਜੰਟ ਗਲਤ ਉਹ ਹੁੰਦਾ ਜਿਹਨੇ ਜੀ ਤੁਹਾਡੇ ਕੋਲ ਪੈਸਾ ਲੈ ਲਿਆ, ਆਪਣਾ ਫੋਨ ਬੰਦ ਕਰਤੇ, ਆਫਿਸ ਬੰਦ ਕਰਤੇ, ਤੁਹਾਡੀ ਸੁਣਵਾਈ ਨਹੀਂ ਕਰ ਰਹੇ।
ਪੂਜਾ ਅਰੋੜਾ ਜੀ ਨੂੰ ਪੁੱਛੋ, ਇਹ ਰਾਤ ਦੇ 12 ਵਜੇ 1 ਵਜੇ ਵੀ ਫੋਨ ਕਰਦੇ ਸੀ ਤੇ ਅਸੀਂ ਉਹਨਾਂ ਦੀ ਕਦੀ ਇਸ ਤਰ੍ਹਾਂ ਹੋਇਆ ਕਿ ਉਹਨਾਂ ਦਾ ਫੋਨ ਅਟੈਂਡ ਨਾ ਕੀਤਾ ਹੋਵੇ ਜਾਂ ਉਹਨਾਂ ਨੂੰ ਕਦੀ ਰਿਸਪੌਂਸ ਨਾ ਦਿੱਤਾ ਹੋਵੇ। ਉਹਨਾਂ ਨੇ ਜਦੋਂ ਹੀ ਕੋਈ ਛੋਟੀ ਮੋਟੀ ਪ੍ਰੋਬਲਮ ਵਾਈਫਾਈ ਨਾਲ ਰਿਲੇਟਡ ਹੈ ਤਾਂ ਕੋਈ ਪ੍ਰੋਬਲਮਸ ਹੈ ਹੀ ਨਹੀਂ ਜਿਹੜੀਆਂ ਉਹਨਾਂ ਨੇ ਇਸ ਚੀਜ਼ ਦੇ ਇਸ਼ੂ ਬਣਾਏ ਨੇ। ਜੇ ਆਪਣੇ ਲੜਕੇ ਨੂੰ ਪੈਸੇ ਉਹਨਾਂ ਨੇ ਭੇਜੇ ਆ, ਤੁਹਾਨੂੰ ਉਹਨਾਂ ਨੇ ਉਹ ਦਿਖਾਏ ਨੇ, ਉਹ ਫਿਰ ਕੀ ਕਹਿ ਸਕਦੇ? ਫਿਲਹਾਲ ਤੁਹਾਡੀ ਕਾਨੂੰਨੀ ਕਾਰਵਾਈ ਕਿੱਥੇ ਤੱਕ ਪਹੁੰਚੀ? ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਡਿਫਾਈਨ ਕਰ ਰਹੇ ਹੋ ਇੱਥੇ? ਸਰ ਅਸੀਂ ਵੀ ਸੀਪੀ ਸਾਹਿਬ ਕੋਲ ਗਏ ਸੀ, ਅਸੀਂ ਉਹਨਾਂ ਨੂੰ ਆਪਣੇ ਜੋ ਵੀ ਹੈ ਪ੍ਰੂਫ ਦਿਖਾਏ ਨੇ। ਇਹ ਸਰ ਇੱਕ ਸਾਜ਼ਿਸ਼ ਹੈ ਸਿਰਫ ਇੱਕ ਸੁਭਾਸ਼ ਸਰ ਨੂੰ ਫਸਾਉਣ ਵਾਸਤੇ ਕਿ ਉਹ ਇੱਕ ਸੋਸ਼ਲ ਵਰਕਰ ਨੇ, ਉਹ ਕਿਸੇ ਦੇ ਖਿਲਾਫ ਕੋਈ ਅਨਿਆਏ ਹੁੰਦਾ ਹੈ ਉਹ ਬੋਲਦੇ ਨੇ, ਉਸ ਚੀਜ਼ ਨੂੰ ਲੈ ਕੇ ਸਿਰਫ ਉਹ ਪੋਲੀਟੀਕਲ ਲੋਕ ਜਿਹੜੇ ਆ ਉਹ ਨਾਲ ਰਲੇ ਆ। ਹਾਲਾਂਕਿ ਉਹਨਾਂ ਵੱਲੋਂ ਮੈਨੂੰ ਵੀ ਆਫਰ ਆਈ ਸੀ ਕਿ ਤੁਸੀਂ ਸਾਰਾ ਕੁਝ ਇਹਨਾਂ ਦੇ ਉੱਤੇ ਸੁੱਟ ਦਿਓ, ਇਹਨਾਂ ਨੂੰ ਫਸਾ ਦਿਓ ਤੇ ਅਸੀਂ ਤੁਹਾਡਾ ਨਾਮ ਇੱਥੋਂ ਕੰਪਲੇਂਟ ਚੋਂ ਕਢਵਾ ਦਾਂਗੇ, ਲੇਕਿਨ ਮੈਂ ਉਸ ਚੀਜ਼ ਨੂੰ ਮੈਂ ਨਹੀਂ ਐਕਸੈਪਟ ਕੀਤੀ। ਫਿਰ ਉਹਨਾਂ ਨੇ ਉੱਥੇ ਲੜਕਿਆਂ ਨੂੰ ਕਾਲਾਂ ਵੀ ਕੀਤੀਆਂ, ਕੋਈ ਪੋਲੀਟੀਕਲ ਬੰਦਾ ਹੈਗਾ, ਅਸੀਂ ਤੁਹਾਨੂੰ ਉਹਦਾ ਨੰਬਰ ਦਿਖਾਉਂਦੇ ਆ। ਉਹ ਲੜਕੇ ਦਾ ਕਹਿਣਾ ਕਿ ਮੈਨੂੰ ਇੰਨੀਆਂ ਕੁ ਕਾਲਾਂ ਆ ਰਹੀਆਂ ਕਿਸੇ ਕਾਂਗਰਸ ਦੇ ਬੰਦੇ ਦੀਆਂ ਕਿ ਤੁਸੀਂ ਇਹਨਾਂ ਨੂੰ ਫਸਾਓ, ਅਸੀਂ ਤੁਹਾਨੂੰ 20,000 ਰੁਪਇਆ ਦਿੰਦੇ ਆ, ਨਾਲੇ ਤੁਹਾਨੂੰ ਅਸੀਂ ਆਉਣ ਜਾਣ ਦੀ ਟਿਕਟ ਵੀ ਦਿੰਦੇ ਆ, ਤੁਸੀਂ ਜਿੱਥੇ ਵੀ ਜਾਣਾ। ਇਹ ਵੀ ਆਫਰਾਂ ਉਹਨਾਂ ਨੂੰ ਕੀਤੀਆਂ ਗਈਆਂ। ਦੂਸਰੀ ਚੀਜ਼ ਇੱਕ ਹੋਰ ਤੁਹਾਡੇ ਤੇ ਇਲਜ਼ਾਮ ਲਗਾਇਆ ਗਿਆ ਸੀ ਖਾਸ ਕਰਕੇ ਕਿ ਤੁਹਾਡਾ ਪਹਿਲਾਂ ਲੁਧਿਆਣੇ ਕੋਈ ਇਮੀਗ੍ਰੇਸ਼ਨ ਦਾ ਆਫਿਸ ਸੀ। ਨਹੀਂ ਸਰ, ਮੇਰਾ ਤੇ ਮੈਂ ਰਹਿਣ ਵਾਲੀ ਅੰਮ੍ਰਿਤਸਰ ਦੀ, ਮੇਰਾ ਲੁਧਿਆਣੇ ਕਿਉਂ ਆਫਿਸ ਹੋਏਗਾ? ਬਾਕੀ ਇਹ ਨੰਬਰ ਹੈ ਜਿੱਤੇ ਲੜਕਿਆਂ ਨੂੰ ਕਾਲ ਕਰਕੇ ਕਿਹਾ ਗਿਆ ਕਿ ਆਫਰਸ ਦਿੱਤੀਆਂ ਗਈਆਂ ਨੇ ਪੈਸੇ ਦੀਆਂ ਕਿ ਸੈਗਲ ਦੇ ਖਿਲਾਫ ਬੋਲੋ, ਜੈਸਮਿਨ ਦੇ ਖਿਲਾਫ ਬੋਲੋ। ਤੇ ਦੂਸਰਾ ਸਵਾਲ ਇੱਕ ਹੋਰ ਤੁਹਾਡੇ ਤੇ ਇੱਕ ਹੋਰ ਇਲਜ਼ਾਮ ਲਗਾਇਆ ਗਿਆ ਸੀ ਕਿ ਤੁਹਾਡਾ ਲੁਧਿਆਣੇ ਆਫਿਸ ਸੀ ਤੇ ਤੁਹਾਡਾ ਉੱਥੇ ਵੀ ਕਬੂਤਰਬਾਜੀ ਦਾ ਤੁਹਾਡੇ ਤੇ ਪਰਚਾ ਹੋਇਆ ਪਿਆ ਜੀ। ਨਹੀਂ ਸਰ, ਐਸਾ ਕੁਝ ਨਹੀਂ ਹੈਗਾ। ਲੁਧਿਆਣੇ ਮੇਰਾ ਕੋਈ ਆਫਿਸ ਨਹੀਂ ਸੀ, ਕੋਈ ਕੁਝ ਨਹੀਂ ਸੀ। ਜਿਹੜੀ ਉਹ ਗੱਲ ਕਰਦੇ ਪਏ ਉਹਨਾਂ ਨੂੰ ਖੈਰ ਗੱਲ ਪਤਾ ਵੀ ਨਹੀਂ ਹੈਗੀ ਉਸ ਚੀਜ਼ ਨੂੰ। ਐਕਚੁਅਲੀ ਸਰ ਮੈਂ ਤੁਹਾਨੂੰ ਦੱਸਿਆ ਅੱਜ ਤੋਂ 4 ਸਾਲ ਪਹਿਲੇ ਮੇਰਾ ਆਫਿਸ ਹੁੰਦਾ ਸੀ ਤੇ ਮੈਨੂੰ ਕਿਸੇ ਨੇ ਫੇਕ ਵੀਜ਼ਾ ਦਿੱਤਾ ਸੀ ਕੈਨੇਡਾ ਦੇ, ਜਿਹਦੇ ਕਿ ਮੇਰੇ ਕੋਲ ਵੀਡੀਓ, ਸਟਾਂਪ ਪੇਪਰ, ਪ੍ਰੂਫ ਸਾਰੇ ਨੇ। ਉਹ ਮੇਰਾ ਜਿਹੜਾ ਹੈ ਕੇਸ ਚੱਲ ਰਿਹਾ ਫਲੋਰ, ਉਹ ਉਸ ਚੀਜ਼ ਨੂੰ ਮੁੱਦਾ ਬਣਾ ਰਹੇ ਆ। ਉਹ ਕੋਈ ਐਡਾ ਵੱਡਾ ਮੁੱਦਾ ਤੁਸੀਂ ਇਹ ਵੀ ਗਿਆ ਸੀ ਤੇ ਦਿੱਲੀ 에ਅਰਪੋਰਟ ਦੇ ਵਿੱਚ ਤੁਹਾਨੂੰ ਵਾਪਸ ਉੱਥੋਂ ਤੁਸੀਂ ਬਾਹਰ ਜਾ ਰਹੇ ਸੀ ਤੇ ਤੁਹਾਨੂੰ ਉੱਥੇ ਪੁਲਿਸ ਵੱਲੋਂ ਫੜਿਆ ਵੀ ਗਿਆ ਸੀ ਤੇ ਵਾਪਸ ਇੰਡੀਆ ਰੋਕ ਲਿੱਤਾ ਗਿਆ। ਨਹੀਂ ਸਰ, ਐਸਾ ਕੁਝ ਨਹੀਂ। ਉਹ ਮੇਰਾ ਫਲੋਰ ਵਾਲਾ ਇੱਕੋ ਹੀ ਕੇਸ ਹੈ। ਉਹ ਵੀ ਮੈਨੂੰ ਕਿਸੇ ਨੇ ਫੇਕ ਵੀਜ਼ਾ ਦਿੱਤਾ ਸੀ, ਉਹਦੇ ਹਰ ਇੱਕ ਪ੍ਰੂਫ ਮੇਰੇ ਕੋਲ ਹੈ, ਕੋਰਟ 'ਚ ਲੱਗਾ ਹੋਇਆ ਹੈ ਔਰ ਦੋਸ਼ੀ ਵੀ ਸਾਹਮਣੇ ਹੈਗੇ ਨੇ। ਜੋ ਦੋਸ਼ੀ ਜਿਹੜੇ ਆ ਉਹ ਵੀ ਫੜੇ ਗਏ ਆ ਤੇ ਉਹਨਾਂ ਨੇ। ਤੁਸੀਂ ਇਹ ਮਾਮਲਾ ਲੈ ਕੇ ਕੋਰਟ 'ਚ ਜਾ ਰਹੇ ਹੋ? ਬਿਲਕੁਲ ਸਰ, ਬਿਲਕੁਲ ਜਾਵਾਂਗੇ। ਸਾਨੂੰ ਜਿੱਥੋਂ ਤੱਕ ਆਪਣੇ ਲਈ ਲੜਨਾ ਪਏਗਾ ਲੜਾਂਗੇ, ਕਿਉਂਕਿ ਅਸੀਂ ਗਲਤ ਹੈ ਨਹੀਂ। ਹੁਣ ਹਰ ਕੋਈ ਏਜੰਟ ਗਲਤ ਹੁੰਦਾ ਨਹੀਂ ਹੈ। ਅਗਰ ਕੋਈ ਮਿਸ ਹੈਪਨਿੰਗ ਕਿਸੇ ਨਾਲ ਹੋਈ ਹੈ ਤੇ ਹਰ ਚੀਜ਼ ਦਾ ਇੱਕ ਹੱਲ ਵੀ ਹੁੰਦਾ ਹੈ। ਇਹ ਤਰੀਕਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਕਿ ਇੰਨੀ ਹੱਦ ਤੱਕ ਚਲੇ ਜਾਓ ਕਿ ਤੁਸੀਂ ਉਹਨੂੰ ਲੋਕਾਂ ਨੂੰ ਆਫਰਾਂ ਕਰੋ ਕਿ ਤੁਸੀਂ ਜੀ ਸਾਡੇ ਕੋਲੋਂ ਪੈਸੇ ਲੈ ਲਓ, ਇਹ ਲੈ ਲਓ, ਬਸ ਤੁਸੀਂ ਇਹਨਾਂ ਨੂੰ ਫਸਾ ਦਿਓ ਕਿਸੇ ਤਰੀਕੇ। ਅਗਰ ਪੂਜਾ ਜੀ ਨਾਲ ਕੋਈ ਮਿਸ ਹੈਪਨਿੰਗ ਹੋਈ ਹੈ, ਉਹਨਾਂ ਦਾ ਬੇਟਾ ਜਿਸ ਦਿਨ ਬਾਹਰ ਆਇਆ ਹੈ, ਉਹ ਸਾਡੇ ਕੋਲ ਕਿਉਂ ਨਹੀਂ ਆਏ? ਉਹ ਪੋਲੀਟੀਕਲ ਲੋਕਾਂ ਨਾਲ ਰਲ ਕੇ ਇਹ ਸਭ ਕਰਨਾ ਕਿਉਂ ਸ਼ੁਰੂ ਹੋ ਗਏ ਹੋ? ਅਗਰ ਕੋਈ ਪ੍ਰੋਬਲਮ ਹੋਈ ਹੈ ਸਾਡੇ ਕੋਲ ਆਉਣ, ਅਸੀਂ ਹਰ ਚੀਜ਼ ਉਹਨਾਂ ਦੀ ਸੌਰਟ ਆਊਟ ਕਰਾਂਗੇ, ਕਿਉਂਕਿ ਉਹ ਸਾਡੇ NGO ਦੇ ਮੈਂਬਰ ਰਹਿ ਚੁੱਕੇ ਨੇ। ਠੀਕ ਹੈ, ਅਸੀਂ ਹਰ ਚੀਜ਼ ਦਾ ਉਹਨਾਂ ਦਾ ਹੱਲ ਕਰਾਂਗੇ ਅਗਰ ਉਹ ਸਾਡੇ ਕੋਲ ਆਉਣਗੇ ਤਾਂ। ਹੱਲ ਕਰਨਗੇ ਅਗਰ ਜੋ ਇਹਨਾਂ ਕੋਲ ਆਉਣਗੇ। ਲੇਕਿਨ ਮਾਮਲਾ ਇਹ ਹੈ ਕਿ ਇਹਨਾਂ ਨੂੰ ਵਿਦੇਸ਼ ਵਿੱਚ ਇਹਨਾਂ ਨੇ 2 ਲੜਕੇ ਭੇਜੇ ਜਿਹੜੇ ਉੱਥੇ ਸੈਟਲ ਹੋ ਨਹੀਂ ਪਏ, ਉਹ ਵਾਪਸ ਇੰਡੀਆ ਪਰਤਦੇ ਹਨ। ਤਾਂ ਉਹਨਾਂ ਦੀ ਮਾਂ ਦਾ ਇਲਜ਼ਾਮ ਇਹ ਹੁੰਦਾ ਹੈ ਕਿ ਉੱਥੇ ਭੁੱਖੇ ਰਹਿ ਗਏ, ਉਹਨਾਂ ਦੀ ਨੌਕਰੀ ਨਹੀਂ ਮਿਲੀ ਤੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਉਹਨਾਂ ਨੂੰ ਭੀਖ ਮੰਗ ਕੇ ਆਪਣੀ ਰੋਟੀ ਖਾਣੀ ਪਈ। ਫਿਲਹਾਲ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ 23 ਫਰਵਰੀ ਨੂੰ ਤੇ ਅੱਜ ਇਹਨਾਂ ਨੇ 12 ਅਪ੍ਰੈਲ ਨੂੰ ਆਪਣੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਬਿਆਨ ਦਿੱਤੇ ਤੇ ਇਹਨਾਂ ਦਾ ਵੀ ਕਹਿਣਾ ਕਿ ਇਹ ਕਾਨੂੰਨੀ ਕਾਰਵਾਈ ਕਰਨਗੇ ਤੇ ਇਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਵੀ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ। ਫਿਲਹਾਲ ਕੋਰਟ ਵੱਲ ਰੁਖ ਕਰਦੇ ਪਏ ਹਨ। ਮਾਮਲਾ ਕੀ ਹੋਏਗਾ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਹੀ ਤੈਅ ਕਰੇਗੀ ਕੌਣ ਦੋਸ਼ੀ ਹੈ ਕੌਣ ਨਹੀਂ। 23 ਫਰਵਰੀ 2022 ਨੂੰ ਪੂਜਾ ਅਰੋੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਉਸ ਤੋਂ ਬਾਅਦ 48 ਦਿਨਾਂ ਬਾਅਦ ਅੱਜ ਸੁਭਾਸ਼ ਸਹਿਗਲ ਆਪਣੇ ਫੇਵਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਨ ਤੇ ਕਹਿੰਦੇ ਉਹਨਾਂ ਤੇ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਤੇ ਦੂਸਰੀ ਚੀਜ਼, ਜਿਹੜੇ ਬੱਚਿਆਂ ਦੇ ਉੱਥੇ ਭੀਖ ਮੰਗਣ ਦੀ ਗੱਲਬਾਤ ਕੀਤੀ ਗਈ ਸੀ, ਉਹ ਬੱਚੇ ਉੱਥੇ ਅਯਾਸ਼ੀ ਕਰਦੇ ਰਹੇ, ਘੁੰਮਦੇ ਫਿਰਦੇ ਰਹੇ। ਉਸੇ ਮਾਮਲੇ ਵਿੱਚ ਆਪਾਂ ਦੁਬਾਰਾ ਗੱਲਬਾਤ ਕਰਾਂਗੇ ਪੂਜਾ ਅਰੋੜਾ ਨਾਲ। ਤੇ ਜਿਸ ਤਰ੍ਹਾਂ ਕਿ ਉਹੀ ਇਲਜ਼ਾਮ ਲਗਾਇਆ ਸੀ ਸੁਭਾਸ਼ ਸਹਿਗਲ ਦੇ ਉੱਤੇ ਕਿ ਉਹਨਾਂ ਨੇ ਵੀਜ਼ਾ ਲਗਾ ਕੇ ਉਹਨਾਂ ਤੁਹਾਡੇ ਬੱਚੇ ਬਾਹਰ ਭੇਜੇ ਜਿੱਥੇ ਕਿ ਨੌਕਰੀ ਨਹੀਂ ਦਵਾਏਗੀ। ਉਸ ਤੋਂ ਬਾਅਦ ਬੱਚਿਆਂ ਨੂੰ ਪੈਸਿਆਂ ਦੀ ਕਮੀ ਹੋਣ ਕਰਕੇ ਭੀਖ ਮੰਗਣੀ ਪਈ। ਪਰ ਉਹਨਾਂ ਨੇ ਅੱਜ ਕੁਝ ਫੋਟੋਆਂ ਦਿਖਾਈਆਂ ਜੋ ਕਿ ਤੁਹਾਡੇ ਬੱਚੇ ਦੇ ਇੰਸਟਾਗ੍ਰਾਮ ਤੋਂ ਹੀ ਲਿੱਤੀਆਂ ਗਈਆਂ ਸਨ ਕਿ ਉਹਨਾਂ ਦਾ ਕਹਿਣਾ ਕਿ ਇਹ ਬੱਚੇ ਘੁੰਮਦੇ ਫਿਰਦੇ ਰਹੇ, ਉਹਨਾਂ ਨੂੰ ਨੌਕਰੀ ਵੀ ਦਵਾਏਗੀ, ਪਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਕੀਤੀ। ਸਰ ਗੱਲ ਇਸ ਤਰ੍ਹਾਂ ਸੀ ਕਿ ਜਦੋਂ ਮੇਰੇ ਬੱਚੇ ਇੱਥੋਂ ਦੀ ਗਏ ਸੀ ਨਾ, ਤੇ ਮੈਂ ਆਪਣੇ ਵੱਡੇ ਬੇਟੇ ਨੂੰ 20,000 ਰੁਪਏ ਦਿੱਤਾ ਸੀ, ਛੋਟੇ ਨੂੰ ਵੀ 20,000 ਰੁਪਏ ਦਿੱਤਾ ਸੀ। ਤੇ ਮੇਰੇ ਬੱਚੇ ਉੱਥੇ ਜਾ ਕੇ ਮੈਨੂੰ ਫੋਨ ਕਰਦੇ ਸੀ ਕਿ ਮੰਮਾ ਇੱਥੇ ਸਾਨੂੰ ਜੌਬ ਨਹੀਂ ਮਿਲੀ, 1 ਹਫ਼ਤਾ ਹੋ ਗਿਆ। ਤੇ ਮੈਂ ਉਹਨਾਂ ਨੂੰ ਪਤਾ ਕੀ ਕਹਿੰਦੀ ਸੀ, ਦਿਲਾਸਾ ਦੇਣ ਵਾਸਤੇ
ਕਿ ਲੈ ਵੀ ਇਹ ਨਾ ਹੋਵੇ ਕਿਤੇ ਉਹ ਕਾਹਲੀ ਪੈ ਜਾਣ ਕਿ ਵਾਪਸ ਆਉਣ ਦੀ ਕਹਿਣ ਕਿ ਲੈ ਵੀ ਮੈਨੂੰ ਵਾਪਸ ਬੁਲਾਓ। ਮੈਂ ਉਹਨਾਂ ਨੂੰ ਕਹਿੰਦੀ ਸੀ ਤੇਰੇ ਕੋਲ ਪੈਸੇ ਹੈਗੇ ਆ ਨਾ, ਤੂੰ ਉੱਥੇ ਇੰਜੋਇਮੈਂਟ ਕਰ, ਕੋਈ ਗੱਲ ਨਹੀਂ, ਖਾ ਪੀ ਮੌਜਾਂ ਕਰ, ਤੂੰ ਸਮਝ ਕਿ ਮੈਂ ਘੁੰਮਣ ਗਿਆ ਹੋਇਆ। ਤੂੰ ਇਹ ਗੱਲ ਨਹੀਂ ਸੋਚਣੀ ਕਿ ਮੈਂ ਕਿਤੇ ਜੌਬ ਵਾਸਤੇ ਗਿਆ। ਉਹ ਮੇਰੀ ਥਿੰਕਿੰਗ ਹੈ। ਮੇਰੀ ਸਰ ਨਾਲ ਗੱਲ ਹੋ ਚੁੱਕੀ ਹੈ, ਸੁਭਾਸ਼ ਸਰ ਨਾਲ। ਉਹਨਾਂ ਨੇ ਕਿਹਾ ਸੀ ਕਿ ਵੀ ਪੂਜਾ 15-20 ਦਿਨ ਲੱਗ ਜਾਂਦੇ ਹੁੰਦੇ ਆ, ਕਿਉਂਕਿ ਬਾਹਰ ਦੀ ਕੰਟਰੀ ਹੈ, ਉੱਥੇ ਮਤਲਬ ਕਿ ਸੈਟਿੰਗ ਕਰਨੀ, ਸਭ ਕੁਝ ਕਰਨਾ। ਇਸ ਕਰਕੇ ਬਾਅਦ 'ਚ ਤੂੰ ਇਹ ਨਾ ਸੋਚ ਕਿ ਮਤਲਬ ਕਿ ਤੇਰੇ ਬੱਚੇ ਜੌਬ ਤੇ ਨਹੀਂ ਲੱਗਣਗੇ। ਉਹਨਾਂ ਨੂੰ ਕਹੋ ਰੋਟੀ ਪਾਣੀ ਖਾਓ, ਸਭ ਕੁਝ ਕਰੋ, ਜਦੋਂ ਘੁੰਮ ਫਿਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਜੌਬ ਲਗਵਾ ਦਾਂਗਾ। ਤੇ 20-25 ਦਿਨ ਤਾਂ ਮੇਰੇ ਬੱਚਿਆਂ ਨੇ ਐਸ਼ ਕਰਨੀ ਸੀ ਸਰ, ਕਿਉਂਕਿ ਮੇਰੇ ਉਹਨਾਂ ਕੋਲ 20,000 ਰੁਪਈਆ ਹੈਗਾ ਸੀ। ਇਸ ਕਰਕੇ ਉਹਨਾਂ ਨੇ ਮੇਰੇ ਪੈਸੇ ਤੇ ਐਸ਼ ਕੀਤੀ ਆ। ਜਦੋਂ ਉਹਨਾਂ ਕੋਲ ਪੈਸੇ ਮੁੱਕ ਗਏ, ਉਹਨਾਂ ਨੂੰ ਜੌਬ ਨਹੀਂ ਮਿਲੀ, ਤੇ ਉਹ ਤਰਫਣ ਲੱਗ ਪਏ ਕਿ ਮੰਮਾ ਹੁਣ ਤੇ ਸਾਡੇ ਕੋਲ ਪੈਸੇ ਵੀ ਖਤਮ ਹੋ ਗਏ ਆ, ਹੁਣ ਤੇ ਆਪਾਂ ਰੋਟੀ ਵੀ ਨਹੀਂ ਸਾਨੂੰ ਮਿਲਦੀ ਵੀ, ਆਪਾਂ ਤੇ ਰੋਟੀ ਤੋਂ ਵੀ ਆਤਰ ਹੋ ਗਏ ਆ। ਫਿਰ ਮੈਂ ਆਪਣੇ ਬੱਚਿਆਂ ਨੂੰ ਖੁਦ 5-5 ਵਜੇ ਮੈਂ ਸੁਭਾਸ਼ ਨਾਲ ਗੱਲ ਵੀ ਕੀਤੀ ਸੀ ਇਸ ਬਾਰੇ ਕਿ ਸਰ ਮੇਰੇ ਬੱਚਿਆਂ ਦੇ ਪੈਸੇ ਮੁੱਕ ਗਏ ਆ, ਉਹਨਾਂ ਨੂੰ ਜੌਬ ਲਗਵਾ ਦਿਓ। ਇਹਨਾਂ ਨੇ ਮੈਨੂੰ ਇੱਕ ਝੂਠੀ ਇੰਟਰਵਿਊ ਪਾਤੀ ਮੇਰੇ ਬੱਚਿਆਂ ਦੀ, ਮੈਂ ਲਿਸਟ ਫੜ ਕੇ ਕਿ ਇਹ ਵੇਖੋ ਤੇਰੇ ਬੱਚੇ 에ਅਰਪੋਰਟ ਤੇ ਜੌਬ ਚੱਲੇ ਆ, ਤੂੰ ਫਿਕਰ ਨਾ ਕਰ, ਤੂੰ ਟੈਨਸ਼ਨ ਨਾ ਕਰ, ਹੁਣ ਤੈਨੂੰ ਪੈਸੇ ਕੋਈ ਪਵਾਉਣ ਦੀ ਨੌਬਤ ਨਹੀਂ ਆਣੀ। ਉਹਨਾਂ ਦਾ ਕਹਿਣਾ ਹੈ ਕਿ ਇੰਟਰਵਿਊ ਤੋਂ ਬਾਅਦ ਬੱਚਿਆਂ ਨੇ ਆਪ ਮਨਾ ਕਰ ਦਿੱਤਾ ਸੀ ਕਿ ਮੇਰਾ ਮਨ ਨਹੀਂ ਹੈਗਾ। ਉਹਨਾਂ ਨੇ ਇਸ ਦੇ ਲਈ ਉਹਨਾਂ ਦੀ ਚੈਟਿੰਗ ਵੀ ਦਿਖਾਈ ਕਿ ਬੱਚਿਆਂ ਦਾ ਮਨ ਨਹੀਂ ਹੈਗਾ ਸੀ ਜੌਬ ਕਰਨ ਦਾ, ਕੁਝ ਪੈਸੇ ਘੱਟ ਸੀ। ਸਰ ਇਹ ਗੱਲ ਨਹੀਂ ਸੀ, ਇੰਟਰਵਿਊ ਤੋਂ ਮਨਾ ਇਸ ਕਰਕੇ ਕੀਤਾ ਸੀ ਕਿਉਂਕਿ ਇਹਨਾਂ ਨੇ ਜੌਬ ਕਹੀ ਸੀ ਮੇਰੇ ਨੂੰ ਇੰਟਰਵਿਊ ਹੋਣ ਤੋਂ ਬਾਅਦ 에ਅਰਪੋਰਟ ਤੇ ਜੌਬ ਕਦੋਂ ਕਿਹੜੀ ਕਹਿੰਦੇ ਪਏ ਸੀ, ਮਲਬਾ ਚੁੱਕਣ ਦੀ ਕਹਿ ਰਹੇ ਸੀ ਕਿ ਸੈਂਟਰੀ ਦਾ ਕੰਮ ਹੈਗਾ ਵਾ, ਉੱਥੇ ਸਾਈ ਲੱਗੀ ਹੋਈ ਹੈ, ਮਕਾਨ ਬਣਦੇ ਪਏ ਬਿਲਡਿੰਗ ਲੈਵਲ ਦਾ, ਤੇ ਉੱਥੇ ਮਲਬੇ ਦੀ ਟਰਾਲੀਆਂ ਚੁੱਕਣੀਆਂ, ਕੜਾਈਆਂ ਚੁੱਕਣੀਆਂ। ਮੇਰੇ ਬੱਚੇ ਜੌਬ ਕਰਨ ਵਾਸਤੇ ਗਏ ਸੀ 에ਅਰਪੋਰਟ ਦੀ ਜਾਂ ਫਿਰ ਚਾਕਲੇਟ ਮਤਲਬ ਕਿ ਫੈਕਟਰੀ 'ਚ ਇਹ ਜੌਬ ਕਰਨ ਨਹੀਂ ਸੀ ਗਏ ਕਿ ਮਤਲਬ ਕਿ ਮੇਰੇ ਬੱਚੇ ਉੱਥੇ ਕੜਾਈਆਂ ਚੁੱਕਦੇ। ਜੇ ਕੜਾਈਆਂ ਚੁੱਕਣੀਆਂ ਸੀ 300 ਰੁਪਏ ਦਿਹਾੜੀ ਵਿੱਚ, ਤੇ ਮੈਂ ਇੱਥੇ ਨਹੀਂ ਚੁਕਵਾ ਸਕਦੀ ਸੀ। ਮੇਰੇ ਬੱਚੇ ਇੱਥੇ ਵੀ ਕੜਾਈਆਂ ਚੁੱਕ ਸਕਦੇ ਸੀ, ਇੱਥੇ ਵੀ ਮੈਂ ਮਜ਼ਦੂਰ ਦੀ ਨੌਕਰੀ ਲਗਵਾ ਸਕਦੀ ਸੀ। ਮਜ਼ਦੂਰ ਦੀ ਤੇ ਇੱਥੇ ਦਿਹਾੜੀ ਮੈਂ ਕਹਿੰਦੀ 700 ਰੁਪਏ ਮਾਨ ਨਹੀਂ ਗਈ, ਇੰਨੀ ਦੂਰ ਕੀ ਭੇਜਣ ਦੀ ਨੌਬਤ ਆਣੀ ਸੀ ਮੈਨੂੰ। ਫਿਰ ਦੂਸਰੀ ਚੀਜ਼ ਉਹ ਕਹਿੰਦੇ ਬੱਚੇ ਤੁਹਾਡੇ ਬੁਰੀ ਸੰਗਤ 'ਚ ਪੈ ਰਹੇ ਸੀ, ਇਸ ਕਰਕੇ ਤੁਸੀਂ ਆਪ ਉਹਨਾਂ ਨੂੰ ਵੀਜ਼ਾ ਐਕਸਪਾਇਰ ਹੋਣ ਦੇ ਬਾਅਦ ਵੀ ਆਪ ਕਿਹਾ ਸੀ ਕਿ ਇਹਨਾਂ ਦਾ ਵੀਜ਼ਾ ਐਕਸਟੈਂਡ ਕਰੋ। ਬੱਚੇ ਜਦੋਂ ਆਉਣ ਦੀ ਗੱਲ ਕਰਦੇ ਪਏ ਆ ਤਾਂ ਉਹਨਾਂ ਨੂੰ ਉੱਥੇ ਹੀ ਰੱਖੋ, ਤੁਸੀਂ ਜੌਬ ਤੇ ਲਵਾ ਕੇ ਦਿਓ। ਸਰ ਮੇਰੇ ਬੱਚੇ ਬੁਰੀ ਸੰਗਤ 'ਚ ਕਦੀ ਪਏ ਨਹੀਂ ਆ। ਮੇਰਾ ਵੱਡਾ ਬੇਟਾ ਤੇ ਇੰਨਾ ਭੋਲਾ ਗਾ, ਉਹਨੂੰ ਤੇ ਵੀ ਨਹੀਂ ਪਤਾ ਹੈਗਾ ਕਿ ਸ਼ਰਾਬ ਹੁੰਦੀ ਕੀ ਹੈ। ਉਹ ਤੇ ਸ਼ਰਾਬ ਦੀ ਸੰਗਤ ਵਿੱਚ ਕਦੀ ਪਿਆ ਹੀ ਨਹੀਂ। ਉਹਨੇ ਤੇ ਕਦੀ ਮੇਰਾ ਉਹਦਾ ਬਲੱਡ ਟੈਸਟ ਕਰਵਾਓ ਤੁਸੀਂ, ਅੱਜ ਕੱਲ੍ਹ ਬੜੇ ਟੈਸਟ ਚੱਲੇ ਹੋਏ ਵੱਡੇ, ਤੁਸੀਂ ਕਿਉਂ ਨਹੀਂ ਕਰਵਾ ਰਹੇ? ਤੇ ਉਹਨਾਂ ਕੋਲ ਟੈਸਟ ਦੀ ਰਿਪੋਰਟਾਂ ਦੇ ਮੈਨੂੰ। ਅੱਛਾ ਜੇਕਰ ਮੇਰੇ ਬੱਚਾ ਬੁਰੀ ਸੰਗਤ 'ਚ ਹੈਗਾ ਸੀ, ਫਿਰ ਇਹਨੇ ਕਿਉਂ ਮਤਲਬ ਕਿ ਟੈਸਟ ਵਿੱਚ ਕਿਉਂ ਨਹੀਂ ਆਇਆ? ਇਹਨੇ ਮੈਡੀਕਲ ਕਰਵਾਇਆ, ਸਭ ਕੁਝ ਕਰਵਾਇਆ ਬੱਚੇ ਦਾ, ਟੈਸਟ ਵਗੈਰਾ ਕਰਾ ਕੇ ਬੱਚਾ ਬਾਹਰ ਕੰਟਰੀ ਜਾਂਦਾ, ਉਂਝ ਤੇ ਨਹੀਂ ਜਾਂਦਾ। ਇਹਨੇ ਕਿਸ ਤਰ੍ਹਾਂ ਫਿਰ ਮੈਡੀਕਲ ਕਿਸ ਤਰ੍ਹਾਂ ਝੂਠੇ ਦੇ ਦਿੱਤੇ ਇਹਨੇ? ਮੇਰਾ ਬੱਚਾ ਕੋਈ ਬੁਰੀ ਸੰਗਤ 'ਚ ਨਹੀਂ ਸੀਗਾ। ਇਹਨੇ ਮੈਨੂੰ ਕਿਹਾ ਸੀ ਕਿ ਤੇਰੇ ਬੱਚੇ ਨੂੰ ਤੇ ਜੌਬ ਲੱਗ ਜਾਏਗੀ, ਸਭ ਕੁਝ ਹੋ ਜਾਏਗਾ, ਜੇਕਰ ਤੇਰੇ ਬੱਚੇ ਇੱਥੇ ਸਟੈਂਡ ਨਹੀਂ ਹੋਣਗੇ ਮੈਨੂੰ 15 ਲੱਖ ਰੁਪਏ ਦੇ ਦੀ, ਮੈਂ ਨਿਊਜ਼ੀਲੈਂਡ ਭੇਜ ਦਾਂਗਾ ਆਪਣੇ ਬੇਟੇ ਕੋਲੋਂ। ਉੱਥੇ ਕੀਵੀ ਦੀ ਫੈਕਟਰੀ ਹੈਗੀ ਆ, ਮੇਰਾ ਬੇਟਾ ਉੱਥੇ ਕੀਵੀ ਦੀ ਫੈਕਟਰੀ 'ਚ ਆਪਣੀ ਉਹਦੀ ਫੈਕਟਰੀ ਹੈ, ਉਹਨੂੰ 3 ਬੰਦੇ ਚਾਹੀਦੇ ਆ, 2 ਤੇਰੇ ਮੁੰਡੇ ਭੇਜ ਦਾਂਗਾ, 1 ਮੈਂ ਹੋਰ ਕੋਈ ਭੇਜ ਦਾਂਗਾ। ਮੈਂ ਤੇ ਇਸ ਭੁਲੇਖੇ ਦੇ ਵਿੱਚ ਇਹਦੇ ਨਾਲ ਸੈਟਿੰਗ ਕਰਦੀ ਰਹੀ, ਚਲੋ ਕੋਈ ਗੱਲ ਨਹੀਂ ਮੇਰੇ ਬੱਚੇ ਸਟੈਂਡ ਕਰੇਗਾ। ਜੇਕਰ ਸਰ ਮੈਨੂੰ ਇੰਨਾ ਪਤਾ ਹੁੰਦਾ ਕਿ ਮੇਰੇ ਬੱਚੇ ਤੇ ਸ਼ਰਾਬ ਪੀਂਦੇ ਪਏ ਆ, ਮੇਰੇ ਬੱਚੇ ਆਦੀ ਆ, ਤੇ ਫਿਰ ਮੇਰੇ ਬੱਚਿਆਂ ਨੂੰ ਬਾਹਰ ਨੌਬਤ ਕੀ ਆਉਣੀ ਸੀ? ਫਿਰ ਮੇਰੇ ਬੱਚੇ ਇੱਥੋਂ ਹੀ ਨਾ ਜਾਂਦੇ। ਮੇਰੇ ਬੱਚੇ ਮੇਰਾ ਕਹਿਣਾ ਮੰਨ ਕੇ ਕਹੇ ਕਿ ਚਲੋ ਮੰਮਾ ਆਪਾਂ ਉੱਥੇ ਸਟੈਂਡ ਹੋਵਾਂਗੇ, ਆਪਾਂ ਆਪਣੀ ਗੁੱਡਵਿਲ ਬਣਾ ਲਾਂਗੇ, ਤੈਨੂੰ ਮਹੀਨਾ ਭੇਜਾ ਕਰਾਂਗੇ ਇੱਥੋਂ ਦੀ, ਫਿਰ ਆਪਾਂ ਕੈਨੇਡਾ ਨਿਕਲ ਜਾਵਾਂਗੇ। ਉਹਨਾਂ ਦਾ ਖਾਬ ਇਹ ਸੀ, ਸ਼ਰਾਬ ਪੀਣ ਦਾ ਖਾਬ ਨਹੀਂ ਸੀ ਸੰਗਤ ਵਿੱਚ। ਜੇ ਬੁਰੀ ਸੰਗਤ 'ਚ ਹੈਗੇ ਸੀ ਤੇ ਮੇਰੇ ਬੱਚੇ ਤੇ ਰੋਟੀ ਤੋਂ ਭੁੱਖੇ ਮਰਦੇ। ਦੂਸਰੀ ਚੀਜ਼ ਤੁਹਾਡੇ ਵੱਲੋਂ ਕਿਹਾ ਗਿਆ ਸੀ ਉਹਨਾਂ ਨੂੰ ਕਿ ਇਹਨਾਂ ਦਾ ਵੀਜ਼ਾ ਐਕਸਟੈਂਡ ਕਰ ਦਿੱਤਾ ਜਾਵੇ। ਸਰ ਮੇਰੀ ਗੱਲ ਸੁਣੋ, ਵੀਜ਼ਾ ਹੋ ਗਿਆ ਸੀ ਵੱਡੇ ਬੇਟੇ ਦਾ ਖਤਮ, ਤੇ ਮੈਂ ਸਰ ਨੂੰ ਕਿਹਾ ਸਰ ਮੇਰੇ ਬੱਚੇ ਦਾ ਵੀਜ਼ਾ ਖਤਮ ਹੋ ਗਿਆ ਵਾ, ਜੋਬ ਕਦੋਂ ਲੱਗਣੀ ਹੈ? ਜੋਬ ਤਾਂ ਲੱਗੀ ਨਹੀਂ, ਤੁਸੀਂ ਵੇਖ 10,000 ਰੁਪਏ ਹੋਰ ਲੈ ਲਿਆ ਕੈਸ਼ 에ਅਰਪੋਰਟ ਦੀ ਜੋਬ ਵਾਸਤੇ। ਇਹਨਾਂ ਨੇ ਫਿਰ ਕਿਹਾ ਕਿ ਪੂਜਾ ਮੈਂ ਬੈਠਾ ਵਾਂ, ਮੈਂ ਵੀਜ਼ਾ ਸਟੈਂਡ ਕਰਾ ਕੇ ਦੇਵਾਂਗਾ, ਜੋਬ ਮੈਂ ਲਗਵਾ ਕੇ ਦੇਵਾਂਗਾ, ਤੂੰ ਫਿਕਰ ਨਾ ਕਰ। ਮੇਰਾ ਬ੍ਰਦਰ ਹੈਗਾ ਰਾਕੇਸ਼ ਭਸੀਨ ਵੀ, ਉਹਨਾਂ ਦੀ ਰਿਕਾਰਡਿੰਗ ਵੀ ਹੈ, ਇਹਨੇ ਉਹਨੂੰ ਵੀ ਫੋਨ ਕੀਤਾ ਤੇ ਉਹਨਾਂ ਨੂੰ ਵੀ ਇਹੀ ਗੱਲ ਕਹੀ ਕਿ ਵੀਜ਼ਾ ਮੈਂ ਸਟੈਂਡ ਕਰਾ ਕੇ ਦੇਵਾਂਗਾ, ਤੁਸੀਂ ਕਿਉਂ ਫਿਕਰ ਕਰਦੇ ਪਏ ਹੋ ਜਦੋਂ ਮੈਂ ਭੇਜਿਆ ਵਾ। ਫਿਰ ਇਹਨਾਂ ਨੇ ਮੈਨੂੰ ਕਿਹਾ ਕਿ 에ਅਰਪੋਰਟ ਤੇ ਜੌਬ ਲੱਗਣੀ ਹੈ, 10,000 ਰੁਪਇਆ ਇੱਕ ਹੋਰ ਲੱਗਣਾ ਵਾ, ਕਿਉਂਕਿ ਉੱਥੇ 45,000 ਰੁਪਇਆ 에ਅਰਪੋਰਟ ਜੌਬ ਵਾਲੇ ਮੰਗਦੇ ਪਿਆ। ਫਿਰ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਜਾ ਦੇ ਆ, ਕੋਈ ਗੱਲ ਨਹੀਂ, ਜਿੱਥੇ ਇੰਨੇ ਪੈਸੇ ਲੱਗੇ 10,000 ਹੋਰ ਸਹੀ। ਮੈਂ 10,000 ਰੁਪਏ ਦੇ ਕੇ ਆਈ, ਲੇਕਿਨ ਮੇਰਾ ਬੱਚਾ 에ਅਰਪੋਰਟ ਤੇ ਜੌਬ ਲੱਗਾ ਹੀ ਨਹੀਂ। ਤੇ ਫਿਰ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਮੈਂ ਕਹਿੰਦੀ, ਫਿਰ ਇਹਨਾਂ ਨੇ ਮੈਨੂੰ ਝੂਠ ਬੋਲ ਦਿੱਤਾ ਕਿ ਬੱਚਾ ਤੇਰਾ 에ਅਰਪੋਰਟ ਜੌਬ ਜਾ ਚੁੱਕਾ ਵਾ। ਤੇ ਮੈਂ 2 ਦਿਨ ਕੰਟੈਕਟ 'ਚ ਨਹੀਂ ਰਹੀ ਆਪਣੇ ਬੱਚੇ ਦੇ, ਕਿਉਂਕਿ ਇਸ ਕਰਕੇ ਕੰਟੈਕਟ 'ਚ ਨਹੀਂ ਰਹੀ ਕਿਉਂਕਿ ਇਹਨਾਂ ਰੂਮ ਦਾ ਰੈਂਟ ਨਹੀਂ ਸੀ ਦਿੱਤਾ, ਇਹਨਾਂ ਨੇ ਉਹਨੂੰ ਰੂਮ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ, ਉਹਦਾ ਵਾਈਫਾਈ ਬੰਦ ਹੋ ਚੁੱਕਾ ਸੀ। ਇਸ ਕਰਕੇ ਮੇਰਾ 2 ਦਿਨ ਬੱਚੇ ਨਾਲ ਗੱਲਬਾਤ ਨਹੀਂ ਸੀ। ਇਹਨਾਂ ਮੈਨੂੰ ਝੂਠ ਬੋਲਦਾ 에ਅਰਪੋਰਟ ਦੀ ਜੌਬ ਤੇ ਚਲ ਗਿਆ। ਦੂਸਰੀ ਚੀਜ਼ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਵੀਡੀਓ ਬਣਾਈ ਗਈ ਹੈ, ਜਿਹੜੀ ਕਿ ਬੱਚੇ ਨੇ, ਤੁਸੀਂ ਪਹਿਲਾਂ ਵੀ ਪ੍ਰੈਸ ਦੇ ਵਿੱਚ ਜਾਰੀ ਕੀਤੀ ਸੀ, ਬੱਚਾ ਪਾਰਕਿੰਗ ਦੇ ਵਿੱਚ ਸੁੱਤਾ ਹੈ, ਬੱਚਾ ਭੀਖ ਮੰਗ ਕੇ ਆਪਣੀ ਰੋਟੀ ਇਕੱਠੀ ਕਰ ਰਿਹਾ ਹੈ, ਰੋਟੀ ਖਾ ਰਿਹਾ। ਉਹ ਚੀਜ਼ ਕਹਿੰਦੇ ਕਿ ਤੁਹਾਡਾ ਪੋਲੀਟੀਕਲ ਕੋਈ ਸਟੰਟ ਸੀ, ਕੋਈ ਪੋਲੀਟੀਕਲ ਬੰਦੇ ਤੁਹਾਡੇ ਨਾਲ ਜੁੜੇ ਸੀ ਜਿਸ ਕਰਕੇ ਤੁਸੀਂ ਇਹ ਚੀਜ਼ ਪਲਾਨ ਕੀਤੀ ਜੇ। ਸਰ ਮੇਰੀ ਗੱਲ ਸੁਣੋ, ਮੇਰਾ ਬੇਟਾ ਇਹਦੀ ਵਾਈਫ ਕੋਲ ਆਈਲੈਟਸ ਕਰਦਾ ਸੀ, ਠੀਕ ਹੈ। ਮੇਰਾ ਬੇਟਾ ਜਦੋਂ ਇਹਦੇ ਵਾਈਫ ਕੋਲ ਆਈਲੈਟਸ ਕਰਦਾ ਸੀ
ਜਦੋਂ ਇਹਨੇ ਮੈਨੂੰ ਆਪਣਾ ਅੰਦਰ ਵੜ ਕੇ ਮੈਨੂੰ ਕਿਹਾ ਕਿ ਤੇਰੇ ਬੱਚੇ ਮੈਂ ਦੁਬਈ ਭੇਜ ਦੇਣਾ ਵਾ, ਮੇਰਾ ਕੰਟੈਕਟ ਹੈ ਉੱਥੇ, ਅੱਛਾ ਸੁਭਾਨ ਨਾਮ ਦਾ ਉੱਥੇ ਬੰਦਾ ਏਜੰਟ ਹੈਗਾ ਵਾ, ਉਹ ਜੌਬ ਲਗਵਾਉਂਦਾ ਹੈ, ਵੇਖ ਮੇਰੇ ਹੋਰ ਵੀ ਬੱਚੇ ਬੜੇ ਗਏ ਆ। ਉਸ ਬੇਸ ਵਿੱਚ ਮੈਂ ਆਪਣੇ ਬੱਚੇ ਦੁਬਈ ਕਰ ਦਿੱਤੇ ਕਿਉਂਕਿ ਮੇਰਾ ਬੇਟਾ ਆਈਲੈਟਸ ਨਹੀਂ ਸੀ ਕਰ ਸਕਿਆ ਯਾਰ ਕੋਲੋਂ। ਆਈਲੈਟਸ ਕਰਨ ਇਹਨਾਂ ਦੇ ਆਫਿਸ ਜਾਂਦੇ ਪਏ ਸੀ? ਇਹਨਾਂ ਦੇ ਆਫਿਸ ਜਾਂਦਾ ਸੀ ਮੇਰਾ ਰਿਤਿਕ, ਕਿੱਥੇ ਆਫਿਸ ਕਿੱਥੇ ਇਹਨਾਂ ਦਾ? ਪਜ਼ੇਰੀਆ ਦੇ ਉੱਪਰ ਹੈਗਾ ਵਾ ਤੇ ਮਤਲਬ ਸੈਕੰਡ ਫਲੋਰ ਤੇ ਸੁਭਾਸ ਐਬਰੋਡ। ਇਹਨੇ ਮੇਰਾ ਬੇਟਾ ਤੇ ਬੇਟੀ ਦੋਵੇਂ ਯਾਰ ਕੋ ਆਈਲੈਟਸ ਕਰਦੇ ਸੀ ਤੇ ਮੇਰੀ ਬੇਟੀ ਤਾਂ ਚਲੋ ਮਤਲਬ ਕਿ ਬਾਹਰ ਜਾਂਦੀ ਇਹ ਨਹੀਂ, ਉਹਨੇ +2 ਨਹੀਂ ਸੀ ਕੀਤੀ। ਇਹਨੇ ਮੇਰੇ ਬੇਟੇ ਨੂੰ ਕਹਿ ਦਿੱਤਾ ਕਿ ਰਿਤਿਕ ਜੇ ਤੇ ਕੋ ਆਈਲੈਟਸ ਨਹੀਂ ਹੁੰਦੀ ਨਾ ਤੇ ਪੁੱਤਰ ਤੇ ਮੇਰੇ ਫੈਮਿਲੀ ਰਿਲੇਸ਼ਨ ਹੈ ਤੁਹਾਡੇ ਨਾਲ, ਮੈਂ ਬੇਟੇ ਨੂੰ ਦੁਬਈ ਭੇਜ ਦੇਣਾ। ਉਹਨੇ ਫਿਰ ਦਿਮਾਗ 'ਚ ਇੱਕੋ ਰੱਟ ਲਾ ਲਈ ਕਿ ਮੰਮਾ 1,20,000 ਰੁਪਇਆ ਤੂੰ ਮੇਰੇ ਕਰਕੇ ਖਰਚ ਨਹੀਂ ਕਰ ਸਕਦੀ। 1,20,000 ਰੁਪਇਆ ਕੀ ਹੁੰਦਾ ਵੈ, ਤੂੰ ਇੰਨੇ ਪੈਸੇ ਅੱਗੇ ਵੀ ਤੇ ਦੇਣੀ ਆ ਸਾਨੂੰ। 1,20,000 ਦੀ ਰਕਮ ਤੁਸੀਂ ਕੈਸ਼ ਦਿੱਤੀ ਸੀ ਜਾਂ ਉਹਨਾਂ ਦੇ ਬੈਂਕ 'ਚ ਟ੍ਰਾਂਸਫਰ ਕੀਤੇ? ਸਰ ਮੈਂ ਕੈਸ਼ ਦਿੱਤੀ ਸੀ, ਕਿੱਥੇ ਦਿੱਤੇ ਸੀ? ਇਹਨਾਂ ਦੇ ਆਫਿਸ ਦੇ ਵਿੱਚ? ਇੱਕ ਰਕਮ ਮੈਂ ਆਫਿਸ 'ਚ ਦਿੱਤੀ, ਇੱਕ ਮੈਂ ਅਮਨ ਐਵਨਿਊ ਦੇ ਕੇ ਆਈ ਸੀ। ਅਮਨ ਐਵਨਿਊ ਕਿੱਥੇ? ਅਮਨ ਐਵਨਿਊ ਇਹਨਾਂ ਦੇ ਘਰ 'ਚ। ਤੇ ਦੂਸਰੀ ਚੀਜ਼, ਤੁਹਾਡੇ ਦੋਨੇ ਬੇਟੇ ਜਦੋਂ ਚਲੇ ਗਏ ਉਹਨਾਂ ਦਾ ਕਹਿਣਾ ਛੋਟਾ ਬੇਟਾ ਤੁਹਾਡਾ ਉਹ ਜਿੱਦ ਕਰ ਰਿਹਾ ਸੀ ਕਿ ਮੇਰੀ ਵਾਈਫ ਨੂੰ ਵੀ ਦੁਬਈ ਭੇਜਿਆ ਜਾਵੇ। ਸਰ ਜਿੱਦ ਕਰ ਰਿਹਾ ਸੀ, ਪਤਾ ਕੀ ਗੱਲ ਹੈ, ਉਹਦਾ ਨਾ ਦਿਲ ਨਹੀਂ ਸੀ ਲੱਗ ਰਿਹਾ ਦੁਬਈ ਜਾ ਕੇ। ਉਹ ਕਹਿੰਦਾ ਸੀ ਮੰਮੀ ਕੰਮ ਵੀ ਨਹੀਂ ਮਿਲਿਆ, ਮਹੀਨਾ ਹੋ ਗਿਆ ਵਿਹਲੇ ਬੈਠੇ ਆ, ਗੱਡੀ ਆਂਦੀ ਹੈ ਤਿਆਰ ਕਰਕੇ ਲੈ ਜਾਂਦੀ ਹੈ, ਉਹ ਗੱਡੀ ਬਸ ਆਫਿਸ ਦੇ ਬਾਹਰ ਘੁੰਮ ਕੇ ਫਿਰ ਬੱਚਿਆਂ ਨੂੰ ਉਸੇ ਰੋਡ ਤੇ ਉਤਾਰ ਦਿੰਦੀ ਹੈ। 15 ਦਿਨ ਇੱਕ ਫਲੈਟ 'ਚ ਰਹਿੰਦਾ, 15 ਦਿਨ ਚੇਂਜ ਕਰਕੇ ਕਿਰਾਇਆ ਨਹੀਂ ਦਿੰਦੇ, ਦੂਜੇ ਫਲੈਟ ਤੇ ਕੱਢ ਦਿੰਦੇ ਸੀ। ਦੂਜੇ ਫਲੈਟ ਤੇ ਜਾਂਦੇ ਸੀ ਉੱਥੇ ਪਾਣੀ ਬੰਦ ਹੋ ਜਾਂਦਾ ਸੀ, ਉਹਦੇ ਵਾਈਫਾਈ ਬੰਦ ਹੋ ਜਾਂਦਾ ਸੀ, ਰੈਂਟ ਨਹੀਂ ਦਿੰਦੇ, ਉਹ ਰੈਂਟ ਵਾਲਾ ਉਹਨਾਂ ਦੇ ਪਾਸਪੋਰਟ ਖੋਲ੍ਹ ਦਾ ਸੀ। ਇਸ ਕਰਕੇ ਉਹ ਮੈਨੂੰ ਕਹਿੰਦਾ ਸੀ ਕਿ ਮੰਮੀ ਤੂੰ ਨਾ ਚਾਹਤ ਨੂੰ ਵੀ ਭੇਜ ਦੇ, ਮੇਰਾ ਤੇ ਮਨ ਲੱਗਾ ਰਹੇਗਾ, ਫਿਰ ਮੈਂ ਬੈਠਾ ਰਵਾਂਗਾ ਤੇ ਚਾਹਤ ਨੂੰ ਵੀ ਕੋਈ ਜੌਬ ਲਗਵਾ ਦੇ। ਸਹਿਗਲ ਨੇ ਮੈਨੂੰ ਕਿਹਾ ਸੀ ਕਿ ਉਹਦਾ 80,000 ਰੁਪਏ ਲੱਗਣਾ ਵੈ, ਉਹਨੂੰ ਮੈਂ ਮੋਲ ਤੇ ਜੌਬ ਲਗਵਾਉਣਾ, +2 ਪੜ੍ਹੀ ਹੋਈ ਹੈ ਤੇ ਆਪਣੀ ਭਤੀਜੀ ਨੂੰ ਵੀ ਭੇਜ ਦੇ, ਦੋਵਾਂ ਨੂੰ ਇਕੱਠੇ ਭੇਜ ਦੇ। ਸਹਿਗਲ ਨੇ ਕਿਹਾ ਸੀ ਜਾਂ ਜੈਸਮੀਨ ਨੇ ਕਿਹਾ ਸੀ? ਮੈਨੂੰ ਸਹਿਗਲ ਨੇ ਕਿਹਾ ਸੀ, ਮੈਂ ਜੈਸਮੀਨ ਨੂੰ ਤਾਂ ਜਾਣਦੀ ਨਹੀਂ, ਜੈਸਮੀਨ ਕੌਣ ਹੈ, ਜੈਸਮੀਨ ਨੂੰ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿਉਂ ਕੌਣ ਹੈ। ਮੈਨੂੰ ਸਹਿਗਲ ਨੇ ਪਾਸਪੋਰਟ ਮੈਂ ਸਹਿਗਲ ਦੇ ਹੱਥ ਦਿੱਤਾ, ਸਹਿਗਲ ਨੇ ਕਿਹਾ ਸੀ ਜੈਸਮੀਨ ਮੈਡਮ ਨੂੰ ਫੜਾ ਦੇ, ਇਹ ਸਕੈਨ ਕਰ ਲਵੇ। ਉਹਨਾਂ ਦਾ ਕਹਿਣਾ ਹੈ ਕਿ ਜੈਸਮੀਨ ਤੇ ਤੁਸੀਂ ਇੱਕ ਦੂਜੇ ਨੂੰ ਆਪਸ ਵਿੱਚ ਪਹਿਲਾਂ ਹੀ ਜਾਣਦੇ ਸੀ, ਕਿਸੇ ਧਰਨੇ ਦੇ ਵਿੱਚ ਮਿਲੇ ਸੀ, ਉਹਦੀ ਤੁਹਾਡੀ ਪਛਾਣ ਹੋਈ? ਸਰ ਜੀ ਮੈਨੂੰ ਫੋਟੋ ਵਿਖਾਵੇ ਅੱਜ ਤੱਕ ਧਰਨੇ 'ਚ, ਆਗੇ ਪ੍ਰੂਫ ਵੀ ਤਾਂ ਹੁੰਦਾ ਨਾ ਕਿਸੇ ਧਰਨੇ 'ਚ। ਹੁਣ ਤਾਂ ਮੈਂ ਬੈਠੀ ਆ ਤੇ ਲਾਈਵ ਫੋਟੋ ਚੱਲਦੀ ਵੀ ਹੈ ਨਾ, ਕੋਈ ਮੈਨੂੰ ਧਰਨੇ ਦੀ ਜੈਸਮੀਨ ਦੇ ਨਾਮ ਮੈਨੂੰ ਧਰਨੇ ਦੀ ਫੋਟੋ ਵਿਖਾਵੇ। ਮੈਨੂੰ ਸਹਿਗਲ ਨੂੰ ਮਿਲਣ ਨੂੰ ਸਿਰਫ 3 ਮਹੀਨੇ ਹੋ ਗਏ ਸੀ। 3 ਮਹੀਨੇ ਤੋਂ ਮੇਰੇ ਦਫ਼ਤਰ ਆ ਰਹੀ ਸੀ, ਪਤਾ ਕਿਉਂ ਆ ਰਹੀ ਸੀ? ਕਿਉਂਕਿ ਮੇਰੇ ਬੱਚੇ ਕੋ ਆਈਲੈਟਸ ਕਰਦੇ ਸੀ, ਆਈਲੈਟਸ ਦੇ ਬੇਸ ਦੇ ਵਿੱਚ ਮੈਂ ਆਂਦੀ ਜਾਂਦੀ ਸੀ। ਦੂਸਰਾ ਉਹਨਾਂ ਦਾ ਕਹਿਣਾ ਕਿ ਤੁਸੀਂ ਸਹਿਗਲ ਨੂੰ ਕਾਫੀ ਸਾਲਾਂ ਤੋਂ ਜਾਣਦੇ ਪਏ ਹੋ ਤੇ ਤਕਰੀਬਨ 15 ਸਾਲ ਦਾ ਉਹਨਾਂ ਨੇ ਹਵਾਲਾ ਦਿੰਦੇ ਹੋਏ ਕਿਹਾ ਕਿ 15 ਸਾਲ ਤੋਂ ਤੁਸੀਂ ਜਾਣਦੇ ਹੋ। ਤੀਸਰੀ ਚੀਜ਼, ਬਿਲਕੁਲ ਰਾਈਟ ਹੈ, ਕਿਉਂਕਿ ਮੇਰੀ ਹੋਈ ਸੀ ਨਿਊ ਮੈਰਿਜ, ਮੇਰਾ ਥੋੜਾ ਜਿਹਾ ਆਪਣੇ ਸਹੁਰਿਆਂ ਨਾਲ ਡਿਸਪਿਊਟ ਚੱਲ ਪਿਆ ਸੀ ਤੇ ਮੇਰਾ ਜਿਹੜਾ ਚਾਚਾ ਸਹੁਰਾ ਸੀ ਨਾ ਉਹ ਸਹਿਗਲ ਨੂੰ ਜਾਣਦਾ ਸੀ, ਉਹ ਸਹਿਗਲ ਕੋਲ ਚਲਾ ਗਿਆ ਸੀ। ਸਹਿਗਲ ਨੇ ਮੈਨੂੰ ਫੋਨ ਕੀਤਾ ਕਿ ਪੂਜਾ ਕਿੱਥੇ ਆ, ਉੱਥੇ ਮੈਂ ਨਵੇਂ ਕੋਟ ਵਾਲੇ ਦਫ਼ਤਰ ਆ ਜਾ। ਮੈਂ ਚਲੀ ਗਈ, ਮੈਂ ਕਿਹਾ ਲੈ ਸਹਿਗਲ, ਮੈਂ ਫਿਰ ਇੱਕ ਦੂਜੇ ਨੂੰ ਜਾਣਦੀ ਸੀ, ਇਸ ਕਰਕੇ ਜਾਣਦੀ ਸੀ ਕਿਉਂਕਿ ਡਾਂਸਰਾਂ ਦਾ ਕੰਮ ਕਰਦਾ ਸੀ। ਕਲਕੱਤੇ ਵਾਲੀ ਗਲੀ 'ਚ ਦੀਪਕ ਰਹਿੰਦਾ ਸੀ ਡਾਂਸਰ, ਠੀਕ ਹੈ, ਡਾਂਸਰ ਮਤਲਬ ਦੀਪਕ, ਉਹਦਾ ਵੀ ਡਾਂਸਰਾਂ ਦਾ ਕੰਮ ਸੀ। ਇਹ ਇੱਕ ਦੂਜੇ ਕੋਲ ਡਾਂਸਰਾਂ ਲੈ ਕੇ ਭੇਜਦੇ ਸੀ ਤੇ ਇਸ ਕਰਕੇ ਮੈਂ ਦੀਪਕ ਕੋਲੋਂ ਇੱਕ ਵਾਰੀ ਗਈ ਸੀ ਕਿਸੇ ਲੜਕੀ ਨੂੰ ਸਿੰਗਿੰਗ ਸਿਖਾਉਣ, ਉਹ ਸਿੰਗਿੰਗ ਵੀ ਮਤਲਬ ਕਿ ਸਿਖਾਉਂਦਾ ਸੀ ਤੇ ਮੈਨੂੰ ਉਦੋਂ ਪਤਾ ਲੱਗਾ ਸੀ, ਉੱਥੇ ਬੈਠਾ ਸੀ ਤੇ ਮੈਨੂੰ ਪਤਾ ਲੱਗਾ ਸੀ ਇਹ ਦੋਵੇਂ ਡਾਂਸਰਾਂ ਦਾ ਕੰਮ ਕਰਦੇ ਆ। ਉਹ ਡਾਂਸਰਾਂ ਭੇਜਣ ਰਹੇ ਸੀ ਆਪਣੇ ਸ਼ੋਅ ਵਾਸਤੇ, ਤਦ ਮੇਰਾ ਮੇਲ ਚੁਲ ਹੋਇਆ ਸੀ ਉਹਦੇ ਨਾਲ 15 ਸਾਲ। ਤੁਹਾਡਾ ਜਿਹੜਾ ਬੇਟਾ, ਦੋਨੋਂ ਬੇਟੇ ਵਾਪਸ ਆਏ, ਇੱਕ ਪਹਿਲਾਂ ਵੱਡਾ ਬੇਟਾ ਜਾਂਦਾ ਫਿਰ ਛੋਟਾ ਬੇਟਾ ਜਾਂਦਾ, ਜਦੋਂ ਵਾਪਸੀ ਆਉਂਦੇ ਤੇ ਪਹਿਲਾਂ ਵੱਡਾ ਬੇਟਾ ਵਾਪਸ ਆਉਂਦਾ, ਜਿਹਦਾ ਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਸਹਿਗਲ ਜਾਂ ਜੈਸਮੀਨ ਨੂੰ ਦੱਸੇ ਬਗੈਰ ਵਾਪਸ ਆ ਗਿਆ ਤੇ ਜਿਹੜਾ ਛੋਟਾ ਬੇਟਾ ਉਹਦੀ ਵਾਪਸੀ ਦਾ ਇੰਤਜ਼ਾਮ ਉਹਨਾਂ ਨੇ ਸਹਿਗਲ ਹਨਾਂ ਕੀਤਾ। ਸਰ ਮੇਰੀ ਗੱਲ ਸੁਣੋ, ਉਹਦਾ ਪਾਸਪੋਰਟ ਸੀ ਨਾ, ਸੁਭਾਨ ਭੱਜ ਗਿਆ ਇਹਨਾਂ ਦਾ, ਪਾਕਿਸਤਾਨ ਦਾ ਜਿਹੜਾ ਏਜੰਟ ਸੀ ਨਾ ਉਹ ਭੱਜ ਗਿਆ ਉੱਥੋਂ, ਉਹਨੇ ਦੇਣਾ ਸੀ ਉਹਨਾਂ ਦਾ ਪੈਸਾ, ਰੈਂਟ ਰੁੰਟ ਦੇਣੇ ਸੀ, ਬੜਾ ਰੈਂਟ ਇਕੱਠਾ ਹੋ ਚੁੱਕਾ ਸੀ, ਉੱਤੋਂ ਮੇਰੇ ਬੇਟੇ ਨੂੰ ਜੁਰਮਾਨਾ ਪੈ ਗਿਆ 60,000 ਰੁਪਈਆ, 60,000 ਰੁਪਈਆ, 60 ਪੈਸੇ ਨਹੀਂ, 60 ਰੁਪਈਏ ਨਹੀਂ, 60,000 ਰੁਪਈਆ ਜੁਰਮਾਨਾ ਪੈ ਗਿਆ ਸੀ। ਮੇਰੇ ਬੇਟੇ ਨੂੰ ਉੱਥੋਂ ਦੀ ਪੁਲਿਸ ਫੜ ਲੈਂਦੀ ਨਾ ਤੇ ਮੇਰੇ ਬੇਟੇ ਤੇ ਕੋਈ ਨਾ ਕੋਈ ਕੇਸ ਪੈ ਜਾਣਾ ਸੀ। ਇਹਨਾਂ ਨੇ ਸੁਭਾਨ ਨੇ ਕੀ ਕੀਤਾ, ਮੇਰੇ ਬੇਟੇ ਦਾ ਪਾਸਪੋਰਟ ਵੀ ਖੋਲਿਆ ਹੋਇਆ ਸੀ, ਜਿਨ੍ਹਾਂ ਨੂੰ ਰੈਂਟ ਦੇਣਾ ਸੀ ਨਾ ਉਹਨਾਂ ਨੂੰ ਦੇ ਚੁੱਕੇ ਸੀ। ਮੇਰਾ ਬੇਟਾ ਰੋ ਰਿਹਾ ਸੀ ਕਿ ਮੰਮੀ ਮੇਰਾ ਪਾਸਪੋਰਟ ਜਿਨ੍ਹਾਂ ਨੂੰ ਰੈਂਟ ਦੇਣਾ ਇਹਨਾਂ ਨੇ ਉੱਥੇ ਗਿਰਵੀ ਪਾ ਦਿੱਤਾ ਵਾ। ਮੈਂ ਸਹਿਗਲ ਨਾਲ ਗੱਲ ਕੀਤੀ, ਮੈਂ ਕਿਹਾ ਸਰ ਤੁਸੀਂ ਰੈਂਟ ਆਪ ਦੇਣਾ ਵਾ, ਤੁਸੀਂ ਬੱਚੇ ਦਾ ਪਾਸਪੋਰਟ ਗਿਰਵੀ ਪਵਾਤਾ। ਕੋਈ ਗੱਲ ਨਹੀਂ ਪੂਜਾ, ਮੈਂ ਹੈਗਾ ਨਾ, ਤੂੰ ਮੇਰੇ ਤੇ ਵਿਸ਼ਵਾਸ ਕਰ, ਮੈਂ ਕਿਤੇ ਮਰ ਗਿਆ ਵਾਂ, ਮੈਂ ਤੇਰੇ ਨਾਲ ਆ, ਮੈਂ ਕਿਤੇ ਨਹੀਂ ਜਾਂਦਾ। ਮੈਂ ਕਿਹਾ ਚਲੋ ਠੀਕ ਹੈ, ਮੈਂ ਕਿਹਾ ਤੁਸੀਂ ਉਹਨੂੰ ਪਾਸਪੋਰਟ ਤੇ ਦਵਾ ਦਿਓ, ਤੂੰ ਇਸ ਤਰ੍ਹਾਂ ਕਰ ਛੋਟੇ ਬੇਟੇ ਦਾ ਪਾਸਪੋਰਟ ਮੈਂ ਦਵਾ ਦੇਣਾ, ਵੱਡੇ ਦਾ ਉਹਨੂੰ ਫੜਾ ਦੇ। ਇਹਨਾਂ ਨੇ ਕੀ ਕੀਤਾ, ਛੋਟੇ ਬੇਟੇ ਦਾ ਪਾਸਪੋਰਟ ਦਵਾਤਾ, ਵੱਡੇ ਬੇਟੇ ਦਾ ਪਾਸਪੋਰਟ ਮੇਰਾ ਉੱਥੇ ਜਮ੍ਹਾਂ ਕਰਾ ਦਿੱਤਾ ਉਹੀ ਮੈਂ ਮਾਲਾ ਮਕਾਨ ਕੋਲੋਂ। ਫਿਰ ਇਹਨਾਂ ਨੇ ਕੀ ਕੀਤਾ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਬੇਟੇ ਨੂੰ ਜੁਰਮਾਨਾ ਪੈ ਚੁੱਕਾ, ਇਹਦਾ ਵੀਜ਼ਾ ਸਟੈਂਡ ਕਰਾਓ। ਜੈਸਮੀਨ ਮੈਨੂੰ ਕਹਿੰਦੀ ਕਿ ਨਾ ਵੀਜ਼ਾ ਸਟੈਂਡ ਇਸ ਕਰਕੇ ਨਹੀਂ ਹੁੰਦਾ ਪਿਆ ਕਿਉਂਕਿ ਇਹ 19 ਸਾਲ ਦਾ ਵਾ, ਛੋਟੀ ਏਜ ਹੈ, ਉੱਥੇ ਇਹਨੂੰ ਜੋਬ ਲੱਗਣ ਵਾਸਤੇ 44,000 ਰੁਪਏ ਮੰਗਦੇ ਵੇ, 44,000 ਰੁਪਈਆ ਹੋਰ। ਮੈਂ ਕਿਹਾ ਮੈਂ ਨਹੀਂ ਦੇਣਾ ਕੋਈ ਵੀ 44,000 ਰੁਪਈਆ। ਉਸ ਤੋਂ ਭੇਜਣ ਤੋਂ ਪਹਿਲਾਂ ਉਹਨਾਂ ਨੇ ਇਹਦੀ ਏਜ ਚੈੱਕ ਨਹੀਂ ਕੀਤੀ ਸੀ? ਉਹੀ ਤਾਂ ਗੱਲ, ਮੈਂ ਇਹੀ ਗੱਲ ਤਾਂ ਰੱਟਾ ਪਿਆ ਮੇਰਾ ਜੈਸਮੀਨ ਦੇ ਨਾਲ।
ਮੈਂ ਕਿਹਾ ਤੁਸੀਂ ਏਜ ਨਹੀਂ ਚੈੱਕ ਕੀਤੀ ਸੀ ਕਿ ਜੋ ਮੇਰਾ ਬੇਟਾ 19 ਸਾਲ ਦਾ ਵਾ, ਤੁਸੀਂ ਕਿਸ ਤਰ੍ਹਾਂ ਭੇਜ ਦਿੱਤਾ ਫਿਰ ਮੇਰੇ ਕੋਲ 1,20,000 ਰੁਪਇਆ ਲੈ ਕੇ? ਪਹਿਲੇ ਮੈਨੂੰ ਦੱਸ ਕੇ ਭੇਜ ਦੇ। ਇਹ ਕਹਿੰਦੇ 44,000। ਮੈਂ ਕਿਹਾ 44,000 ਮੇਰੇ ਕੋਲ ਕੋਈ ਨਹੀਂਗਾ, ਜੇ ਮੇਰੇ ਬੇਟੇ ਨੂੰ ਜੌਬ ਲਗਵਾਉਣੀ ਠੀਕ ਹੈ, ਨਹੀਂ ਲਗਵਾਉਣੀ ਉਹਨੂੰ ਵਾਪਸ ਬੁਲਾ ਲਓ, ਮੈਂ 44,000 ਰੁਪਇਆ ਨਹੀਂ ਹੋਰ ਦੇ ਸਕਦੀ। ਮੇਰਾ ਬੇਟਾ ਕਹਿੰਦਾ ਮੰਮੀ ਨਾ ਕਰ ਤੂੰ 44,000 ਰੁਪਇਆ ਕਹਿੰਦੀ ਹੈ ਤੇ 44 ਪੈਸੇ ਵੀ ਕਿ 44 ਲੱਖ ਰੁਪਇਆ ਵੀ ਦੇ ਦੇ, ਕੋਈ ਸੈਟਿੰਗ ਨਹੀਂ ਕੀ, ਕੁਛ ਨਹੀਂ ਕੀ ਇਹਨਾਂ ਦੀ, ਇਹ ਤਾਂ ਕੋਈ ਪੈਸੇ ਖਾਂਦੇ ਬਈ। ਇੱਕ ਹੋਰ ਮੁੰਡਾ ਇੱਥੇ ਆ ਗਿਆ ਈ ਵਿਸ਼ਾਲ ਨਾਮ ਦਾ, ਉਹਨੂੰ ਵੀ ਜੌਬ ਨਹੀਂ ਮਿਲੀ, ਇਹਨਾਂ ਨੇ ਉਹਨਾਂ ਕੋਲ ਵੀ 1,20,000 ਰੁਪਇਆ ਦਿੱਤਾ, ਕਹਿੰਦਾ ਉਹਨੂੰ ਵੀ ਇਹਨੇ ਆਸ਼ੀਸ਼ ਦੇ ਕੋਲ ਸੁੱਟ ਦਿੱਤਾ ਈ। ਨਾ ਕਰ। ਮੈਂ ਆਪਣੇ ਬੇਟੇ ਨਾਲ ਗੱਲ ਕੀਤੀ, ਮੈਂ ਕਿਹਾ ਵੇਖ ਲੈ ਪੁੱਤਰ, ਜੇ ਤੇ ਮਿਲਦੀ ਹੈ 44,000 ਰੁਪਇਆ ਤੇ ਕੋਈ ਫਰਕ ਨਹੀਂ ਪੈਂਦਾ, ਤੂੰ ਸੈਟਿੰਗ ਹੋਣਾ ਚਾਹੀਦਾ। ਮੈਂ ਕਹਿੰਦੀ ਇੰਨੀ ਦੂਰ ਜਾ ਕੇ ਵਾਪਸ ਆਏਗਾ ਨਾ ਦੁਨੀਆ ਬੇਇੱਜ਼ਤੀ ਕਰੇਗੀ ਕਿ ਲੈ ਵੀ ਇੰਨੀ ਫੋਰਨ ਕੰਟਰੀ 'ਚ ਗਏ ਫਿਰ ਵਾਪਸ ਆ ਗਏ ਬੱਚੇ। ਮੈਂ ਕਿਹਾ ਬੇਇੱਜ਼ਤੀ ਮਹਿਸੂਸ ਹੁੰਦੀ ਆ। ਕਹਿੰਦਾ ਮੰਮੀ ਨਾ ਦੇ। ਮੈਂ 44,000 ਰੁਪਇਆ ਨਹੀਂ ਦਿੱਤਾ। ਇਹਨਾਂ ਨੇ ਉਹਦਾ ਪਾਸਪੋਰਟ ਵਾਪਸ ਬੁਲਾਇਆ, ਪਾਸਪੋਰਟ ਵਾਪਸ ਬੁਲਾ ਕੇ ਉਹਨੂੰ ਜੁਰਮਾਨਾ ਪੈ ਚੁੱਕਾ ਸੀ। ਉਹ ਕਿਸੇ ਏਜੰਟ ਕੋ ਗਿਆ, ਉੱਥੇ ਦੇ ਮੈਡਮ ਜੀ ਕੋਈ, ਉਹਨਾਂ ਮੇਰੀ ਗੱਲ ਕਰਾਈ। ਉਹ ਕਹਿੰਦੇ ਇਹਨੂੰ ਜੁਰਮਾਨਾ ਪੈ ਚੁੱਕਾ ਵਾ, ਜੇ ਤੁਸੀਂ ਵੀਜ਼ਾ ਸਟੈਂਡ ਕਰਾਉਣਾ ਤੇ ਇਹਦਾ ਤੁਸੀਂ 28,000 ਰੁਪਇਆ ਲੱਗ ਜਾਣਾ ਇਹਦਾ ਵੀਜ਼ਾ ਸਟੈਂਡ ਕਰਵਾਉਣ ਤੇ, 28 ਤੋਂ 30,000 ਰੁਪਇਆ। ਟੋਟਲ ਤੁਸੀਂ ਕਿੰਨੇ ਪੈਸੇ ਖਰਚ ਚੁੱਕੇ ਆਪਣੇ ਬੱਚਿਆਂ ਦੇ ਲਈ ਵੀਜ਼ਾ ਲਵਾ ਕੇ? ਮੈਂ 2,68,000 ਰੁਪਇਆ ਦਿੱਤਾ ਸੀ ਇਹਨਾਂ ਨੂੰ। ਅੰਤ ਆਪਣੇ ਬੱਚੇ ਦੋਨਾਂ ਨੂੰ ਤੁਸੀਂ ਲੈ ਕੇ ਆਏ ਜਾਂ ਸੁਭਾਸ਼ ਸਾਈਕਲ ਵੱਲੋਂ ਕੀਤਾ ਗਿਆ ਕੁਛ? ਆਊਟ ਪਾਸ ਇਹਨੇ ਬਣਵਾਇਆ, ਆਊਟ ਪਾਸ ਇਹਨੇ ਬਣਵਾਇਆ ਤੇ ਟਿਕਟ ਕਰਾ ਕੇ ਮੈਂ ਬੁਲਾਇਆ। ਤੁਸੀਂ ਜੀ ਉਹਨਾਂ ਦਾ ਕਹਿਣਾ ਜਦੋਂ ਤੁਹਾਡਾ ਬੇਟਾ ਵਾਪਸ ਆਇਆ ਇੰਡੀਆ ਆ ਕੇ ਉਹਨੇ 750 ਦਰਾਮ ਚੇਂਜ ਕਰਾਇਆ ਤੇ ਜੇ ਉਹਦੇ ਕੋਲ ਪੈਸੇ ਸੀ ਤੇ ਉਹ ਭੁੱਖਾ ਕਿਸ ਤਰ੍ਹਾਂ ਰਿਹਾ? ਇਹਨੂੰ ਪੁੱਛੋ ਕਿ ਜਦੋਂ ਵਿਸ਼ਾਲ ਚੱਲਿਆ ਸੀ 에ਅਰਪੋਰਟ ਤੇ ਮੈਂ ਵਿਸ਼ਾਲ ਨੂੰ ਪੈਸੇ ਦੇਣ ਗਈ ਸੀ, ਮੇਰੇ ਬੱਚਾ ਕੋਲ ਪੈਸੇ ਨਹੀਂ ਸੀ ਉੱਥੇ, ਮੇਰੇ ਬੱਚੇ ਪੈਸਿਆਂ ਤੋਂ ਤਰਸਣ ਡਏ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ, ਮੈਂ 750 ਗ੍ਰਾਮ ਜਿਹੜੇ ਹੈਗੇ ਨਾ ਇੰਨੀ ਮੈਨੂੰ ਭੇਜਿਆ ਸੀ ਸਟੇਸ਼ਨ ਤੋਂ ਲੈਣ ਵਾਸਤੇ ਕਿ ਵਿਸ਼ਾਲ ਨੂੰ ਦੇ ਦੇ, ਤੇਰੇ ਬੱਚਿਆਂ ਨੂੰ ਪਹੁੰਚਾ ਦੇਣਗੇ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਮੈਂ ਰਿਤਿਕ ਨੂੰ ਕਿਹਾ ਮੈਂ ਤੈਨੂੰ ਨਾ ਪੈਸੇ ਭੇਜਣ ਲੱਗੀ, ਤੂੰ ਟੈਨਸ਼ਨ ਨਾ ਲੈ, 20,000 ਖਤਮ ਹੋ ਗਿਆ ਨਾ, ਮੈਂ ਤੈਨੂੰ 15,000 ਹੋਰ ਭੇਜ ਦੇਣੀ ਆ, ਤੂੰ ਆਪਣਾ ਰਮਾਨ ਨਾਲ ਰੋਟੀ ਪਾਣੀ ਖਾ, ਰੋਟੀ ਪਾਣੀ ਤੋਂ ਚਿੰਤਾ ਨਾ ਕਰੀ। ਉਹ ਵਿਸ਼ਾਲ ਦੀ ਫਲਾਈਟ ਨਿਕਲ ਗਈ। ਇਹਨਾਂ ਨੇ ਵਿਸ਼ਾਲ ਨਾਲ ਮੇਰੇ ਨਾਲ ਕੰਟੈਕਟ ਨਹੀਂ ਹੋਣ ਦਿੱਤਾ। ਪਤਾ ਕਿਉਂ ਨਹੀਂ ਹੋਣ ਦਿੱਤਾ ਸਰ? ਕਿਤੇ ਵਿਸ਼ਾਲ ਨਾਲ ਕੋਈ ਗੱਲ ਨਾ ਕਰ ਦੇਵੇ ਕਿ ਮੇਰੇ ਬੱਚੇ ਤੇ ਫਸੇ, ਵਿਸ਼ਾਲ ਨਾ ਜਾ, ਇਹਨਾਂ ਕੋਲ ਪੈਸੇ ਵਾਪਸ ਲੈ ਲੈ। ਇਹਨਾਂ ਨੇ ਮੈਨੂੰ ਕਹਿਤਾ ਵਿਸ਼ਾਲ ਦਾ ਸੁੱਚ ਆਫ ਆਣ ਡਿਆ, ਵਿਸ਼ਾਲ ਦਾ ਕੰਟੈਕਟ ਨਹੀਂ ਹੋ ਰਿਹਾ। ਮੇਰੇ ਨਾਲ ਡਰਾਮੇਬਾਜ਼ੀ ਕਰਦੇ ਰਹੇ ਜੈਸਮਿਨ ਵੀ ਤੇ ਸਾਈਕਲ ਵੀ। ਤੇ ਉਹ ਵੀ ਫਲਾਈਟ ਨਿਕਲ ਚੁੱਕੀ ਸੀ। ਉਸ ਤੋਂ ਬਾਅਦ 750 ਗ੍ਰਾਮ ਜਿਹੜੇ ਗਏ ਸੀ ਮੇਰੇ ਕੋਲ ਉਸ ਤਰ੍ਹਾਂ ਹੀ ਪਏ ਰਹੇ। ਮੈਂ ਕਿਹਾ ਸੀ ਚੱਲ ਮੈਂ ਕਿਸੇ ਦੇ ਹੱਥ ਭੇਜ ਦੇਵਾਂਗੀ, ਕੋਈ ਜਾਣ ਵਾਲਾ ਹੈ ਨਹੀਂ ਸੀ, ਕਿਹਦੇ ਹੱਥ ਭੇਜਦੀ ਬਈ ਸਰ? ਦੁਬਈ ਕੋਈ ਜਾਂਦਾ ਤੇ ਲੈ ਕੇ ਜਾਂਦਾ। ਫਿਰ ਮੈਂ ਉਹ ਪੈਸੇ ਉਹਨਾਂ ਨੂੰ ਟ੍ਰਾਂਸਫਰ ਕਰਾਉਣ ਲੱਗੀ ਸੀ ਤੇ ਉਹ ਕਹਿੰਦੇ ਸੀ ਗ੍ਰਾਮ ਇੱਥੇ ਜਿਹੜੇ ਦਰਾਮ ਹੈ ਨਾ ਉਹ ਨਹੀਂ ਟ੍ਰਾਂਸਫਰ ਹੋਣੇ, ਜਿਹੜੀ ਤੁਹਾਡੀ ਮਨੀ ਹੈ ਨਾ ਉਹ ਤੁਸੀਂ ਟ੍ਰਾਂਸਫਰ ਕਰਾ ਸਕਦੇ ਹੋ ਸਾਡੇ ਅਕਾਊਂਟ ਵਿੱਚ। ਫਿਰ ਮੈਂ ਆਪਣੇ ਬੱਚਿਆਂ ਨੂੰ 5-5 ਹਜ਼ਾਰ ਰੁਪਇਆ ਹਰ ਹਫਤੇ ਟ੍ਰਾਂਸਫਰ ਕਰਾਉਂਦੀ ਰਹੀ, 4-4 ਦਿਨ ਬਾਅਦ, 4-4 ਮੇਰੇ ਕੋਲ ਸਾਰੀ ਸਟੇਟਮੈਂਟਸ ਹੈ। ਤੁਸੀਂ ਚੀਜ਼ ਤੁਹਾਡਾ ਬੇਟਾ ਇੰਡੀਆ ਆ ਗਿਆ, ਸੁਭਾਸ਼ ਸਾਈਕਲ ਇਹਨਾਂ ਨੇ ਉਹਦੇ ਵਿੱਚ ਜੋ ਵੀ ਕੀਤਾ ਉਹ ਤੁਸੀਂ ਪਹਿਲਾਂ ਬਿਆਨ ਦੇ ਚੁੱਕੇ ਹੋ, ਫਿਲਹਾਲ ਪੁਲਿਸ ਦੀ ਕਾਰਵਾਈ ਕਿੱਥੇ ਪਹੁੰਚੀ ਹੈ? ਪੁਲਿਸ ਦੀ ਕਾਰਵਾਈ ਪਹੁੰਚੀ ਹੈ ਕਿ ਮੈਂ ਬਿਆਨ ਦੇ ਚੁੱਕੀ ਸੀ, ਆਪਣੇ ਬਿਆਨ ਦੇਣ ਨਹੀਂ ਆ ਰਿਹਾ ਸੀ। ਇਹਨੂੰ ਪੁੱਛੋ ਕਿ ਜੇ ਤੂੰ ਮੇਰੇ ਬੱਚੇ ਨਹੀਂ ਭੇਜੇ ਕੋਈ ਗੱਲਬਾਤ ਨਹੀਂ, ਇਹ ਪਰਸੋਂ ਮੇਰੇ ਘਰ ਕੀ ਕਰਨ ਆਇਆ? ਇਹ ਪਰਸੋਂ ਮੇਰੇ ਘਰ ਆਇਆ ਵਾ, ਮੇਰੇ ਕੋਲ ਵੀਡੀਓ ਰਿਕਾਰਡਿੰਗ ਆ, ਮੈਂ ਐਸੇ ਟਾਈਮ ਆਪਣੀ ਰਿਕਾਰਡਿੰਗ 'ਚ ਰਿਕਾਰਡ ਕਰ ਲਿਆ ਮੇਰੇ ਬੇਟੇ ਨੇ। ਮੈਂ ਕਿਹਾ ਸਾਈਕਲ ਦੀ ਰਿਕਾਰਡਿੰਗ ਕਰ ਲਾ ਕਿ ਮੇਰੇ ਘਰ ਆਇਆ। ਇਹ ਮੇਰੇ ਬ੍ਰਦਰ ਨਾਲ ਮੇਰੇ ਘਰ ਆਇਆ, ਮੇਰੇ ਕੋਲ ਮਾਫੀ ਮੰਗਦਾ ਪਿਆ ਸੀ, ਮੈਨੂੰ ਕਹਿੰਦਾ ਪਿਆ ਸੀ ਚੱਲ ਕੋਈ ਗੱਲ ਨਹੀਂ ਤੂੰ ਮੇਰੀ ਧੀ ਆ, ਮੇਰੇ ਨਾਲ ਉਹੋ ਜਿਹੇ ਪੁੱਤਰ ਵਾਲਾ ਹਿਸਾਬ ਹੈ, ਤੂੰ ਇਸ ਤਰ੍ਹਾਂ ਨਾ ਕਰ, ਤੂੰ ਦੱਸ ਮੁਕਾਨੀ ਕਿੰਨੇ 'ਚ ਹੈ ਆਪਾਂ, ਤੂੰ ਹਜੇ ਵੀ ਮੈਂ ਤੈਨੂੰ ਕਹਿੰਦਾ ਵਾ ਹਜੇ ਵੀ ਇੰਨਾ ਕੁੱਤਾ ਬੰਦਾ ਇੰਨਾ ਗੰਦਾ ਇਨਸਾਨ ਆ, ਮੈਨੂੰ ਹਜੇ ਵੀ ਕਹਿੰਦਾ ਕਿ ਤੇਰੇ ਬੱਚੇ ਮੈਂ ਦੂਸਰੀ ਕੰਟਰੀ ਭੇਜ ਦੇਣਾ, ਇਟਲੀ ਭੇਜ ਦੇਵਾਂ, ਇਟਲੀ ਦੱਸ ਤੂੰ ਮੈਨੂੰ, ਇਟਲੀ ਭੇਜ ਦੇਣਾ। ਮੈਂ ਕਿਹਾ ਨਹੀਂ ਮੈਂ ਕਿਤੇ ਨਹੀਂ ਭੇਜਣੇ, ਮੇਰੇ ਬੱਚੇ ਹੁਣ ਮੇਰੇ ਕੋਲ ਹੀ ਰਹਿਣਗੇ, ਮੈਂ ਕਿਤੇ ਇਟਲੀ ਨਹੀਂ ਭੇਜਣੇ, ਕਿਤੇ ਇਟਲੀ ਨਹੀਂ ਭੇਜਣੇ, ਤੂੰ ਆਪਣੀ ਇਟਲੀ ਆਪਣੇ ਕੋਲ ਹੀ ਰੱਖ ਤੇ ਤੂੰ ਹੁਣ ਏਸੀਪੀ ਨੂੰ ਫੋਨ ਕਰ ਤੇ ਉਹਨਾਂ ਨੂੰ ਕਹਿ ਕੇ ਮੈਨੂੰ 4 ਦਿਨ ਦਾ ਟਾਈਮ ਦੇ। ਫਿਰ ਮੇਰੇ ਘਰ ਕੀ ਕਰਨ ਆਇਆ ਸੀ ਜੀ? ਜੇਕਰ ਇਹਦੀ ਕੋਈ ਗਲਤੀ ਨਹੀਂ ਹੈ, ਕੋਈ ਗੁਨਾਹਗਾਰ ਨਹੀਂ ਹੈ, ਮੇਰੇ ਘਰ ਕੀ ਕਰਨ ਆਇਆ? ਫਿਰ ਮੇਰੇ ਕੋਲ ਕਿਉਂ ਮਾਫੀਆ ਮੰਗ ਰਿਹਾ ਸੀ? ਮੈਨੂੰ ਕਿਉਂ ਪੁੱਤਰ ਕਰ ਰਿਹਾ ਸੀ? ਜੇਕਰ ਕੋਈ ਗਲਤੀ ਹੈਗੀ ਹੈ ਤਾਂ ਮੈਨੂੰ ਕਹਿ ਰਿਹਾ ਸੀ ਨਾ ਮੈਂ ਤੇਰੇ ਬੱਚੇ ਫੇਰ ਇਟਲੀ ਭੇਜ ਦੇਣਾ ਵਾ। ਕਹਿੰਦੇ ਚੋਰ ਦੀ ਕਦੀ ਚੋਰੀ ਨਹੀਂ ਛਿਪਦੀ ਸਰ, ਇਹ ਸਭ ਨੂੰ ਧੋਖੇਬਾਜ਼ ਕਰਦਾ ਰਹਿੰਦਾ। ਸਵੇਰੇ ਧਰਨੇ ਲਾਉਂਦਾ, ਸ਼ਾਮੀ ਪੈਸੇ ਚੁੱਕ ਲੈਂਦਾ, ਸਵੇਰੇ ਧਰਨੇ ਲਾਉਂਦਾ, ਸ਼ਾਮੀ ਪੈਸੇ ਚੁੱਕ ਲੈਂਦਾ। ਇਹਨੂੰ ਕੋਈ ਮੈਨੂੰ ਦੱਸੇ ਨਾ ਕਿ ਜੇ ਤੈਨੂੰ ਪਤਾ ਸੀ ਚੀਮਾ ਤੇ ਜੈਸਮਿਨ ਤੇ 2 ਪਰਚੇ ਪਹਿਲੇ ਹੋਏ ਆ, ਫਿਰ ਇਹਨੇ ਆਪਣੀ ਜੈਸਮਿਨ ਨੂੰ ਆਪਣੇ ਕੈਬਿਨ 'ਚ ਕਿਉਂ ਰੱਖਿਆ ਹੋਇਆ ਸੀ? ਦੱਸੋ, ਮਿਲੀ ਭਗਤ ਨਾਲ ਸਭ ਕੁਝ ਹੁੰਦਾ ਸਰ, ਦੁਨੀਆ ਅੰਨੀ ਨਹੀਂ ਹੈ। ਪੁਲਿਸ ਕਾਰਵਾਈ ਹਜੇ ਤੱਕ ਕੋਈ ਨਹੀਂ ਹੋਈ, ਹਜੇ ਤੱਕ ਤੁਹਾਡੀ ਕੰਪਲੇਂਟ ਹੀ ਪਈ ਹੋਈ ਹੈ ਪੁਲਿਸ ਮੇਰੀ ਕੋਲ? ਕੰਪਲੇਂਟ ਪਈ ਹੋਈ ਸੀ, ਫਿਰ ਮੈਨੂੰ ਨਾ ਕਿਸੇ ਮੇਰੀ ਫਰੈਂਡ ਸੀ ਉਹਨਾਂ ਨੇ ਕਿਹਾ, ਮੇਰੀ ਸੁਣਵਾਈ ਨਹੀਂ ਸੀ ਕਰ ਰਹੀ ਪੁਲਿਸ, ਉਹ ਪਿੰਡ ਕੀ era ਵੀ ਪੂਰਾ ਪ੍ਰੈਸ਼ਰ ਸੀ। ਸਭ ਨੂੰ ਕਹਿ ਰਿਹਾ ਸੀ ਕਿ ਮੇਰੀ ਸਰਕਾਰ ਆ ਗਈ ਹੈ, ਮੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ, ਅਜੇ ਗੁਪਤਾ ਜੀ ਮੇਰਾ ਬਹੁਤ ਸਾਥ ਦਿੰਦੇ ਆ, ਮਤਲਬ ਕਿ ਉਹ ਪੋਲੀਟੀਕਲ ਪ੍ਰੈਸ਼ਰ ਨਾਲ ਮੈਂ ਸਭ ਕੁਝ ਕਰ ਸਕਦਾ ਵਾਂ, ਇਸ ਕਰਕੇ ਇਹਨੇ ਨਾ ਮੈਨੂੰ ਵੀ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਮੈਂ ਸੂਰੀ ਸਾਹਿਬ ਜੀ ਕੋ ਚਲੀ ਗਈ, ਮੈਨੂੰ ਕਿਸੇ ਨੇ ਦੱਸਿਆ ਕਿ ਸੂਰੀ ਸਾਹਿਬ ਕੋ ਚਲੇ ਜਾ, ਉਹ ਤੇਰਾ ਹੱਲ ਕਰਨਗੇ। ਮੈਂ ਉਹਨਾਂ ਕੋਲ ਆਈ, ਉਹਨਾਂ ਨੇ ਫਿਰ ਮੇਰੇ ਨਾਲ ਲਾਈਵ ਹੋ ਕੇ ਸਭ ਕੁਝ ਕੀਤਾ, ਫਿਰ ਮੇਰੇ ਨਾਲ ਅਫਸਰਾਂ ਕੋ ਵੀ ਗਏ, ਮੇਰੇ ਨਾਲ ਗੱਲਬਾਤ ਵੀ ਕਰਵਾਈ, ਸਭ ਕੁਝ ਹੋਇਆ। ਤੇ ਤੁਸੀਂ ਅੱਗੋਂ ਸੂਰੀ ਸਾਹਿਬ ਨੂੰ ਪੁੱਛ ਸਕਦੇ ਹੋ ਕਿੱਥੋਂ ਕਾਰਵਾਈ ਪਹੁੰਚੀ, ਉਹਨਾਂ ਨੂੰ ਸਾਰਾ ਪਤਾ। ਤੇ ਇਸ ਮਾਮਲੇ ਦੇ ਵਿੱਚ ਅਸੀਂ ਸੁਧੀਰ ਸੂਰੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਨੇ ਇਹਨਾਂ ਦੀ ਕਿਸ ਤਰ੍ਹਾਂ ਦੀ ਹੈਲਪ ਕਰਨ ਦਾ ਵਾਅਦਾ ਕੀਤਾ ਹੈ। ਸਹਿਗਲ ਤੇ ਪੂਜਾ ਅਰੋੜਾ ਦੇ ਕੇਸ ਦੇ ਵਿੱਚ ਸੁਧੀਰ ਸੂਰੀ ਇਹਨਾਂ ਦੀ ਐਂਟਰੀ ਹੁੰਦੀ ਹੈ। ਇਹਨਾਂ ਨੇ ਪੂਜਾ ਅਰੋੜਾ ਦਾ ਹੱਥ ਫੜਿਆ ਤੇ ਇਨਸਾਫ ਦਿਵਾਉਣ ਦੇ ਲਈ
ਜਿਸ ਤਰ੍ਹਾਂ ਕਿ ਪੂਜਾ ਅਰੋੜਾ ਦਾ ਕਹਿਣਾ ਹੈ ਇਨਸਾਫ ਦਿਵਾਉਣ ਦੇ ਲਈ ਉਹਨਾਂ ਦੇ ਨਾਲ ਪੈਰ ਚੁੱਕਿਆ ਹੈ। ਤੇ ਆਪਾਂ ਸੁਦੀਪ ਸੂਰੀ ਇਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾ ਸਵਾਲ ਕਿ ਤੁਸੀਂ ਸੁਭਾਸ਼ ਸਹਿਗਲ ਨੂੰ ਜਾਣਦੇ ਹੋ? ਦੇਖੋ, ਸੁਭਾਸ਼ ਸਹਿਗਲ ਨੂੰ ਮੈਂ ਜਾਣਦਾ, ਪਹਿਲਾਂ ਨਹੀਂ ਸੀ ਜਾਣਦਾ, ਮੈਂ ਨਾਮ ਤੋਂ ਵੈਸੇ ਸ਼ਕਲ ਤੋਂ ਜਾਣਦਾ ਸੀਗਾ। ਲੇਕਿਨ ਜਦੋਂ ਮੇਰੇ ਕੋਲ ਪੂਜਾ ਅਰੋੜਾ ਆਏ, ਉਹਨਾਂ ਨੇ ਆ ਕੇ ਮੈਨੂੰ ਦੱਸਿਆ ਕਿ ਮੇਰੇ ਬੇਟੇ ਕਿ ਐਸਾ ਬਾਹਰਲੇ ਮੁਲਕ 'ਚ ਭੇਜਦੇ ਸੀਗੇ ਕੋਈ ਸੁਭਾਸ਼ ਸਹਿਗਲ ਦੇ ਨਾਂ ਦੇ। ਮੈਂ ਸ਼ਕਲ ਤੋਂ ਉਹਨੂੰ ਜਾਣਦਾ ਸੀਗਾ ਤੇ ਇਸ ਬੰਦੇ ਨੇ ਉਹਨਾਂ ਨੂੰ ਭੇਜਤਾ। ਉੱਥੇ ਦੇਖੋ ਮੇਰੇ ਬੱਚੇ ਭੀਖ ਮੰਗ ਰਹੇ ਨੇ, ਉਹ ਪੂਰੀ ਵੀਡੀਓ ਸੀਗੀ। ਫਿਰ ਮੈਂ ਉਹਨਾਂ ਨਾਲ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਜਿਹੜੇ ਇਕੱਲਾ ਸੁਭਾਸ਼ ਸਹਿਗਲ ਹੀ ਨਹੀਂ, ਕਈ ਇਹੋ ਜਿਹੇ ਇੱਥੇ ਯੂਨਿਟ ਹੈਗੇ ਨੇ, ਦੁਕਾਨਾਂ ਖੁੱਲ੍ਹੀਆਂ ਹੋਈਆਂ ਜਿਨ੍ਹਾਂ ਨੇ ਝੋਲੇ ਟੰਗੇ ਹੋਏ ਨੇ, ਸਵੇਰੇ ਆ ਜਾਂਦੇ ਨੇ, ਸ਼ਾਮ ਨੂੰ ਚਲੇ ਜਾਂਦੇ ਨੇ, ਔਰ ਤੁਹਾਨੂੰ ਸਾਨੂੰ ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਕਿ ਅਸੀਂ ਬਾਹਰ ਭੇਜ ਰਹੇ ਹਾਂ। ਜਿਹੜਾ ਕੰਮ ਬਾਹਰ ਜਾਣ ਦਾ 60,000 ਰੁਪਏ 'ਚ ਹੁੰਦਾ ਹੈ, ਉਹਦਾ 1.5 ਲੱਖ ਰੁਪਈਆ ਵਸੂਲ ਲੈਂਦੇ ਨੇ। ਨਾ ਉਹਨਾਂ ਕੋਲ ਲਾਇਸੈਂਸ ਹੈ ਕੋਈ। ਸੁਭਾਸ਼ ਸਹਿਗਲ ਹੀ ਮੇਰੇ ਕੋਲ, ਉਸ ਤੋਂ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ, ਲਾਈਵ ਹੋਣ ਤੋਂ ਬਾਅਦ ਸੁਭਾਸ਼ ਸਹਿਗਲ ਮੇਰੇ ਆਫਿਸ ਆਇਆ। ਮੈਨੂੰ ਫਿਰ ਉਹਨੇ ਦੱਸਿਆ ਕਿ ਮੈਂ ਸੁਭਾਸ਼ ਸਹਿਗਲ ਹਾਂ। ਰਾਤ ਨੂੰ ਮੈਨੂੰ ਉਹਦਾ ਫੋਨ ਆਇਆ, ਉਹਨੇ ਮੈਨੂੰ ਆਪਣੀ ਫੋਟੋ ਭੇਜੀ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ, ਮਾਰਨਿੰਗ ਤੁਸੀਂ ਆਫਿਸ ਆ ਕੇ ਗੱਲ ਕਰਨਾ, ਮੈਂ ਤੁਹਾਡੀ ਗੱਲ ਵੀ ਸੁਣਾਂਗਾ। ਮੈਂ ਸੁਭਾਸ਼ ਸਹਿਗਲ ਦੀ ਵੀ ਗੱਲ ਸੁਣੀ ਸਾਰੀ, ਇਹਨਾਂ ਦੀ ਵੀ ਸੁਣੀ। ਮੈਂ ਸੁਭਾਸ਼ ਸਹਿਗਲ ਨੂੰ ਇਹੋ ਹੀ ਕਿਹਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਤੁਸੀਂ ਬੰਦੇ ਬਾਹਰ ਭੇਜੇ ਤੇ ਤੁਹਾਡੇ ਕੋਲ ਲਾਇਸੈਂਸ ਹੈਗਾ ਤੇ ਮੈਨੂੰ ਲਾਇਸੈਂਸ ਦਿਖਾ ਦਿਓ। ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਤੁਸੀਂ ਕਿਸ ਆਧਾਰ ਦੇ ਉੱਪਰ ਬੰਦੇ ਬਾਹਰ ਭੇਜੇ? ਕਿਉਂਕਿ ਅਸੀਂ ਉਹ ਕੰਮ ਹੀ ਨਹੀਂ ਕਰ ਸਕਦੇ ਜਿੰਨੀ ਦੇਰ ਸਾਡੇ ਕੋਲ ਸਰਕਾਰ ਦਾ ਲਾਇਸੈਂਸ ਨਾ ਹੋਵੇ। ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਉਹ ਬੈਂਡ ਬੂੰਡ ਜਿਹੜੇ ਲੈਂਦੇ ਨੇ, ਉਹ ਬੈਂਡ ਦਾ ਵੀ ਇਹਨਾਂ ਕੋਲ ਕੋਈ ਕਾਲਜ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਕੋਈ ਸਰਟੀਫਿਕੇਟ ਨਹੀਂ ਹੈਗਾ, ਕੋਈ ਸਰਕਾਰ ਕੋਲੋਂ ਪਰਮਿਸ਼ਨ ਨਹੀਂ ਮਿਲੀ ਹੋਈ। ਸਾਰਾ ਧੰਦਾ 2 ਨੰਬਰ 'ਚ ਹੋ ਰਿਹਾ। ਔਰ ਮੈਂ ਕਮਿਸ਼ਨਰ ਸਾਹਿਬ ਨੂੰ, ਡਾਕਟਰ ਸੁਖਚੈਨ ਜੀ ਨੂੰ ਉਦੋਂ ਅਪੀਲ ਵੀ ਕੀਤੀ ਸੀ ਕਿ ਇਹਨਾਂ ਸਾਰਿਆਂ ਦੇ ਨਖੇੜ ਪਾਓ। ਜੇ ਤੁਸੀਂ ਨਹੀਂ ਪਾਓਗੇ ਤੇ ਸ਼ਿਵ ਸੈਨਾ ਟਕਸਾਲੀ ਆਪਣੇ ਲੈਵਲ ਦੇ ਉੱਪਰ ਇਹਨਾਂ ਕੋਲ ਜਾਏਗੀ ਔਰ ਇਹਨਾਂ ਦੇ ਐਡਰੈਸ ਲੈ ਕੇ ਇਹਨਾਂ ਦੀਆਂ ਫੋਟੋਆਂ ਵਾਇਰਲ ਕਰੇਗੀ। ਉਸ ਤੋਂ ਬਾਅਦ ਇਹਨਾਂ ਨੂੰ ਆਫਿਸ ਦੇ ਵਿੱਚੋਂ ਕੱਢ ਕੇ ਛਿੱਤਰ ਪਰੇਡ ਵੀ ਕਰੇਗੀ, ਤਾਂ ਕਿ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਨਿਆਂ ਮਿਲ ਸਕੇ, ਉਹ ਫਸਣ ਨਾ। ਸੁਭਾਸ਼ ਸਹਿਗਲ ਦਾ ਕਹਿਣਾ ਕਿ ਉਹ ਵੀਜ਼ੇ ਦਾ ਕੰਮ ਨਹੀਂ ਕਰਦੇ। ਉਹਨਾਂ ਨਾਲ ਮੈਡਮ ਜੈਸਮੀਨ ਨਾਲ ਦੀ ਡੀਲਿੰਗ ਹੋਈ ਸੀ ਪੂਜਾ ਅਰੋੜਾ ਨਾਲ, ਜਿਨ੍ਹਾਂ ਨੇ ਉਹਨਾਂ ਦੇ ਬੱਚੇ ਨੂੰ ਬਾਹਰ ਭੇਜਿਆ। ਫਿਰ ਜੇ ਸੁਭਾਸ਼ ਸਹਿਗਲ ਵੀਜ਼ੇ ਦਾ ਕੰਮ ਨਹੀਂ ਕਰਦਾ, ਫਿਰ ਉਹ ਮੇਰੇ ਆਫਿਸ ਕਿਉਂ ਆਇਆ 3 ਵਾਰੀ? ਮੈਨੂੰ ਉਹਨੇ ਕਿਉਂ ਕਿਹਾ ਕਿ ਤੁਸੀਂ ਉਹਨਾਂ ਨਾਲ ਮੇਰਾ ਟਾਈ ਅਪ ਕਰਾ ਦਿਓ? ਟਾਈ ਅਪ ਕਿੱਸਾ ਕਰਵਾ ਦਿਓ? ਮੈਂ ਤੁਹਾਨੂੰ ਕਿਹਾ ਕਿ ਤੂੰ ਟਾਈ ਅਪ ਕਰ ਲੈ, ਜੋ ਤੇਰਾ ਉਹਨੇ ਪੈਸਾ ਖਰਚ ਕਰਾਇਆ 2,65,70,000 ਰੁਪਇਆ, ਉਲਟੇ ਦੂਜੇ ਪੈਸੇ ਵੱਖਰੇ ਲੱਗ ਗਏ ਤੇ ਇਹ 5 ਲੱਖ ਰੁਪਇਆ ਦਊ ਸੀ ਕਿ ਮੈਂ 5 ਲੱਖ ਰੁਪਇਆ ਦੇ ਦਾਂ, ਮੇਰੇ ਗਲੋਂ ਲਾ ਦਿਓ। ਲੇਕਿਨ ਕੰਪਲੇਂਟ ਕਮਿਸ਼ਨਰ ਸਾਹਿਬ ਦੀ ਟੇਬਲ ਦੇ ਉੱਪਰ ਪਈ ਹੈ, ਸਾਰੀ ਕਾਰਵਾਈ ਹੋ ਚੁੱਕੀ ਹੈ। ਕਮਿਸ਼ਨਰ ਸਾਹਿਬ ਚੇਂਜ ਹੋ ਗਏ ਕਿਉਂਕਿ ਉਹਨਾਂ ਨੇ ਏਸੀਪੀ ਸਾਹਿਬ ਨੂੰ ਕਿਹਾ ਸੀ ਕਿ ਮੰਡੇ ਨੂੰ ਫਾਈਲ ਮੇਰੀ ਟੇਬਲ 'ਤੇ ਹੋਣੀ ਚਾਹੀਦੀ ਹੈ, ਮੈਂ ਉਹਦੇ 'ਤੇ ਸਾਈਨ ਕਰਕੇ FIR ਕੱਟ ਦਿਓ। ਕਿਉਂਕਿ ਹਾਲਾਤ ਜੋ ਇਹਨੂੰ ਨੱਥ ਪਾਣੀ ਪਏਗੀ, ਚਾਹੇ ਉਹ ਸਹਿਗਲ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ। ਕਿਉਂਕਿ ਜਦੋਂ ਆਵਾਮ ਜਿਹੜਾ ਲੋਕ ਨੇ ਬਰਬਾਦ ਹੋਣ, ਉਹਨਾਂ ਨਾਲ ਠੱਗੀ ਹੋਣੀ ਸ਼ੁਰੂ ਹੋ ਜੇ ਤੇ ਇਹ ਕੰਮ ਜ਼ਰੂਰੀ ਹੁੰਦਾ। ਹੁਣ ਨਵੇਂ ਕਮਿਸ਼ਨਰ ਸਾਹਿਬ ਆਏ ਨੇ, ਉਹਨਾਂ ਨੂੰ ਅੱਜ ਗਵਰਨਰ ਸਾਹਿਬ ਆਏ ਨੇ, ਮੇਲ ਨਹੀਂ ਹੋਇਆ। ਕੱਲ ਵਿਸਾਖੀ ਹੈ, ਵਿਸਾਖੀ ਤੋਂ ਬਾਅਦ ਇਹਨੂੰ ਭੇਜਾਂਗਾ ਜਾਂ ਮੈਂ ਨਾਲ ਜਾਵਾਂਗਾ ਉਹਨਾਂ ਕੋਲ ਪੇਸ਼ ਹੋ ਕੇ। ਕੀ ਕਾਰਨ ਹੈ? ਤਕਰੀਬਨ 48 ਦਿਨ ਹੋ ਗਏ ਤੇ ਹਾਈ ਤੱਕ ਪੁਲਿਸ ਕੰਪਲੇਂਟ ਹੀ ਪਈ ਹੈ, ਕੋਈ FIR ਰਜਿਸਟਰ ਨਹੀਂ ਹੋਈ। ਨਹੀਂ, 48 ਦਿਨ ਵੇਖੋ ਹੋ ਗਏ। ਸਾਡਾ ਜਿਹੜਾ ਸਿਸਟਮ ਹੈ ਬੜਾ ਢਿੱਲਾ ਵੇ, ਕਿਉਂਕਿ ਇਹ ਲੋਕ ਜਿਹੜੇ ਠੱਗੀਆਂ ਠੋਰੀਆਂ ਮਾਰਦੇ ਨੇ, ਇਹੋ ਕਹਿੰਦੇ ਨੇ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਹੀਨਾ ਦਿੰਦੇ ਹਾਂ, ਤੇ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮਹੀਨਾ ਦਿੰਦੇ ਹਾਂ, ਪੁਲਿਸ ਸਾਡੇ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਸੋਚਦੀ ਹੈ, ਕਿਉਂਕਿ ਉਹਨਾਂ ਨੂੰ ਪੈਸੇ ਆਉਂਦੇ ਨੇ। ਹੁਣ ਇਹਨਾਂ ਪੁਲਿਸ ਨੂੰ ਪੈਸੇ ਆਉਂਦੇ ਨੇ ਕਿ ਨਹੀਂ ਆਉਂਦੇ, ਇਹਦੇ ਜੇ ਪਰਚਾ ਹੋ ਜਾਏਗਾ ਤਾਂ ਉੱਥੋਂ ਸਾਬਤ ਹੋਏਗਾ ਕਿ ਪੈਸੇ ਆਉਂਦੇ ਨੇ ਕਿ ਝੂਠ ਹੀ ਹਵਾ ਦੇ ਵਿੱਚ ਹੀ ਤੀਰ ਮਾਰਦੇ ਨੇ। ਸਿਰਫ ਇੱਕੋ ਗੱਲ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਵੀ, ਇਹਨਾਂ ਲੋਕਾਂ ਦੇ ਲਾਇਸੈਂਸ ਚੈੱਕ ਕਰੋ ਕਿ ਇਹਨਾਂ ਕੋਲ ਲਾਇਸੈਂਸ ਹੈਗੇ ਨੇ। ਸਰਕਾਰ ਨੇ, DC ਸਾਹਿਬ ਨੇ ਇਹਨਾਂ ਨੂੰ ਲਾਇਸੈਂਸ ਦਿੱਤੇ ਨੇ ਕਿ ਤੁਸੀਂ ਬੱਚੇ ਬਾਹਰ ਭੇਜੋ। ਲੋਕੀ ਬੱਚੇ ਬਾਹਰ ਭੇਜਦੇ ਨੇ ਆਪਣੇ ਸੋਨਾ ਗਹਿਣਾ ਗਿਰਵੀ ਪਾ ਕੇ, ਮਕਾਨ ਗਿਰਵੀ ਪਾ ਕੇ, ਤੇ ਇਹ ਠੱਗੀਆਂ ਮਾਰ ਕੇ ਪੈਸੇ ਰੱਖ ਲੈਂਦੇ ਨੇ। ਔਰ ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਸਟਾਫ ਰੱਖਿਆ ਹੁੰਦਾ ਉਹਨਾਂ ਦੇ ਨਾਲ ਸ਼ੋਸ਼ਣ ਵੀ ਕਰਦੇ ਨੇ, ਲੜਕੀਆਂ ਦੇ ਨਾਲ। ਬੜੀਆਂ ਇਹੋ ਜਿਹੀਆਂ ਸ਼ਿਕਾਇਤਾਂ ਇਹਨਾਂ ਲੋਕਾਂ ਦੀਆਂ ਆਈਆਂ ਹੋਈਆਂ ਜਿਹੜੇ ਬਾਹਰ ਭੇਜਣ ਵਾਲੇ ਨੇ। ਅਸੀਂ ਇਹਨਾਂ ਨੂੰ ਨੰਗੇ ਕਰਾਂਗੇ। ਮੇਰੇ ਕੋਲ 2-4 ਦੇ ਐਡਰੈਸ ਵੀ ਹੈਗੇ ਨੇ, ਦੋ ਦਫ਼ਤਰ ਤੇ ਕਬੀਰ ਪਾਰਕ ਦੇ ਸਾਹਮਣੇ ਹੈਗੇ ਨੇ, ਅੱਗੜ ਪਿਛੜੀ, ਉਹ ਵੀ ਇਹੋ ਧੰਦਾ ਕਰ ਰਹੇ ਨੇ। ਰਣਜੀਤ ਐਵਨਿਊ ਹੈਗੇ ਨੇ। ਮੈਂ ਕਿਸੇ ਦਿਨ ਲਾਈਵ ਹੋ ਕੇ ਟਾਈਮ ਕੱਢ ਕੇ ਤੁਹਾਨੂੰ ਬੁਲਾਵਾਂਗਾ, ਉਹਦੇ ਵਿੱਚ ਬਕਾਇਦਾ ਇਹਨਾਂ ਦੇ ਐਡਰੈਸ ਵੀ ਦਿਆਂਗਾ ਜੇ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ। ਲੇਕਿਨ ਪੁਲਿਸ ਨੂੰ ਕਾਰਵਾਈ ਕਰਨੀ ਪਏਗੀ। ਕਮਿਸ਼ਨਰ ਸਾਹਿਬ ਨਵੇਂ ਨੇ, ਉਹਨਾਂ ਨਾਲ ਜਾ ਕੇ ਮਿਲਾਂਗੇ, ਗੱਲਬਾਤ ਕਰਾਂਗੇ, ਉਹਨਾਂ ਨੂੰ ਦੱਸਾਂਗੇ ਕਿ ਇਹ ਸਿਸਟਮ ਸਾਡੇ ਸ਼ਹਿਰ ਦੇ ਵਿੱਚ ਹੋ ਰਿਹਾ, ਇੱਥੇ ਨੱਥ ਪਾਈ ਜਾਵੇ। ਉਹ ਜ਼ਰੂਰੀ ਹੈ ਪਾਣੀ। ਜੇ ਸਹਿਗਲ ਕਹਿੰਦਾ ਕਿ ਮੈਂ ਹੈਗਾ ਹੀ ਨਹੀਂ ਵਿੱਚ, ਇਨਵੋਲਵ ਵੀ ਨਹੀਂ ਹੈਗਾ, ਤੇ ਫਿਰ ਜੇ ਉਹ ਫਿਰ ਕਿਉਂ ਬਾਰ-ਬਾਰ ਆ ਰਿਹਾ, ਕਿਉਂ ਮੈਨੂੰ ਬਾਰ-ਬਾਰ ਸਿਫਾਰਸ਼ਾਂ ਲੜਾ ਰਿਹਾ? ਕਦੀ ਕਿਸੇ ਕੋਲੋਂ ਫੋਨ ਕਰਾ ਰਿਹਾ, ਕਦੀ ਕਿਸੇ ਪ੍ਰਧਾਨ ਕੋਲੋਂ ਫੋਨ ਕਰਾ ਰਿਹਾ। ਇੱਥੋਂ ਤੱਕ ਕਿ ਪੂਜਾ ਅਰੋੜਾ ਨੂੰ ਤੇ ਇੱਕ ਪ੍ਰਧਾਨ ਨੇ ਵੀ ਕਹਿਤਾ ਸੀਗਾ ਕਿ ਮੈਨੂੰ 50,000 ਰੁਪਇਆ ਦਿਓ
ਤੇ ਮੈਂ ਪੁਲਿਸ ਕੋਲੋਂ ਸੁਭਾਸ਼ ਸਾਈਕਲ ਦੇ ਉੱਪਰ FIR ਕਰਵਾ ਦੇਵਾਂਗਾ, 2 ਮਿੰਟ ਦੇ ਵਿੱਚ ਹੀ FIR ਹੋ ਜਾਏਗੀ। ਲੇਕਿਨ ਉਹ ਇੱਕ ਗਰੀਬ ਨਹੀਂ ਤੇ ਪਹਿਲਾਂ ਹੀ ਲੁੱਟੀ ਗਈ, ਜਿਹਦੇ ਬੱਚੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਭੀਖ ਮੰਗਦੇ ਨੇ, ਜਿਹੜੀ ਵੀਡੀਓ ਦੇ ਕੋਲ ਹੈਗੀ ਹੈ, ਤੇ ਪੈਸਾ ਵੀ ਉਹਦਾ ਬਰਬਾਦ ਹੋ ਗਿਆ, ਬੱਚੇ ਵੀ ਵਾਪਸ ਆ ਗਏ। ਹੁਣ ਉਹ ਬੱਚੇ ਡਿਵੋਰਡ ਹੋ ਕੇ ਵਾਪਸ ਆਏ ਨੇ, ਉਹ ਵਾਪਸ ਉਹ ਮੁਲਕਾਂ 'ਚ ਬਾਹਰਲੇ ਮੁਲਕ 'ਚ ਜਾ ਹੀ ਨਹੀਂ ਸਕਦੇ, ਕਿਸੇ ਵੀ ਸੂਰਤ 'ਚ ਨਹੀਂ ਜਾਊਦਾ, ਤੇ ਕੈਰੀਅਰ ਖਤਮ ਹੋ ਗਿਆ। ਲੇਕਿਨ ਇਹਨਾਂ ਲੋਕਾਂ ਨੇ ਆਪਣੇ ਲੱਖ 2 ਲੱਖ ਪਿੱਛੇ ਕਿਸੇ ਦਾ ਕੈਰੀਅਰ ਹੀ ਬਰਬਾਦ ਕਰਤਾ। ਜਿਹੜਾ ਹਜੇ ਨਵੀਂ ਜਨਰੇਸ਼ਨ ਹੈ, ਇਹ ਕਿੱਥੋਂ ਦਾ ਨਿਆਂ ਹੈਗਾ? ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਕਹਾਂ ਕਿ ਜਲਦ ਤੋਂ ਜਲਦ ਕੋਈ 48 ਦਿਨ ਨਾ ਲਗਾਓ, 48 ਘੰਟੇ ਦੇ ਵਿੱਚ ਇਹ ਕਾਰਵਾਈ ਹੋਣੀ ਚਾਹੀਦੀ ਹੈ, ਸਖਤ ਤੋਂ ਸਖਤ। ਰਣਜੀਤ ਐਵਨਿਊ ਭਰਿਆ ਪਿਆ, ਕਬੀਰ ਪਾਰਕ ਭਰਿਆ ਪਿਆ, ਬੱਸ ਸਟੈਂਡ ਸਿਟੀ ਸੈਂਟਰ ਭਰਿਆ ਪਿਆ। ਇਹਨਾਂ ਲੋਕਾਂ ਨੂੰ ਫੜੋ। ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਸਾਨੂੰ ਸੇਵਾ ਦਾ ਮੌਕਾ ਦਿਓ, ਅਸੀਂ ਇਹਨਾਂ ਨੂੰ ਫੜ ਕੇ ਤੁਹਾਡੇ ਹਵਾਲੇ ਵੀ ਕਰਾਂਗੇ, ਨਾਲ ਜੁੱਤੀ ਪਰੇਡ ਵੀ ਕਰਾਂਗੇ ਇਹਨਾਂ ਦੀ। ਬਹੁਤ ਵੱਡੀ ਗੱਲ ਕੀਤੀ ਹੈ ਕਿ 48 ਦਿਨ ਲੱਗ ਰਿਹਾ ਹੈ, ਜੋ ਕਿ ਕੰਮ 48 ਘੰਟੇ ਦਾ ਸੀ, ਤੇ ਵਾਕਈ 48 ਘੰਟੇ ਦਾ ਕੰਮ ਸੀ, ਜਿਹਨੂੰ 48 ਦਿਨ ਲੱਗ ਗਿਆ। ਫਿਲਹਾਲ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਜਾਂ ਕੀ ਕਾਰਵਾਈ ਹੋਣੀ ਚਾਹੀਦੀ ਹੈ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਦੇ ਟੇਬਲ ਤੇ ਦੋਨੋਂ ਧਿਰਾਂ ਦੀ ਕੰਪਲੇਂਟ ਪਹੁੰਚ ਚੁੱਕੀ ਹੈ। ਅੱਗੇ ਪੁਲਿਸ ਆਪਣੀ ਜਾਂਚ ਦੇ ਆਧਾਰ ਤੇ ਕੀ ਫੈਸਲਾ ਲੈਂਦੀ ਹੈ, ਕਿਸ ਤੇ ਕਾਰਵਾਈ ਕਰਦੇ ਹੈ, ਇਹ ਜਾਂਚ ਦਾ ਵਿਸ਼ਾ ਹੈ। ਤੇ ਬਣੇ ਰਹੋ ਲਾਈਵ ਭਾਰਤ ਦੇ ਨਾਲ। ਇਸ ਤਰ੍ਹਾਂ ਦੀ ਹੋਰ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਕੈਮਰਾਮੈਨ ਮਨੋਜ ਭਗਤ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।